ਹੁਣ ਦਾ ਟਾਈਮ ਇਹ ਹੈ ਕਿ ਹਰ ਬੰਦਾ ਕਹਿੰਦਾ ਮੈਂ ਡਿਪਰੈਸ਼ਨ 'ਚ ਹਾਂ, ਹੈ ਨਾ, ਮੈਂ ਬਹੁਤ ਦਿਮਾਗੀ ਤੌਰ 'ਤੇ ਮੈਂ ਬਹੁਤ ਪ੍ਰੈਸ਼ਰ ਮਹਿਸੂਸ ਕਰਦਾ। ਪਰ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਵਾਕਈ ਮੈਨੂੰ ਆਪਣੇ ਲਈ ਵੀ ਇਹੀ ਚੀਜ਼ ਲੱਗੀ ਸੀਗੀ ਕਿ ਜੇ ਮੈਂ ਚੰਗੀ ਤਰ੍ਹਾਂ ਤੁਰ ਫਿਰ ਸਕਦੀ ਹਾਂ ਨਾ ਤਾਂ ਮੈਨੂੰ ਤਾਂ ਪਰਮਾਤਮਾ ਦਾ ਇਸੇ ਚੀਜ਼ ਲਈ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਨਾ। ਬੈਠੇ ਬੈਠੇ ਡਿੱਗ ਪੈਣਾ, ਸਾਰਾ ਦਿਨ ਰੋਈ ਜਾਣਾ, ਕੁੜੀਆਂ ਨੇ ਨਾਲ ਦੀਆਂ ਰੂਮਮੇਟਸ ਨੇ ਵਾਰਡਨ ਕੋਲੇ ਜਾ ਕੇ ਕੰਪਲੇਂਟ ਕਰਨੀ ਕਿ ਇਹਦੇ ਨਾਲ ਅਸੀਂ ਰੂਮ ਨਹੀਂ ਸ਼ੇਅਰ ਕਰਨਾ, ਇਹ ਤਾਂ 24 ਘੰਟੇ ਰੋਂਦੀ ਹੈ, ਇਹਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ। ਮੈਨੂੰ ਲੱਗਣਾ ਕਿ ਸ਼ਾਇਦ ਮੈਨੂੰ ਲੈ ਵੀ ਜਾਣਗੇ। ਮੈਨੂੰ ਇਹ ਵੀ ਭੁਲੇਖਾ ਹੁੰਦਾ ਸੀ ਕਿ ਜੇ ਮੈਂ ਐਵੇਂ ਜ਼ਿਆਦਾ ਬਿਮਾਰ ਰਹੂੰਗੀ ਤਾਂ ਮੈਨੂੰ ਸ਼ਾਇਦ ਹੋਸਟਲ ਤੋਂ ਵਾਪਸ ਲੈ ਜਾਣਗੇ। ਪਰ ਤੁਹਾਨੂੰ ਨਾ ਆਪਾਂ ਨੂੰ ਵਾਈਬਸ ਆ ਜਾਂਦੀਆਂ, ਪਤਾ ਲੱਗ ਜਾਂਦਾ। ਤਾਂ ਬਸ ਉਦੋਂ ਉਹਨਾਂ ਦੀ 3rd ਸਟੇਜ ਆ ਗਈ ਸੀਗੀ, ਥੋੜ੍ਹਾ ਜਿਹਾ ਔਖਾ ਟਾਈਮ ਸੀਗਾ। ਸਾਡੀ ਕੁੜੀਆਂ ਦੀ ਤਰਾਸਦੀ ਇਹ ਆ ਕਿ ਜਦੋਂ ਤੁਹਾਡੇ ਘਰ 'ਚ ਕੋਈ ਟ੍ਰੈਜਡੀ ਹੁੰਦੀ ਹੈ ਤਾਂ ਪਰਿਵਾਰ ਕੁੜੀਆਂ ਨੂੰ ਜ਼ਿਆਦਾ ਬੰਨਣ ਲੱਗ ਜਾਂਦਾ ਹੈ ਨਾ। ਰਿਸ਼ਤੇਦਾਰ ਖਾਸ ਕਰਕੇ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਨਾ, ਉਹ ਬਿਲਕੁਲ ਬੱਚੇ ਨਾਲ ਕੋਆਪਰੇਟ ਨਹੀਂ ਕਰਦੀਆਂ। ਤੁਹਾਨੂੰ ਉਸ ਸਮੇਂ ਦੌਰਾਨ ਜਿਹੜਾ ਮਾਹੌਲ ਸੀਗਾ ਉਹ ਕਿਵੇਂ ਦਾ ਮਿਲਿਆ? ਤੁਹਾਨੂੰ ਨਾ ਆਪਣੀ ਹੋਂਦ ਉਹ ਕਰਨੀ ਪੈਂਦੀ ਕਿ ਇੱਕ ਟਾਈਮ 'ਤੇ ਆ ਕੇ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਲੋਕਾਂ ਨੂੰ। ਤਾਂ ਉਹ ਮੇਰੇ ਲਈ ਇੰਨਾ ਔਖਾ ਸਟੈਂਡ ਸੀਗਾ ਕਿ ਤੁਹਾਨੂੰ ਨਾ ਰਿਸ਼ਤੇਦਾਰ, ਸੋ ਕਾਲਡ ਰਿਸ਼ਤੇਦਾਰ, ਉਹਦੇ ਇੱਕਦਮ ਗੁੱਸੇ ਵੀ ਹੁੰਦੇ ਆ ਕਿ ਲੈ ਸਾਡੇ ਹੁਣ ਤਾਂ ਉਹਨਾਂ ਨੂੰ ਲੱਗਦਾ ਸਾਡੀ ਜ਼ਿੰਮੇਵਾਰੀ ਹੈ, ਜਦੋਂ ਕਿ ਕੋਈ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਕਿਸੇ ਲਈ। ਤੁਹਾਨੂੰ ਆਪਣੇ ਆਪ ਲਈ ਆਪ ਹੀ ਖੜੇ ਹੋਣਾ, ਆਪਦੇ ਡਿਸੀਜਨਸ ਵੀ ਆਪ ਹੀ ਲੈਣੇ ਆ। ਕਿਵੇਂ ਆਪਣੇ ਆਪ ਨੂੰ ਖੜਾ ਕੀਤਾ ਉਸ ਚੀਜ਼ ਲਈ ਕਿ ਹੁਣ ਭਰਾ ਦੁਨੀਆ ਤੋਂ ਚਲਿਆ ਗਿਆ ਤੇ 2 ਬੱਚੇ ਨੇ ਤੇ ਨਾਲ ਇੱਕ ਹੋਰ ਫੀਮੇਲ ਮੈਂਬਰ ਆ ਘਰ 'ਚ ਨਾ। ਮੈਂ ਹੋਵਾਂ ਸ਼ਾਇਦ ਮਤਲਬ ਕਿਸੇ ਹਾਲਾਤ 'ਚ ਵੀ ਇਹ ਚੀਜ਼ਾਂ ਲਈ ਮੈਂ ਖੜ ਨਹੀਂ ਸਕਦੀ, ਚਾਹੇ ਕਿੰਨੀਆਂ ਮਰਜ਼ੀ ਕਹਾਣੀਆਂ ਤੁਸੀਂ ਲਿਖੀ ਜਾਓ, ਕਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਤਕੜਾ ਦਿਖਾਓ ਨਾ। ਉਸ ਸਮੇਂ ਕੀ ਸੋਚਿਆ ਆਪਣੇ ਆਪ ਨੂੰ ਲੈ ਕੇ? ਜੇ ਮੈਨੂੰ ਇਹ ਵੀ ਡਰ ਪੈ ਗਿਆ ਸੀਗਾ ਇੱਕ ਟਾਈਮ 'ਤੇ ਆ ਕੇ ਕਿ ਜੇ ਮੈਂ ਬਿਮਾਰ ਰਹਿਣ ਲੱਗੀ ਮੈਨੂੰ ਸਾਂਭੂਗਾ ਕੌਣ? ਇਹ ਤਾਂ ਬੱਚੇ ਆਪਣੀ ਕਿਸਮਤ ਲਿਖਾ ਕੇ ਲੈ ਕੇ ਆਏ ਆ। ਆਪਣੇ ਪਿੰਡਾਂ 'ਚ ਕਹਿੰਦੇ ਆ ਹਰ ਕੋਈ ਆਪਦੀ ਕਿਸਮਤ ਲਿਖਾ ਕੇ ਲਿਆਉਂਦਾ, ਤੂੰ ਆਪਣਾ ਦੇਖ। ਪਰ ਨਹੀਂ, ਮੈਨੂੰ ਕਦੇ ਨਾ ਤਾਂ ਫਰਕ ਲੱਗਿਆ ਹੈ ਨਾ। ਔਰ ਉਸ ਚੀਜ਼ ਨੇ ਸ਼ਾਇਦ ਮੈਨੂੰ ਪਤਾ ਨਹੀਂ ਕਿੱਥੋਂ ਸਟਰੈਂਥ ਆਈ, ਆਪਣੇ ਆਪ ਹੀ ਸਡਨਲੀ ਮੈਨੂੰ ਇਹ ਵੀ ਲੱਗਣ ਲੱਗ ਗਿਆ ਕਿ ਹਾਂ ਸਾਨੂੰ ਕਮਾਈ ਵੀ ਕਰਨੀ, ਮੈਨੂੰ ਬੱਚੇ ਪੜ੍ਹਾਉਣੇ ਵੀ ਹੈ, ਮੈਨੂੰ ਖੜੇ ਵੀ ਹੋਣਾ। ਬਹੁਤ ਚੀਜ਼ਾਂ ਸੋਚੀਆਂ ਸੀ ਪਹਿਲਾਂ। ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਪਹਿਲੀ ਗੱਲ ਤਾਂ ਮਦਰ ਦਾ ਨਹੀਂ ਸੋਚਿਆ ਸੀ, ਫਿਰ ਕਦੇ ਫਾਦਰ ਸਾਹਿਬ ਦਾ ਨਹੀਂ ਲੋਸ ਸੋਚਿਆ ਸੀ, ਬ੍ਰਦਰ ਦਾ ਤਾਂ ਮੈਂ ਜ਼ਿੰਦਗੀ 'ਚ ਸੋਚ ਹੀ ਨਹੀਂ ਸਕਦੇ। ਤੁਸੀਂ ਵੀ ਆਹ ਫੇਸ ਵੀ ਦੇਖਣਾ ਪਊਗਾ, ਹੈ ਨਾ। ਤਾਂ ਕਈ ਚੀਜ਼ਾਂ ਆਪਾਂ ਸੋਚ ਹੀ ਨਹੀਂ ਸਕਦੇ। ਹੁਣ ਮੇਰੇ ਸੋਚਣ 'ਤੇ ਤਾਂ ਲਾਈਫ ਨਹੀਂ ਚੱਲ ਰਹੀ। ਮੈਨੂੰ ਜਿਵੇਂ ਲਾਈਫ ਆਉਂਦੀ ਹੈ ਮੈਨੂੰ ਐਜ਼ ਇਟ ਇਜ਼ ਐਕਸੈਪਟ ਕਰਦੀ ਹਾਂ। ਰੱਬ ਤੋਂ ਸਬਰ ਮੰਗਿਆ ਕਰੋ ਬਸ, ਵੀ ਜੋ ਵੀ ਸਾਨੂੰ ਸਿਚੁਏਸ਼ਨ 'ਚ ਪਾ ਰਹੇ ਹੋ ਸਾਨੂੰ ਉਸ ਚੀਜ਼ ਲਈ ਸਬਰ ਮਿਲੇ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਅੱਜ ਦੀ ਇਸ ਖਾਸ ਮੁਲਾਕਾਤ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਪੇਜ ਹੈ ਹਿਊਮਨਸ ਆਫ ਬੰਬੇ, ਉਸ ਪੇਜ 'ਤੇ ਤੁਸੀਂ ਜਾਓਗੇ ਤਾਂ ਇੱਕ ਕੁੜੀ ਕੁਲਪ੍ਰੀਤ ਬਰਾੜ ਉਹਨਾਂ ਨੇ ਆਪਣੀ ਕਹਾਣੀ ਲਿਖੀ ਹੋਈ ਆ, ਜਿਹਦੇ ਵਿੱਚ ਉਹ ਲਿਖਦੇ ਨੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਦਰ ਇਸ ਦੁਨੀਆ ਤੋਂ ਚਲੇ ਗਏ ਜਦੋਂ ਮਹਿਜ਼ ਉਹ 14-15 ਸਾਲ ਦੀ ਸੀ। ਉਸ ਤੋਂ ਕੁਝ ਅਰਸੇ ਬਾਅਦ ਹੀ ਉਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਗਏ ਅਤੇ ਇਸ ਚੀਜ਼ 'ਚੋਂ ਹਲੇ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਸੀ ਮਿਲਿਆ ਕਿ ਉਹਨਾਂ ਦੇ ਭਰਾ ਜਿਹੜੇ ਕਿ ਵਿਆਹੇ ਹੋਏ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਅਤੇ ਪਿੱਛੇ ਪਰਿਵਾਰ ਦੇ ਵਿੱਚ ਉਹਨਾਂ ਦੇ ਇੱਕ ਭਰਜਾਈ ਅਤੇ 2 ਬੱਚੇ, ਜਿਨ੍ਹਾਂ ਦੀ ਜ਼ਿੰਮੇਵਾਰੀ ਨੂੰ ਉਹਨਾਂ ਨੇ ਬਖੂਬੀ ਨਿਭਾਇਆ। ਉਹ ਇਸ ਵਕਤ 38 ਵਰ੍ਹਿਆਂ ਦੇ ਨੇ, ਉਹਨਾਂ ਨੇ ਵਿਆਹ ਨਹੀਂ ਕਰਾਇਆ, ਉਹ ਆਪਣੇ ਇਸ ਪਰਿਵਾਰ ਨੂੰ ਦੇਖ ਰਹੇ ਨੇ। ਬਹੁਤ ਹੌਸਲੇ ਨਾਲ ਉਹਨਾਂ ਨੇ ਕੁਦਰਤ ਵੱਲੋਂ ਪਾਈ ਹੋਈ ਇਸ ਮੁਸੀਬਤ ਦੇ ਸਾਹਮਣੇ ਆਪਣੇ ਆਪ ਨੂੰ ਖੜਾ ਕੀਤਾ। ਅੱਜ ਜਦੋਂ ਤੁਸੀਂ ਉਹਨਾਂ ਨੂੰ ਇਸ ਸਟੇਜ 'ਤੇ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਹਰ ਇਨਸਾਨ ਨੂੰ ਇੰਨੀ ਹੀ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਹੈ। ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ ਕਮੀਆਂ ਦੇ ਉੱਪਰ ਪਰਮਾਤਮਾ ਨੂੰ ਸ਼ਿਕਾਇਤਾਂ ਜਾਂ ਸ਼ਿਕਵੇ ਕਰਨ ਲੱਗ ਜਾਂਦੇ ਹਾਂ, ਪਰ ਇਹਨਾਂ ਨਾਲ ਮੁਲਾਕਾਤ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਜੇਕਰ ਤੁਹਾਡੇ ਕੋਲ ਤੰਦਰੁਸਤ ਸਰੀਰ ਹੈ ਤਾਂ ਇਹ ਵੀ ਕੁਦਰਤ ਦੀ ਬਹੁਤ ਵੱਡੀ ਨਿਆਮਤ ਹੈ। ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ, ਮੰਨਣਾ ਚਾਹੀਦਾ। ਜ਼ਰੂਰ ਇਹ ਕਹਾਣੀ ਤੁਹਾਨੂੰ ਸਾਰਿਆਂ ਨੂੰ ਇੰਸਪਾਇਰ ਕਰੇਗੀ। ਆਪਾਂ ਕੁਲਪ੍ਰੀਤ ਬਰਾੜ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਕੀ ਹਾਲ ਆ ਤੁਹਾਡਾ? ਠੀਕ ਹੈ, ਤੁਸੀਂ ਦੱਸੋ? ਮੈਂ ਕਦੇ ਨਹੀਂ ਸੀ ਸੋਚਿਆ ਤੁਹਾਨੂੰ ਫੇਸਬੁੱਕ 'ਤੇ ਦੇਖ ਕੇ ਕਿ ਮਤਲਬ ਤੁਹਾਡੀ ਜ਼ਿੰਦਗੀ ਦੀ ਕੋਈ ਐਵੇਂ ਦੀ ਕਹਾਣੀ ਹੋਊਗੀ, ਹੈ ਨਾ। ਮੈਂ ਹਮੇਸ਼ਾ ਇੰਸਪਾਇਰ ਹੁੰਦੀ ਸੀ ਔਰ ਕਈ ਵਾਰੀ ਸੋਚਦੀ ਹੁੰਦੀ ਸੀ ਕਿ ਯਾਰ ਕੁੜੀ ਕੋਲ ਕਿੰਨਾ ਟਾਈਮ ਹੈ ਨਾ ਖੁਦ ਲਈ। ਅਤੇ ਜਿਹੜੀਆਂ ਕਿ ਮੈਨੂੰ ਲੱਗਦਾ ਆਪਣੀ ਸਟੇਜ 'ਤੇ ਜਿੰਨੀਆਂ ਵੀ ਔਰਤਾਂ ਹੁੰਦੀਆਂ ਨੇ ਉਹਨਾਂ ਲਈ ਇੱਕ ਸੁਪਨਾ ਹੀ ਹੁੰਦਾ ਕਿ ਮੈਂ ਆਪਦੇ ਲਈ ਟਾਈਮ ਕੱਢਾਂ, ਹੈ ਨਾ। ਅਤੇ ਇਸ ਲਈ ਮੈਂ ਸਭ ਤੋਂ ਪਹਿਲਾਂ
ਇਹੀ ਜਾਣਨਾ ਚਾਹੁੰਦੀ ਹਾਂ ਕਿ ਜਿਸ ਚੀਜ਼ ਤੋਂ ਮੈਂ ਪ੍ਰਭਾਵਿਤ ਸੀ ਕਿ ਹੁਣ ਤੁਸੀਂ ਇਸ ਟਾਈਮ 'ਚ ਕੀ ਕਰ ਰਹੇ ਹੋ ਆਪਣੇ ਲਈ। ਜਿਵੇਂ ਆਪਾਂ ਸ਼ਾਇਦ ਕਨੈਕਟ ਹੋਏ ਸੀਗੇ, ਆਪਣਾ ਮੈਸੇਜ ਤੁਹਾਡੇ ਆਉਂਦੇ ਹੁੰਦੇ ਸੀਗੇ, ਹਾਂਜੀ। ਫਿਟਨੈਸ ਦਾ ਹੀ ਮੋਸਟਲੀ ਮੇਰੀਆਂ ਪੋਸਟ ਹੁੰਦੀਆਂ। ਮੈਂ ਮੈਰਾਥਨ ਰਨਰ ਹਾਂ, ਹਾਫ ਮੈਰਾਥਨ ਦਾ ਡਿਸਟੈਂਸ ਹੁੰਦਾ 21 ਕਿਲੋਮੀਟਰਸ। ਹਾਂਜੀ। 21 ਕਿਲੋਮੀਟਰ ਤੁਸੀਂ ਮਤਲਬ ਵਿਦਿਨ 2 ਆਵਰਸ, ਸਵਾ 2 ਘੰਟੇ ਐਵੇਂ ਕਵਰ ਕਰਨੀ ਹੁੰਦੀ ਹੈ। ਸੈਕਿੰਡਲੀ ਉਹ ਤੋਂ ਬਾਅਦ ਮੇਰਾ ਸੈਕਿੰਡ ਪੈਸ਼ਨ ਹੈਗਾ ਸਾਈਕਲਿੰਗ 'ਚ ਮੇਰਾ ਹੈਗਾ ਜਿਵੇਂ 200 ਕਿਲੋਮੀਟਰ, 300, 400, 600 ਕਰਨੀ ਸੀਗੀ, ਬਟ ਅਨਫੋਰਚੂਨੇਟਲੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਤਾਂ ਸਾਈਕਲਿੰਗ ਇੱਕ ਪੈਸ਼ਨ ਹੈ। ਮੈਂ ਸਰਟੀਫਾਈਡ ਯੋਗਾ ਟ੍ਰੇਨਰ ਹਾਂ, ਮੈਂ ਨਿਊਟ੍ਰੀਸ਼ਨਿਸਟ ਹਾਂ, ਅਤੇ ਉਹ ਤੋਂ ਬਾਅਦ ਨਾਲ ਮੈਨੂੰ ਲੱਗਦਾ ਕਿ ਫਿਟਨੈਸ ਮੇਰਾ ਇੱਕ ਪੈਸ਼ਨ ਹੀ ਆ। ਐਜੂਕੇਸ਼ਨ ਵਾਈਜ਼ ਮੇਰੀ MBA HR 'ਚ ਹੈ। ਮੈਂ ਜੌਬ ਕੀਤੀ ਹੈ ਹਸਪੀਟਲ ਐਜ਼ ਅ HR ਮੈਨੇਜਰ, ਬਟ ਜਦੋਂ ਮੈਨੂੰ ਲੱਗਿਆ ਕਿ ਨਹੀਂ ਮੇਰਾ ਪੈਸ਼ਨ ਕੁਛ ਹੋਰ ਡਿਫਰੈਂਟ ਆ, ਤਾਂ ਮੈਂ ਇਸ ਚੀਜ਼ ਨੂੰ ਅਪਣਾਇਆ ਆਪਣੀ ਲਾਈਫ 'ਚ। ਅਤੇ ਹੁਣ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ, ਕਿਉਂਕਿ ਹੁਣ ਤਾਂ ਚਲੋ ਬਹੁਤ ਇੱਕ ਤਰ੍ਹਾਂ ਨਾਲ ਟਰੈਂਡ ਹੋ ਗਿਆ ਕਿ ਕੁੜੀਆਂ ਇਸ ਫੀਲਡ 'ਚ ਆ ਰਹੀਆਂ ਨੇ, ਹੈ ਨਾ। ਹਾਂਜੀ। ਅਤੇ ਨਹੀਂ ਤਾਂ ਮੈਨੂੰ ਲੱਗਦਾ ਤੁਸੀਂ ਬਠਿੰਡੇ ਤੋਂ ਹੈ ਨਾ। ਹਾਂਜੀ। ਅਤੇ ਇਹ ਕਹਿ ਦਿੰਦੇ ਆ ਵੀ ਖਾਸ ਕਰਕੇ ਆਪਣੇ ਇੱਧਰਲੇ ਏਰੀਏ ਨੇ ਜਿਹੜੇ ਬਠਿੰਡਾ ਸਾਈਡ ਹੈ ਨਾ। ਅਤੇ ਆਪਾਂ ਵੀ ਜਦੋਂ ਛੋਟੇ ਹੁੰਦੇ ਸੀ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਔਰਤਾਂ ਨਾ ਸਿਰਫ ਘਰ 'ਚ ਕੰਮਕਾਰ ਕਰਨ ਲਈ ਬਣੀਆਂ ਹੋਈਆਂ ਨੇ ਨਾ, ਜਾਂ ਵੱਧ ਤੋਂ ਵੱਧ ਜੋਬ ਕਰਨ ਲਈ। ਇਸ ਫੀਲਡ ਲਈ ਤਾਂ ਆਪਾਂ ਬਹੁਤ ਘੱਟ ਇਮੈਜਿਨ ਕਰ ਸਕਦੇ ਹਾਂ ਨਾ। ਹਾਂਜੀ। ਅਤੇ ਕਿਵੇਂ ਦਾ ਰਿਸਪੌਂਸ ਤੁਹਾਨੂੰ ਆਲੇ ਦੁਆਲੇ, ਮਤਲਬ ਹੁਣ ਆਪਣੀ ਜਗ੍ਹਾ ਜਿਹੜੀ ਕਿਵੇਂ ਦੀ ਮਹਿਸੂਸ ਹੁੰਦੀ ਹੈ? ਬਹੁਤ ਅੱਛਾ ਲੱਗਦਾ ਹੈ। ਮਤਲਬ ਲੋਕ ਜਦੋਂ ਹੁਣ ਬਠਿੰਡੇ, ਵੈਸੇ ਤਾਂ ਮੈਂ ਹੁਣ ਅੱਜ ਕੱਲ੍ਹ ਮੋਹਾਲੀ ਰਹਿੰਦੀ ਹਾਂ, ਬਟ ਜਦੋਂ ਵੀ ਬਠਿੰਡੇ ਜਾਈਦਾ ਉੱਥੇ ਵੀ ਮੋਰਨਿੰਗ ਰਨ ਰੂਟੀਨ ਮੇਰਾ ਉਹੀ ਹੈ ਕਿ ਮੇਰੀ ਹਮੇਸ਼ਾ ਮੋਰਨਿੰਗਸ ਜਦੋਂ ਵੀ ਸਵੇਰ ਸਟਾਰਟ ਹੁੰਦੀ ਹੈ ਮੋਰਨਿੰਗ ਰਨਿੰਗ ਤੋਂ ਜਾਂ ਫਿਰ ਸਾਈਕਲਿੰਗ ਤੋਂ। ਮੈਨੂੰ ਸਨਰਾਈਜ਼ਿਸ ਕਹਿੰਦੇ ਨਾ, ਮੈਂ ਦੇਖਣਾ ਬਹੁਤ ਪਸੰਦ ਹੈ, ਚੜ੍ਹਦਾ ਸੂਰਜ, ਡੁੱਬਦਾ ਸੂਰਜ, ਇਹ ਚੀਜ਼ਾਂ ਮੈਨੂੰ ਲਾਈਫ 'ਚ ਬਹੁਤ ਮੋਟੀਵੇਟ ਕਰਦੀਆਂ। ਤਾਂ ਉੱਥੇ ਜਾਈਦਾ, ਅੱਜ ਕੱਲ੍ਹ ਬਠਿੰਡੇ ਵੀ ਜਾਈਦਾ। ਉੱਥੇ ਹੁਣ ਫੀਮੇਲਸ ਦਾ ਬਹੁਤ ਚੇਂਜ ਹੋ ਚੁੱਕਿਆ ਹੈ, ਬਹੁਤ ਫੀਮੇਲ ਰਾਈਡਰਸ ਵੀ ਆ ਗਏ, ਸਾਈਕਲਿੰਗ 'ਚ ਬਹੁਤ ਫੀਮੇਲਸ ਆ ਗਈਆਂ। ਫਿਰ ਇੱਕ 2017 ਔਰ 2018 'ਚ ਮੈਂ ਨਾ ਇੱਕ ਰਨ ਕਰਵਾਈ ਸੀ, ਮੈਰਾਥਨ ਕਰਵਾਈ ਸੀਗੀ ਕਿਸੇ ਨਾਲ ਮਿਲ ਕੇ ਉੱਥੇ ਬਠਿੰਡੇ, ਜਿਹਦਾ ਅਸੀਂ ਰੱਖਿਆ ਸੀਗਾ ਰਨ ਟੂ ਫਾਈਟ ਅਗੇਂਸਟ ਕੈਂਸਰ। ਕਿਉਂਕਿ ਮੈਂ ਜਿਵੇਂ ਮੇਰੇ ਫਾਦਰ ਸਾਹਿਬ, ਆਈ ਲੋਸਟ ਹਿਮ, ਕੈਂਸਰ ਕਰਕੇ ਹੀ ਉਹਨਾਂ ਦੀ ਡੈਥ ਹੋਈ ਸੀਗੀ। ਤਾਂ ਅਸੀਂ ਉਸ ਕਰਕੇ ਜਦੋਂ ਮੈਰਾਥਨ ਕਰਵਾਈ ਤਾਂ ਆਲ ਓਵਰ ਇੰਡੀਆ ਤੋਂ ਰਨਰਸ ਆਈਆਂ, ਫੀਮੇਲ ਰਨਰਸ ਵੀ ਆਈਆਂ। ਤਾਂ ਉਸ ਚੀਜ਼ ਨੇ ਇੰਨਾ ਕੁ ਚੇਂਜ ਲੈ ਕੇ ਆਂਦਾ ਬਠਿੰਡੇ ਜ਼ਿਲ੍ਹੇ 'ਚ ਕਿ ਇੰਨੀਆਂ ਫੀਮੇਲ ਰਨਰਸ ਨੂੰ ਰੋਡ 'ਤੇ ਸੁਬਾਹ ਭੱਜਦੇ ਦੇਖ ਰਹੇ ਆ ਲੋਕ, ਐਵੇਂ 21 ਕਿਲੋਮੀਟਰ ਭੱਜ ਰਹੀਆਂ, ਕੋਈ 10 ਕਿਲੋਮੀਟਰ, ਕੋਈ 5 ਕਿਲੋਮੀਟਰ। ਤਾਂ ਉਸ ਚੀਜ਼ ਨੇ ਬੜਾ ਇੱਕ ਵਾਰ ਤਾਂ ਬਹੁਤ ਚੇਂਜ ਲੈ ਕੇ ਆਂਦਾ। ਹੁਣ ਜਦੋਂ ਮੈਂ ਬਠਿੰਡੇ ਜਾਣੀ, ਪਹਿਲਾਂ ਸ਼ੁਰੂ 'ਚ ਮੈਨੂੰ ਬਹੁਤ ਔਖਾ ਲੱਗਦਾ ਸੀਗਾ, ਐਵੇਂ ਲੱਗਦਾ ਹੁੰਦਾ ਸੀ ਹਾਏ ਲੋਕ ਕੀ ਸੋਚਣਗੇ ਕਿ ਇਹ ਤਾਂ ਕਮਲਿਆਂ ਵਾਂਗੂ ਭੱਜੀ ਜਾਂਦੀ ਹੈ। ਕਿਉਂਕਿ ਲੌਂਗ ਡਿਸਟੈਂਸ ਰਨਿੰਗ 'ਚ ਨਾ ਤੁਸੀਂ ਕਮਲਿਆਂ ਵਾਂਗੂ ਹੀ ਲੱਗਦੇ ਹੋ ਭੱਜਦੇ, ਜਿਹੜਾ ਨਹੀਂ ਭੱਜਦਾ ਉਹਨੂੰ ਲੱਗਦਾ ਲੈ ਘੰਟਾ ਉਹੀ ਭੱਜੀ ਜਾਣਾ, ਕੀ ਕਰਦੀਆਂ। ਔਰ ਫਿਰ ਤੁਹਾਡੇ ਥੋੜ੍ਹਾ ਜਿਹਾ ਡਰੈਸ ਉਵੇਂ ਦੀ ਹੁੰਦੀ ਹੈ, ਸਪੋਰਟਸ ਡਰੈਸਿਸ ਉਵੇਂ ਦੀਆਂ ਆ ਗਈਆਂ। ਬਟ ਹੁਣ ਜਦੋਂ ਜਾਈਦਾ ਹੁਣ ਤਾਂ ਬਹੁਤ ਫਰਕ ਲੱਗਦਾ, ਹੁਣ ਬਹੁਤ ਅੱਛਾ ਵੀ ਲੱਗਦਾ ਉੱਥੇ ਜਾ ਕੇ, ਫੀਮੇਲਸ ਨੂੰ ਦੇਖੀਦਾ ਉਵੇਂ ਹੀ ਫਿਟਨੈਸ। ਅਤੇ ਮੈਂ ਜਿਵੇਂ ਹੈ ਨਾ, ਆਪਾਂ ਗੱਲ ਕੀਤੀ ਸੀਗੀ ਫੋਨ 'ਤੇ, ਆਪਾਂ ਗੱਲ ਕਰ ਰਹੇ ਸੀਗੇ, ਅਸੀਂ ਆਪ ਵੀ ਇਹ ਚੀਜ਼ ਦਾ ਤਜਰਬਾ ਕਰਦੇ ਹਾਂ ਕਿ ਬਹੁਤ ਵਾਰੀ ਜ਼ਿੰਦਗੀ 'ਚ ਸਾਰਾ ਕੁਝ ਚੰਗਾ ਹੁੰਦਾ ਨਾ, ਤੁਸੀਂ ਵਧੀਆ ਕਮਾ ਵੀ ਰਹੇ ਹੁੰਦੇ ਹੋ, ਵਧੀਆ ਘਰ ਵੀ ਰਹਿ ਰਹੇ ਹੁੰਦੇ ਹੋ, ਬਹੁਤ ਸਭ ਕੁਝ ਮਤਲਬ ਤੁਹਾਡੇ ਕੋਲ ਹੁੰਦਾ, ਸਰੀਰਕ ਤੌਰ 'ਤੇ ਵੀ ਤੰਦਰੁਸਤ ਹੁੰਦੇ ਆ। ਪਰ ਅੱਜ ਹੁਣ ਦਾ ਟਾਈਮ ਇਹ ਹੈ ਕਿ ਹਰ ਬੰਦਾ ਕਹਿੰਦਾ ਮੈਂ ਡਿਪਰੈਸ਼ਨ 'ਚ ਹਾਂ, ਹੈ ਨਾ, ਮੈਂ ਬਹੁਤ ਦਿਮਾਗੀ ਤੌਰ 'ਤੇ ਮੈਂ ਬਹੁਤ ਪ੍ਰੈਸ਼ਰ ਮਹਿਸੂਸ ਕਰਦਾ। ਪਰ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਵਾਕਈ ਮੈਨੂੰ ਆਪਣੇ ਲਈ ਵੀ ਇਹੀ ਚੀਜ਼ ਲੱਗੀ ਸੀਗੀ ਕਿ ਜੇ ਮੈਂ ਚੰਗੀ ਤਰ੍ਹਾਂ ਤੁਰ ਫਿਰ ਸਕਦੀ ਹਾਂ ਨਾ, ਤਾਂ ਮੈਨੂੰ ਤਾਂ ਪਰਮਾਤਮਾ ਦਾ ਇਸੇ ਚੀਜ਼ ਲਈ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਨਾ। ਅਤੇ ਆਪਾਂ ਤੁਹਾਡੀ ਜ਼ਿੰਦਗੀ 'ਤੇ ਆਉਂਦੇ ਹਾਂ ਕਿ ਬਹੁਤ ਛੋਟੀ ਜਿਹੀ ਉਮਰ 'ਚ ਨਾ ਤੁਸੀਂ ਐਡੀ ਵੱਡੀ ਟ੍ਰੈਜਡੀ ਨੂੰ ਫੇਸ ਕੀਤਾ। 15-16 ਸਾਲ ਦੀ ਸੀਗੀ। ਮਦਰ ਦੀ ਤਾਂ ਸਡਨ ਡੈਥ ਹੋਈ ਸੀ ਉਹਨਾਂ ਦੀ, ਕਿ ਸੁਬਾਹ ਉੱਠੇ ਉਹਨਾਂ ਨੂੰ ਹਸਪੀਟਲ, ਜਦੋਂ ਮੈਂ ਤਾਂ ਸੁੱਤੀ ਪਈ ਸੀਗੀ ਤਾਂ ਸੁਬਾਹ ਲੈ ਕੇ ਗਏ ਹਸਪੀਟਲ, ਘੰਟੇ ਬਾਅਦ ਡੈਡ ਬੋਡੀ ਆ ਰਹੀ ਹੈ ਘਰੇ। ਮਤਲਬ ਮੈਂ ਇਹੋ ਜਿਹਾ ਮੈਨੂੰ ਪਾਲਦੇ ਹੁੰਦੇ ਸੀ ਕਿ ਪਾਣੀ ਦਾ ਗਲਾਸ ਚੱਕ ਕੇ ਨਹੀਂ ਕਦੇ ਆਪਣੇ ਆਪ ਪੀਤਾ ਸੀ, ਤਾਂ ਇੱਕਦਮ ਤੁਹਾਡੇ ਸਾਹਮਣੇ ਐਵੇਂ ਆਵੇ ਸੀਨ ਕਿ ਤੁਹਾਡੇ ਮਦਰ ਐਵੇਂ ਆ ਰਿਹਾ, ਤਾਂ ਉਸ ਚੀਜ਼ ਨੇ ਮੇਰੀ ਲਾਈਫ ਇੱਕ ਵਾਰ ਬਿਲਕੁਲ ਚੇਂਜ ਕੀਤੀ। ਕਿੰਨੇ ਸਾਲ ਦੇ ਸੀ ਤੁਸੀਂ? ਉਦੋਂ ਮੈਂ 15-16 ਸਾਲ ਦੀ ਸੀ, 15 ਸਾਲ ਦੀ। ਅਤੇ ਇੱਕ ਤੁਹਾਡੇ ਭਰਾ ਹੈ ਨਾ? ਹਾਂਜੀ। ਤੁਹਾਡੇ ਫਾਦਰ ਸਾਹਿਬ ਉਸ ਵਕਤ, ਮਤਲਬ ਮੈਨੂੰ ਲੱਗਦਾ ਹੁੰਦਾ ਕਿ 15-16 ਸਾਲ ਦੀ ਉਮਰ 'ਚ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਮਾਂ ਦੀ ਜ਼ਰੂਰਤ ਹੁੰਦੀ ਹੈ ਨਾ। ਬਿਲਕੁਲ। ਅਤੇ ਅਗਲੀ ਟ੍ਰੈਜਡੀ ਫਿਰ ਤੁਹਾਡੇ ਫਾਦਰ ਸਾਹਿਬ ਵਾਲੀ ਹੋਈ ਹੈ ਨਾ। ਅਤੇ ਉਸ ਦਰਮਿਆਨ ਜਿਵੇਂ ਤੁਸੀਂ ਕਿਹਾ ਸੀਗਾ ਕਿ ਮੈਨੂੰ ਡਿਪਰੈਸ਼ਨ ਵੀ ਹੋਇਆ ਉਸ ਟਾਈਮ, ਹੈ ਨਾ, ਐਨਜ਼ਾਈਟੀ ਹੁੰਦੀ ਸੀ, ਕਿਵੇਂ ਦਾ ਟਾਈਮ ਸੀਗਾ ਉਹ ਸਾਰਾ?
ਉਦੋਂ ਇੱਕ ਵਾਰੀ ਤਾਂ ਤੁਸੀਂ ਦੇਖੋ, ਇੱਕ ਤਾਂ ਮੈਂ ਆਪਣੇ ਨਾ ਪੇਰੈਂਟਸ ਦੀ ਮੈਰਿਜ ਤੋਂ ਬਹੁਤ ਲੇਟ ਹੋਈ ਸੀਗੀ, ਕਹਿੰਦੇ ਹੁੰਦੇ ਨਾ 15-16 ਸਾਲ ਬਾਅਦ ਹੋਈ ਸੀਗੀ। ਸੁੱਖਾਂ ਸੁੱਖ ਕੇ, ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਆ, ਸੁੱਖਾਂ ਸੁੱਖ ਕੇ ਲੈਣਾ। ਫਿਰ ਉਹਨਾਂ ਨੂੰ ਆਏ ਸੀ ਵੀ ਸਾਡੇ ਬੇਟੀ ਹੋਵੇ। ਤਾਂ ਮੈਨੂੰ ਬਹੁਤ ਹੀ ਲਾਡਾਂ ਜਾਂ ਨਾਲ ਰੱਖਿਆ ਹੋਇਆ। ਤਾਂ ਇੱਕਦਮ ਮੈਨੂੰ ਲੱਗਿਆ ਸੀ ਕਿ ਦੁਨੀਆ ਮੇਰੀ ਤਾਂ ਖ਼ਤਮ ਹੋ ਗਈ, ਕਿ ਤੁਹਾਨੂੰ ਘਰੇ ਕੌਣ ਰਹਿ ਗਏ, ਬ੍ਰਦਰ ਔਰ ਪਾਪਾ ਸੀਗੇ। ਮੈਨੂੰ ਹੋਸਟਲ ਭੇਜਤਾ ਜੀ, ਕਿ ਸਾਰੇ ਸਮਝਾਉਣ ਲੱਗ ਗਏ ਕੁੜੀ ਹੈ, ਚਲੋ ਵਧੀਆ ਰਹੂਗੀ ਉੱਥੇ। ਪਰ ਮੈਨੂੰ ਇਹ ਲੱਗਦਾ ਕਿ ਉਹ ਰਾਈਟ ਡਿਸੀਜਨ ਨਹੀਂ ਸੀ, ਕਿਉਂਕਿ ਇੱਕਦਮ ਮਦਰ ਨੂੰ ਆਪਣਿਆਂ ਨੂੰ ਮੈਂ ਹੈ ਨਾ ਵੀ ਇੱਕ ਵਾਰੀ ਉਹਨਾਂ ਦਾ ਪਹਿਲਾਂ ਤਾਂ ਘਾਟਾ ਸੀ, ਫਿਰ ਆਪਣੇ ਫਾਦਰ ਨੂੰ ਵੀ ਛੱਡ ਕੇ ਜਾਣਾ, ਬ੍ਰਦਰ ਨੂੰ ਘਰ ਦਾ ਮਾਹੌਲ ਹੀ ਚੇਂਜ ਹੋ ਗਿਆ। ਤਾਂ ਮੈਨੂੰ ਉੱਥੇ ਐਨਜ਼ਾਈਟੀ ਅਟੈਕਸ ਆਉਣ ਲੱਗ ਗਏ। ਹੋਸਟਲ ਜਾਣਾ, ਬੈਠੇ ਬੈਠੇ ਡਿੱਗ ਪੈਣਾ, ਸਾਰਾ ਦਿਨ ਰੋਈ ਜਾਣਾ। ਕੁੜੀਆਂ ਨੇ ਨਾਲ ਦੀਆਂ ਰੂਮਮੇਟਸ ਨੇ ਵਾਰਡਨ ਕੋਲੇ ਜਾ ਕੇ ਕੰਪਲੇਂਟ ਕਰਨੀ ਕਿ ਇਹਦੇ ਨਾਲ ਅਸੀਂ ਰੂਮ ਨਹੀਂ ਸ਼ੇਅਰ ਕਰਨਾ, ਇਹ ਤਾਂ 24 ਘੰਟੇ ਰੋਂਦੀ ਹੈ, ਇਹਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ। ਤਾਂ ਉਹ ਮੇਰੇ ਲਈ ਬਹੁਤ ਔਖਾ ਫੇਸ ਸੀਗਾ। 24 ਘੰਟੇ ਮੇਰਾ ਧਿਆਨ ਇਹ ਰਹਿਣਾ ਪਿੱਛੇ ਕਿ ਪਾਪਾ ਠੀਕ ਹੋਣ, ਕਿਉਂਕਿ ਤੁਹਾਨੂੰ ਨਾ ਜਦੋਂ ਤੁਸੀਂ ਇੱਕ ਵੀ ਫੈਮਿਲੀ ਮੈਂਬਰ ਜਾਂਦਾ ਤਾਂ ਤੁਹਾਨੂੰ ਪਿੱਛੇ ਦੀ ਪੈ ਜਾਂਦੀ ਹੈ ਵੀ ਉਹ ਠੀਕ ਰਹਿਣੇ ਚਾਹੀਦੇ ਹੈ, ਉਹ ਠੀਕ ਰਹਿਣ। ਔਰ ਕੁੜੀਆਂ ਦੀ ਅਟੈਚਮੈਂਟ ਆਪਣੀ ਹੁੰਦੀ ਜ਼ਿਆਦਾ ਹੈ ਨਾ ਫਾਦਰ ਸਾਹਿਬ ਨਾਲ। ਤਾਂ ਮੈਨੂੰ ਲੱਗਣਾ ਕਿ ਸ਼ਾਇਦ ਮੈਨੂੰ ਲੈ ਵੀ ਜਾਣਗੇ। ਮੈਨੂੰ ਇਹ ਵੀ ਭੁਲੇਖਾ ਹੁੰਦਾ ਸੀ ਕਿ ਜੇ ਮੈਂ ਐਵੇਂ ਜ਼ਿਆਦਾ ਬਿਮਾਰ ਰਹੂੰਗੀ ਤਾਂ ਮੈਨੂੰ ਸ਼ਾਇਦ ਹੋਸਟਲ ਤੋਂ ਵਾਪਸ ਲੈ ਜਾਣਗੇ। ਪਰ ਨਹੀਂ, ਮੇਰੇ ਫਾਦਰ ਵੀ ਬਹੁਤ ਸਟਰੋਂਗ ਹੈਡਡ। ਉਹਨਾਂ ਨੇ ਮੈਨੂੰ ਕਹਿਤਾ ਸੀ ਕਿ ਜੇ ਤੈਨੂੰ ਪੜ੍ਹਨਾ ਹੈ ਤਾਂ ਤੈਨੂੰ ਹੋਸਟਲ ਹੀ ਰਹਿਣਾ ਪੈਣਾ। ਤਾਂ ਉਹ ਮੇਰੇ ਲਈ ਬਹੁਤ ਹੀ 1-2 ਸਾਲ ਮੈਂ ਬਹੁਤ ਔਖੀ ਰਹੀ ਹਾਂ। ਕੋਈ ਪੜ੍ਹਨਾ ਨਹੀਂ ਹੁੰਦਾ ਸੀ। ਬਸ ਮੈਨੂੰ ਇੰਨਾ ਕੁ ਯਾਦ ਹੈ, ਥੋੜ੍ਹੇ ਕੁ ਦਿਨਾਂ ਬਾਅਦ ਡਾਕਟਰਾਂ ਕੋਲ ਚਲੇ ਜਾਣਾ, ਫਿਰ ਮੇਰਾ ਟਰੀਟਮੈਂਟ ਚੱਲਣਾ, 2-3 ਦਿਨ ਐਡਮਿਟ ਰਹਿਣਾ, ਐਨਜ਼ਾਈਟੀ ਅਟੈਕਸ ਆਉਣੇ, ਖੜੇ ਡਿੱਗ ਪੈਣਾ, 3 ਦਿਨ ਰੋਟੀ ਨਾ ਖਾਣੀ। ਈਵਨ ਹੋਸਟਲ 'ਚ ਮੈਂ ਨਹਾਉਣਾ ਹੀ ਨਾ, 3 ਦਿਨ 4 ਦਿਨ ਨਹਾਉਣਾ ਹੀ ਨਾ। ਵਾਰਡਨ ਨੇ ਕੰਪਲੇਂਟਸ ਕਰਨੀਆਂ ਕਿ ਤੁਸੀਂ ਲੈ ਕੇ ਜਾਓ। ਕਦੇ ਮੇਰੇ ਪਾਪਾ ਲੈ ਆਉਂਦੇ 2 ਦਿਨ 3 ਦਿਨ, ਫਿਰ ਸਮਝੂ ਕੇ ਭੇਜਦੇ ਵੀ ਨਹੀਂ, ਤੈਨੂੰ ਵਾਪਸ ਉੱਥੇ ਹੀ ਜਾਣਾ ਹੈ, ਵੀ ਤੈਨੂੰ ਲਾਈਫ ਬਣਾਉਣੀ ਪੈਣੀ, ਤੈਨੂੰ ਇੰਡੀਪੈਂਡੈਂਟ ਹੋਣਾ ਪੈਣਾ। ਸੋ ਉਹ ਬਹੁਤ ਹੀ ਔਖਾ ਫੇਸ ਸੀਗਾ ਸਟਾਰਟਿੰਗ 'ਚ ਤਾਂ। ਤੇ ਅੰਕਲ ਦੇ ਟਾਈਮ ਤੁਸੀਂ ਕਿੰਨੇ ਕੁ ਸਾਲ ਦੇ ਸੀਗੇ? ਪਾਪਾ ਦੇ ਟਾਈਮ ਮੈਂ ਜੌਬ ਕਰ ਰਹੀ ਸੀ, ਮੇਰੀ ਫਰਸਟ ਜੌਬ ਸੀਗੀ। ਬਟ ਉਹਨਾਂ ਨੂੰ ਮੇਰੇ ਜਦੋਂ ਮਦਰ ਤੋਂ ਬਾਅਦ ਹੀ 2 ਸਾਲ ਬਾਅਦ ਹੀ ਡਾਇਗਨੋਸ ਹੋ ਗਿਆ ਸੀਗਾ ਕੈਂਸਰ। ਉਹਨਾਂ ਨੂੰ ਬਲੱਡ ਕੈਂਸਰ ਸੀਗਾ। ਤਾਂ ਫਸਟ ਸਟੇਜ ਡਾਇਗਨੋਸ ਹੋ ਗਿਆ ਸੀਗਾ। ਤਾਂ ਸਾਨੂੰ ਡਾਕਟਰਸ ਨੇ ਕਿਹਾ ਕਿ ਬਲੱਡ ਕੈਂਸਰ ਪਹਿਲਾਂ ਤਾਂ ਇੰਨਾ ਉਹ ਨਹੀਂ ਹੁੰਦਾ, ਕਿ ਇਹਨਾਂ ਕੋਲ ਟਾਈਮ ਘੱਟ ਨਹੀਂ ਹੈਗਾ ਕਿ ਉਹ ਸਰਵਾਈਵ ਕਰ ਸਕਦੇ, ਉਹਨਾਂ ਨੂੰ 10-15 ਸਾਲ ਕੱਟ ਸਕਦੇ ਜੇ ਦਵਾਈਆਂ ਲੈਂਦੇ ਰਹਿਣ। ਤਾਂ ਮੇਰੇ ਪਾਪਾ ਨੇ ਵੀ ਕਿਹਾ ਵੀ ਨਹੀਂ, ਮੈਂ ਤੇਰੇ ਵਾਸਤੇ ਲਊਂਗਾ, ਮੈਂ ਜਿਉਂਦੇ ਰਹਿਣਾ। ਤਾਂ ਇੱਕ ਦੂਜੇ ਨੂੰ ਸਪੋਰਟ ਹੀ ਹੁੰਦੀ ਹੈ ਫੈਮਿਲੀ 'ਚ, ਹੈ ਨਾ, ਵੀ ਨਹੀਂ ਮੈਂ ਤੇਰੇ ਕਰਕੇ ਦਵਾਈਆਂ ਲਊਂਗਾ, ਬਟ ਤੈਨੂੰ ਪੜ੍ਹਨਾ ਹੈ। ਮੈਨੂੰ ਇੱਕ ਹੀ ਚੀਜ਼ ਸਿਖਾਈ ਜਾਂਦੀ ਸੀ, ਤੈਨੂੰ ਇੰਡੀਪੈਂਡੈਂਟ ਹੋਣਾ। ਤਾਂ ਉਹ ਤੋਂ ਬਾਅਦ ਜਦੋਂ ਫਾਦਰ ਸਾਹਿਬ ਦਾ ਕੈਂਸਰ ਦਾ ਪਤਾ ਲੱਗਿਆ, ਫਿਰ ਉਹਨਾਂ ਦੀ ਹੌਲੀ ਸੈਕਿੰਡ ਸਟੇਜ ਆ ਗਈ। ਮੇਰੀ ਸਕੂਲਿੰਗ ਸਾਰੀ ਹੈਗੀ ਹੈ, ਪਹਿਲਾਂ ਤਾਂ ਹੈਗੀ ਫਿਰੋਜ਼ਪੁਰ ਹੈਗਾ ਦੇਵ ਸਮਾਜ ਗਰਲਸ ਕਾਲਜ, ਉੱਥੇ ਹੋਸਟਲ ਦੀ ਹੈ। ਉਹ ਤੋਂ ਬਾਅਦ ਮੈਨੂੰ ਲੱਗਣ ਲੱਗਾ ਜਦੋਂ ਮੇਰੇ ਫਾਦਰ ਸੈਕਿੰਡ ਸਟੇਜ ਕੈਂਸਰ ਆ ਗਈ ਤਾਂ ਮੈਨੂੰ ਬਠਿੰਡੇ ਸ਼ਿਫਟ ਕੀਤਾ। SSD ਵੂਮਨਸ ਕਾਲਜ ਹੈਗਾ, ਉੱਥੇ ਮੈਂ ਆਪਣਾ ਕੀਤਾ, IT ਫੀਲਡ 'ਚ ਹੀ ਕੀਤੀ ਗ੍ਰੈਜੂਏਸ਼ਨ। ਮੈਨੂੰ ਨੇੜੇ ਇਸ ਲਈ ਲਿਆਏ ਕਿ ਮੈਂ ਕਿਆ ਕਰਾਂ, ਮੈਨੂੰ ਨੇੜੇ ਫਿਰ ਵੀ ਕਿੱਥੇ ਫਿਰੋਜ਼ਪੁਰ ਤੋਂ ਚੱਲ ਕੇ ਆਉਣਾ ਬਠਿੰਡੇ, ਔਰ ਕਿੱਥੇ ਬਠਿੰਡੇ ਹੋਸਟਲ 'ਚ। ਪਰ ਮੇਰਾ ਬਠਿੰਡੇ ਤੋਂ ਪਿੰਡ ਸਿਰਫ 10 ਕਿਲੋਮੀਟਰ ਹੈ। ਪਰ ਫਿਰ ਵੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਹੋਸਟਲ ਹੀ ਰੱਖਿਆ ਕਿ ਨਹੀਂ, ਤੈਨੂੰ ਹੋਸਟਲ ਹੀ ਰਹਿਣਾ ਹੈ, ਕਿ ਤੈਨੂੰ ਉੱਥੇ ਸਟੱਡੀ ਦਾ ਸੌਖਾ ਹੈ, ਸਾਰਾ ਸੌਖਾ ਹੈ। ਔਰ ਮੈਂ ਉੱਥੇ ਫਿਰ ਵੀ ਰਹਿਣਾ, ਪਰ ਮੈਨੂੰ ਇਹ ਈਜ਼ੀ ਸੀਗਾ ਕਿ ਕਦੇ ਜਲਦੀ ਘਰੇ ਆ ਜਾਣਾ, ਵਿੱਚ ਦੀ ਮਿਲਣ ਆ ਜਾਣਾ। ਫਿਰ ਮੇਰੇ ਫਾਦਰ ਸਾਹਿਬ ਨੇ ਡਿਸੀਜਨ ਲਿਆ, ਮੈਂ ਐਨੀਮੇਸ਼ਨ ਦਾ ਕੀਤਾ ਕੋਰਸ, ਜਿਹੜਾ ਬਹੁਤ ਡਿਫਰੈਂਟ ਲਾਈਨ ਸੀ। ਔਰ ਮੇਰੀ ਨਾ ਉਹ ਸਟੇਜ ਆ ਚੁੱਕੀ ਸੀ ਕਿ ਮੈਂ ਕਦੇ ਜ਼ਿੱਦ ਨਹੀਂ ਕਰਦੀ ਹੁੰਦੀ ਸੀਗੀ, ਕਿ ਜਿਵੇਂ ਉਹਨਾਂ ਨੇ ਕਹਿ ਤਾ ਠੀਕ ਹੈ। ਮੈਨੂੰ ਉਹਨਾਂ ਨੇ ਕਿਹਾ ਕਿ ਬਠਿੰਡੇ ਤੂੰ ਬਹੁਤ ਪੜ੍ਹ ਲਈ, ਹੁਣ ਤੈਨੂੰ ਮਾਸਟਰਸ ਵਾਸਤੇ ਨਾ ਕਿਸੇ ਹੋਰ ਸਿਟੀ ਜਾਣਾ ਹੈ। ਕਹਿੰਦੇ ਜਿੰਨਾ ਇੱਥੋਂ ਸਿੱਖਣਾ ਸੀਗਾ ਤੂੰ ਸਿੱਖ ਲਿਆ। ਮੇਰੇ ਫਾਦਰ ਸਾਹਿਬ MA ਸੀਗੇ, ਪੜ੍ਹੇ ਲਿਖੇ ਸੀ। ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਇੱਕ ਸਿਟੀ 'ਚ ਬੰਦਾ ਇੱਕ ਜਗ੍ਹਾ ਟਿਕ ਕੇ ਗ੍ਰੈਜੂਏਸ਼ਨ ਹੋਊਗੀ, ਤੈਨੂੰ ਮਾਸਟਰਸ ਲਈ ਹੁਣ ਕਿਤੇ ਵੀ ਜਾਂ ਤਾਂ ਤੂੰ ਪਟਿਆਲੇ ਜਾ, ਜਾਂ ਤੈਨੂੰ ਬਾਹਰ ਸਟੱਡੀਜ਼ ਲਈ ਜਾਣਾ, ਵੀ ਜਿੱਥੇ ਵੀ ਜਾਣਾ ਤੂੰ ਚੋਇਸ ਕਰ। ਤਾਂ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਐਨੀਮੇਸ਼ਨ ਕੋਰਸ ਹੈ, ਨਵਾਂ ਫੀਲਡ ਹੈ, ਤੁਸੀਂ ਜੇ ਮੈਨੂੰ ਕਹਿੰਦੇ ਤੂੰ ਕਰਨਾ। ਮੈਂ ਬੜਾ ਹੀ, ਮੈਨੂੰ ਨਾ ਹੁੰਦਾ ਸੀ ਮੈਥੋਂ ਹਰਟ ਨਾ ਹੋ ਜਾਣ, ਤੁਹਾਨੂੰ ਡਰ ਰਹਿੰਦਾ 24 ਘੰਟੇ ਮਨ 'ਚ ਨਾ, ਵੀ ਕਿਤੇ ਤੁਹਾਡੀ ਕਿਸੇ ਗੱਲ ਤੋਂ ਤੁਹਾਡੇ ਫਾਦਰ ਹਰਟ ਨਾ ਹੋ ਜਾਣ। ਮੈਂ ਕਿਹਾ ਨਹੀਂ, ਵੀ ਜਿਵੇਂ ਤੁਸੀਂ ਕਹੋਗੇ ਮੈਂ ਚਲੀ ਜਾਂਦੀ ਹਾਂ। ਮੈਨੂੰ ਐਨੀਮੇਸ਼ਨ ਦਾ ਉਹਨਾਂ ਨੇ ਕੋਰਸ ਕਰਵਾਇਆ। ਮੈਂ ਬੰਬੇ ਤੋਂ ਹੀ ਸਟੱਡੀ ਕੀਤੀ ਐਨੀਮੇਸ਼ਨ ਦੀ। ਪ੍ਰਾਈਮ ਫੋਕਸ ਕੰਪਨੀ ਹੈ ਪੋਸਟ ਪ੍ਰੋਡਕਸ਼ਨ ਦੀ, ਸਾਰੀਆਂ ਆਪਣੀਆਂ ਹਿੰਦੀ ਮੂਵੀਜ਼ ਹੈ ਜੋ ਵੀ ਉੱਥੇ ਹੀ ਐਡਿਟ ਹੁੰਦੀਆਂ, ਸਾਰਾ ਉੱਥੇ ਹੀ ਕੰਮ ਹੁੰਦਾ। ਤਾਂ ਮੇਰੀ ਫਰਸਟ ਜੌਬ ਬੰਬੇ ਲੱਗੀ, ਤਾਂ ਮੈਂ ਉੱਥੇ ਹੀ ਜੌਬ ਕੀਤੀ। ਮੈਂ ਜੌਬ ਕਰ ਰਹੀ ਸੀ ਜਦੋਂ ਮੈਨੂੰ ਸਡਨਲੀ ਕਾਲ ਆਈ। ਬੰਬੇ ਰਹਿਣ ਲੱਗ ਗਈ ਸੀ ਤਾਂ ਮੈਨੂੰ ਨਾ ਟਾਟਾ ਮੈਮੋਰੀਅਲ ਹਸਪੀਟਲ ਦਾ ਪਤਾ ਲੱਗਿਆ ਕਿ ਕੈਂਸਰ ਹਸਪੀਟਲ ਹੈ, ਬਹੁਤ ਅੱਛਾ ਹਸਪੀਟਲ ਹੈ, ਔਰ ਉੱਥੇ ਐਡਵਾਂਸ ਹੈਗੇ ਆ ਟਰੀਟਮੈਂਟ ਵੀ ਜੇ ਤੁਸੀਂ ਕਰਾਉਣਾ ਹੋਵੇ। ਤਾਂ ਮੈਂ ਰੋਜ਼ ਫੋਨ ਕਰਨਾ ਘਰੇ ਵੀ ਨਹੀਂ ਪਾਪਾ ਤੁਸੀਂ ਇੱਥੇ ਆ ਜਾਓ, ਆਪਾਂ ਇੱਥੇ ਤੁਹਾਡਾ ਚੈੱਕ ਕਰਾ ਲਾਂਗੇ, ਐਵੇਂ ਕਰ ਲਾਂਗੇ। ਤਾਂ ਮੈਂ ਉਹੋ ਜਿਹੀਆਂ ਤਿਆਰੀਆਂ ਕਰੀ ਜਾਣੀਆਂ।
ਫਿਰ ਮੈਨੂੰ ਸਡਨਲੀ ਇੱਕ ਦਿਨ ਕਾਲ ਆਈ, ਆਫਿਸ 'ਚ ਸੀਗੀ ਮੈਂ ਸਵੇਰ, ਕਿ ਤੇ ਮੇਰੇ ਕਜ਼ਨ ਦੀ ਕਿ ਚਾਚਾ ਜੀ ਦੇ ਬੇਟੇ ਦੀ ਵੀ ਤੈਨੂੰ ਨਾ ਆਉਣਾ ਪੈਣਾ, ਤਾਇਆ ਜੀ ਥੋੜ੍ਹੇ ਜ਼ਿਆਦਾ ਢਿੱਲੇ ਹੈ। ਪਰ ਤੁਹਾਨੂੰ ਨਾ ਆਪਾਂ ਨੂੰ ਵਾਈਬਸ ਆ ਜਾਂਦੀਆਂ, ਪਤਾ ਲੱਗ ਜਾਂਦਾ ਹੈ। ਤਾਂ ਬਸ ਉਦੋਂ ਉਹਨਾਂ ਦੀ 3rd ਸਟੇਜ ਆ ਗਈ ਸੀਗੀ, ਥੋੜ੍ਹਾ ਜਿਹਾ ਔਖਾ ਟਾਈਮ ਸੀਗਾ, ਤਾਂ ਉਹਦੀ ਡੈਥ ਹੋਈ। ਜਿਵੇਂ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਵੀ ਇਸ ਏਜ 'ਚ ਮੈਂ ਵੀ, ਜਿਵੇਂ ਹੁਣ ਮੇਰੀ ਬੇਟੀ ਸੇਮ ਏਜ 'ਚ ਆ ਜਿਹੜੀ ਤੁਸੀਂ ਆਪਣੀ ਉਮਰ ਦੀ ਗੱਲ ਕਰਦੇ ਹੋ ਨਾ, ਤਾਂ ਮੈਨੂੰ ਲੱਗਦਾ ਕਿ ਛੋਟੇ ਨਿਆਣਿਆਂ ਨਾਲੋਂ ਵੀ ਜ਼ਿਆਦਾ ਮਾਂ ਪਿਓ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਹੈ ਨਾ। ਬੱਚੇ ਨੂੰ ਬਹੁਤ ਸਾਰੀਆਂ ਤੁਹਾਡੀਆਂ ਸਰੀਰਕ ਉਲਝਣਾਂ ਹੋ ਜਾਂਦੀਆਂ ਨੇ, ਮਾਨਸਿਕ ਉਸ ਤੋਂ ਵੀ ਜ਼ਿਆਦਾ ਵੱਡੀਆਂ ਹੁੰਦੀਆਂ ਨੇ। ਤਾਂ ਸਾਡੀ ਕੁੜੀਆਂ ਦੀ ਤਰਾਸਦੀ ਇਹ ਆ ਕਿ ਜਦੋਂ ਤੁਹਾਡੇ ਘਰ 'ਚ ਕੋਈ ਟ੍ਰੈਜਡੀ ਹੁੰਦੀ ਆ ਤਾਂ ਪਰਿਵਾਰ ਕੁੜੀਆਂ ਨੂੰ ਜ਼ਿਆਦਾ ਬੰਨਣ ਲੱਗ ਜਾਂਦਾ, ਹੈ ਨਾ। ਤੁਹਾਨੂੰ ਜ਼ਿਆਦਾ ਸਾਊ ਬਣਾਉਣ ਦੀ ਕੋਸ਼ਿਸ਼ 'ਚ ਪੈ ਜਾਂਦਾ ਸਾਰਾ ਟੱਬਰ, ਕਿ ਹੁਣ ਮਾਂ ਨਹੀਂ ਸਿਰ 'ਤੇ, ਪਿਓ ਨਹੀਂ ਸਿਰ 'ਤੇ। ਤਾਂ ਰਿਸ਼ਤੇਦਾਰ ਖਾਸ ਕਰਕੇ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਨਾ, ਉਹ ਬਿਲਕੁਲ ਬੱਚੇ ਨਾਲ ਕੋਆਪਰੇਟ ਨਹੀਂ ਕਰਦੀਆਂ। ਤੁਹਾਨੂੰ ਉਸ ਸਮੇਂ ਦੌਰਾਨ ਜਿਹੜਾ ਮਾਹੌਲ ਸੀਗਾ ਉਹ ਕਿਵੇਂ ਦਾ ਮਿਲਿਆ? ਮਤਲਬ ਉਸ ਚੀਜ਼ ਦਾ ਤਾਂ ਹਾਂਜੀ ਆਉਂਦਾ, ਫ਼ਰਕ ਬਹੁਤ ਆਉਂਦਾ ਹੈ। ਮੈਂ ਤਾਂ ਨਿਕਲੀ ਉਹ ਫੇਜ਼ਿਸ 'ਚੋਂ ਕਿ ਤੁਹਾਨੂੰ ਨਾ ਆਪਣੀ ਹੋਂਦ ਉਹ ਕਰਨੀ ਪੈਂਦੀ, ਕਿ ਇੱਕ ਟਾਈਮ 'ਤੇ ਆ ਕੇ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਲੋਕਾਂ ਨੂੰ। ਤੁਸੀਂ ਬਿਲਕੁਲ ਉਵੇਂ ਦੇ ਹੀ ਦਿਸਣਾ ਜਿਵੇਂ ਤੁਸੀਂ ਮੈਨੂੰ, ਹਾਂਜੀ ਤੁਸੀਂ ਬਹੁਤ ਸਟਰੋਂਗ ਹੋ। ਮੈਂ ਸੱਚੀ ਕਹਿ ਰਹੀ ਹਾਂ। ਮਤਲਬ ਮੈਂ ਤੁਹਾਨੂੰ ਸਾਈਕਲਿੰਗ ਕਰਦਿਆਂ ਦੇਖ ਕੇ ਸੋਚਦੀ ਹੁੰਦੀ ਸੀਗੀ ਕਿ ਅਸੀਂ ਕੁੜੀਆਂ ਨਾ ਬਹੁਤ ਬਹਾਨੇ ਮਾਰਦੇ ਹਾਂ ਕਿ ਮੈਨੂੰ ਇਹ ਮੌਕਾ ਨਹੀਂ ਮਿਲਿਆ, ਇਹ ਨਹੀਂ ਮਿਲਿਆ, ਹੈ ਨਾ। ਜਦ ਕਿ ਮੈਨੂੰ ਉਦੋਂ ਕੁਛ ਨਹੀਂ ਸੀ ਪਤਾ ਹੁੰਦਾ ਤੁਹਾਡੇ ਬਾਰੇ। ਤਾਂ ਮੈਨੂੰ ਲੱਗਦਾ ਕੁੜੀ ਤਾਂ ਕੁਛ ਵੀ ਕਰ ਸਕਦੀ ਆ, ਹੈ ਨਾ। ਅਤੇ ਤੁਹਾਡੇ ਅੱਖਾਂ 'ਚ ਹੰਝੂ ਮੈਨੂੰ ਸੂਟ ਨਹੀਂ ਕਰ ਰਹੇ ਸੱਚੀ। ਨਹੀਂ ਮਤਲਬ ਮੈਨੂੰ ਨਾ, ਮੈਂ ਸੱਚੀ ਮੈਂ ਸਮਾਈਲਿੰਗ ਫੇਸ ਹਾਂ। ਮੈਨੂੰ ਕਹਿੰਦੇ ਵੀ ਆ ਲੋਕ, ਮੈਂ ਮੇਰੇ ਭਤੀਜਾ ਭਤੀਜੀ ਨਾ ਦੇਖਿਓ, ਮੈਂ ਹਮੇਸ਼ਾ ਮਸਤੀ ਕਰਦੀ ਹਾਂ। ਮਤਲਬ ਮੈਨੂੰ ਚੰਗਾ ਲੱਗਦਾ ਹੱਸਦੇ ਖੇਡਦੇ ਰਹਿਣਾ। ਮੈਂ ਸੱਚੀ ਮਰ ਕੇ ਮੈਂ ਨਹੀਂ ਕੱਟ ਸਕਦੀ, ਔਰ ਮੇਰਾ ਨੇਚਰ ਹੀ ਉਹੋ ਜਿਹਾ ਹੈ। ਪਰ ਹਾਂ, ਮੈਂ ਜਿਹੜੇ ਫੇਜ਼ਿਸ ਦੇਖੇ ਨਾ ਆਪਣੀ ਲਾਈਫ ਦੇ, ਉਹ ਮੈਨੂੰ ਤੰਗ ਕਰਦੇ ਆ। ਸ਼ਾਇਦ ਮੈਂ ਮੈਂਟਲੀ ਸਟਰੋਂਗ ਵੀ ਉਹਨਾਂ ਕਰਕੇ ਹਾਂ। ਜਦੋਂ ਮੈਂ ਰਨਿੰਗ ਜਾਂਦੀ ਹਾਂ ਜਾਂ ਡੇਲੀ ਸਾਈਕਲਿੰਗ ਤੁਸੀਂ ਕਰਦੇ ਹੋ, ਤੁਹਾਨੂੰ ਆਪਣੇ ਲਈ ਕਿੰਨਾ ਟਾਈਮ ਮਿਲਦਾ। ਤੁਸੀਂ ਰਨਿੰਗ ਲਾ ਰਹੇ ਹੋ, ਤੁਸੀਂ ਕਿਸੇ ਦਿਨ ਨਾ ਦੇਖਿਓ, ਜੋਗਿੰਗ ਸਟਾਰਟ ਕਰਕੇ ਦੇਖਿਓ ਤੁਸੀਂ। ਮੇਰਾ ਮੋਸਟਲੀ ਸਟਾਰਟ ਹੁੰਦਾ ਆਪਣੀ ਗੁਰਬਾਣੀ ਤੋਂ, ਜਪਜੀ ਸਾਹਿਬ ਲਾ ਲਿਆ, ਚੌਪਈ ਸਾਹਿਬ ਲਾ ਲਿਆ, ਹੈ ਨਾ। ਤੁਹਾਡੇ ਆਪਣੇ ਲਈ ਇੰਨੇ ਥੋਟਸ ਆਉਂਦੇ ਨਾ ਦਿਮਾਗ 'ਚ, ਤੁਹਾਨੂੰ ਸਾਰੀ ਲਾਈਫ ਆਪਣੀ ਇੱਕ ਵਾਰੀ ਸੀਨ ਆਉਂਦਾ ਮੂਹਰੇ ਵੀ ਮੈਂ ਕੀ ਕੀਤਾ, ਹੈ ਨਾ, ਕੀ ਤੁਸੀਂ ਪਲਾਨ ਕਰ ਰਹੇ ਹੋ ਸਾਰਾ। ਤਾਂ ਟਾਈਮ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਭੋਗ, ਆਪਣੇ ਪਿੰਡਾਂ ਦਾ ਮਾਹੌਲ ਆ, ਭੋਗ ਸੀਗਾ। ਅਤੇ ਭੋਗ ਤੋਂ ਬਾਅਦ ਸ਼ਾਮ ਨੂੰ ਇਕੱਠੇ ਹੋ ਗਏ ਸਾਰੇ, ਤਾਂ ਕਹਿੰਦੇ ਸਾਰੇ ਹੁਣ ਤਾਂ ਤੈਨੂੰ ਵਿਆਹ ਦਾ ਦੇਖਣਾ ਪੈਣਾ, ਅਤੇ ਬਸ ਤੇਰੇ ਲਈ ਇੱਥੇ ਮੁੰਡਾ ਦੇਖ ਕੇ ਅਤੇ ਅਸੀਂ ਤੇਰਾ ਦੇਖਦੇ। ਮੇਰੀ ਬੋਂਬੇ ਜੋਬ ਸੀਗੀ, ਮੈਂ ਠੀਕ ਠਾਕ ਅਰਨ ਕਰ ਰਹੀ ਹਾਂ। ਮੇਰੇ ਫਾਦਰ ਸਾਹਿਬ ਨੇ, ਉਹਨਾਂ ਨੂੰ ਪਤਾ ਸੀਗਾ ਕੈਂਸਰ ਹੈ, ਮੈਂ ਫਿਰ ਵੀ ਉਹਨਾਂ ਕੋਲ ਨਹੀਂ ਰਹੀ, ਸਟੱਡੀ ਕਰਵਾਈ, ਮੈਨੂੰ ਜੋਬ ਕਰਵਾਈ ਤਾਂ ਕਿ ਮੈਂ ਇੰਡੀਪੈਂਡੈਂਟ ਹੋ ਸਕਾਂ। ਅਤੇ ਉਹਨਾਂ ਦਾ ਇੱਕ ਪਰਪਸ ਸੀਗਾ ਮੇਰੇ ਲਈ, ਹੈ ਨਾ। ਜੋ ਚਾਹੁੰਦੇ ਤਾਂ ਜਿਵੇਂ ਪਿੰਡਾਂ 'ਚ ਕਹਿ ਦਿੰਦੇ ਹੁੰਦੇ ਆ ਕੇ ਵੀ ਆਪਦੇ ਬੈਠੇ ਬੈਠੇ ਕਰ ਜੋ, ਮਾਂ ਵੀ ਹੈ ਨਹੀਂ, ਤੁਸੀਂ ਆਪਦੇ, ਤੁਹਾਨੂੰ ਵੀ ਪਤਾ ਹੀ ਹੈ ਵੀ ਕੈਂਸਰ ਹੈ, ਤਾਂ ਆਪਦੇ ਬੈਠੇ ਬੈਠੇ ਦਾ ਕਰੋ, ਹੈ ਨਾ। ਪਰ ਉਹਨਾਂ ਨੇ ਮੈਨੂੰ ਇੱਕ ਚੀਜ਼ ਕਹਿੰਦੇ ਰਹਿੰਦੇ ਸੀ, ਕਹਿੰਦੇ ਕਿਸੇ ਦੇ ਪ੍ਰੈਸ਼ਰ 'ਚ ਆ ਕੇ ਨਾ ਕਰੀ, ਇੰਡੀਪੈਂਡੈਂਟ ਪੂਰੀ ਲਾਈਫ ਰਹੀ, ਤੈਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹੈ, ਸੋ ਦੈਟ ਕਿ ਤੈਨੂੰ ਕਦੇ ਤੇਰਾ ਲਾਈਫ ਪਾਰਟਨਰ ਮਿਲੇ ਨਾ, ਬਹੁਤ ਅੱਛਾ ਵੀ ਮਿਲ ਗਿਆ, ਕਹਿੰਦੇ ਆਪਣੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਤੇਰੀ ਪਹਿਲੀ ਪ੍ਰਾਇੋਰਟੀ ਰਹਿਣੀ ਚਾਹੀਦੀ ਹੈ ਲਾਈਫ 'ਚ। ਤਾਂ ਉਸ ਚੀਜ਼ ਦਾ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਇਹੀ ਡਿਸੀਜਨ ਲੈਣਾ ਹੁੰਦਾ ਤਾਂ ਮੇਰੇ ਫਾਦਰ ਸਾਹਿਬ ਤੋਂ ਵੱਧ ਤਾਂ ਕੋਈ ਲੈ ਹੀ ਨਹੀਂ ਸਕਦਾ ਸੀ, ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਅੱਜ ਹੀ। ਔਰ ਮੇਰੇ ਪਾਪਾ ਨੇ, ਤੁਸੀਂ ਮੰਨੋਗੇ, ਮੈਨੂੰ ਪਹਿਲਾਂ ਹੀ ਇਹ ਪ੍ਰੀਪੇਅਰ ਕਰਦੇ ਰਹਿੰਦੇ ਹੁੰਦੇ ਸੀ, ਜੇ ਮੈਨੂੰ ਕੁਛ ਹੋ ਵੀ ਗਿਆ ਤੂੰ ਆਪਦੀ ਜੋਬ ਜੁਆਇਨ ਕਰਨੀ ਹੈ ਅਗਲੇ ਦਿਨ ਹੀ। ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀਗੇ। ਮੈਂ ਉਹਨਾਂ ਨੂੰ ਕਹਿਣਾ ਨਹੀਂ, ਮੈਨੂੰ 1 ਮਹੀਨੇ ਲਈ ਤੁਹਾਡੇ ਕੋਲ ਆ ਜਾਣ ਦਿਓ, ਕਿਉਂਕਿ ਪਤਾ ਲੱਗ ਜਾਂਦਾ ਹੈ ਕੈਂਸਰ ਪੇਸ਼ੈਂਟ ਦਾ ਨਾ, ਤੁਹਾਨੂੰ ਆਈਡੀਆ ਹੋਣ ਲੱਗ ਜਾਂਦਾ ਕੀਮੋ ਉਸ ਤੋਂ ਬਾਅਦ ਕਿੰਨੇ ਵੀਕ ਹੋ ਰਹੇ ਹੈ, ਕਿੰਨਾ ਕੁ ਟਾਈਮ ਇਹਨਾਂ ਕੋਲ ਹੈਗਾ। ਤਾਂ ਮੈਂ ਭੋਗ ਤੋਂ ਅਗਲੇ ਦਿਨ ਦੀ ਟਿਕਟ ਕੀਤੀ, ਮੈਂ ਵਾਪਸ ਬੰਬੇ ਜੋਬ ਜੁਆਇਨ ਕੀਤੀ। ਤਾਂ ਉਹ ਮੇਰੇ ਲਈ ਇੰਨਾ ਔਖਾ ਸਟੈਂਡ ਸੀਗਾ ਕਿ ਤੁਹਾਨੂੰ ਨਾ ਰਿਸ਼ਤੇਦਾਰ, ਸੋ ਕਾਲਡ ਰਿਸ਼ਤੇਦਾਰ, ਉਹਦੇ ਇੱਕਦਮ ਗੁੱਸੇ ਵੀ ਹੁੰਦੇ ਆ ਕਿ ਲੈ ਸਾਡੇ, ਹੁਣ ਤਾਂ ਉਹਨਾਂ ਨੂੰ ਲੱਗਦਾ ਸਾਡੀ ਜ਼ਿੰਮੇਵਾਰੀ ਹੈ, ਜਦੋਂ ਕਿ ਕੋਈ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਕਿਸੇ ਲਈ। ਤੁਹਾਨੂੰ ਆਪਣੇ ਆਪ ਲਈ ਆਪ ਹੀ ਖੜੇ ਹੋਣਾ, ਆਪਦੇ ਡਿਸੀਜਨਸ ਵੀ ਆਪ ਹੀ ਲੈਣੇ ਹੈ। ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਕਿ ਉਮਰ ਮੈਟਰ ਕਰਦੀ ਹੈ, ਪਰ ਜਿਵੇਂ ਜਿਵੇਂ ਪਈ ਗਈਆਂ, ਰੱਬ ਨੇ ਜਿਵੇਂ ਜਿਵੇਂ ਪਾਈਆਂ, ਹੈ ਨਾ, ਅਤੇ ਡਿਸੀਜਨਸ ਲਏ ਲਾਈਫ 'ਚ, ਔਖੇ ਵੀ ਲਏ, ਤਾਂ ਤੁਹਾਨੂੰ ਏਜ ਵੀ ਮੈਟਰ ਨਹੀਂ ਕਰਦੀ। ਕਈ ਵਾਰੀ ਆਪਾਂ ਕਹਿ ਦਿੰਦੇ ਨਾ ਕਿ ਸਿਆਣਪ ਏਜ ਨਾਲ ਨਹੀਂ ਆਉਂਦੀ ਸਿਆਣਪ। ਬਿਲਕੁਲ। ਮੈਨੂੰ ਤੁਹਾਡੀ ਇੱਕ ਚੀਜ਼ ਬਹੁਤ ਚੰਗੀ ਲੱਗੀ ਸੀ, ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਨਾ ਵੀ ਤੁਹਾਨੂੰ ਇਹ ਸਾਰੀ ਚੀਜ਼ਾਂ 'ਚੋਂ ਲੰਘ ਕੇ ਕਿਵੇਂ ਲੱਗਦਾ, ਤਾਂ ਤੁਸੀਂ ਮੈਨੂੰ ਕਿਹਾ ਸੀਗਾ ਕਿ ਮੈਨੂੰ ਇਹ ਲੱਗਦਾ ਕਿ ਰੱਬ ਨੇ ਮੈਨੂੰ ਚੁਣਿਆ ਇਸ ਚੀਜ਼ ਲਈ, ਹੈ ਨਾ। ਜਦ ਕਿ ਮਤਲਬ
ਇਹੋ ਜਿਹੇ ਹਾਲਾਤ 'ਚ ਇਹ ਕਹਿਣਾ ਬਹੁਤ ਵੱਡੀ ਗੱਲ ਆ। ਮੈਂ ਤਾਂ ਇਹ ਸੋਚਦੀ ਹੁੰਦੀ ਹਾਂ ਵੀ ਕਿਸੇ ਵਾਰੀ ਕਈ ਲੋਕ ਇੰਨੇ ਸ਼ਿਕਾਇਤਾਂ ਕਰਦੇ ਵੀ ਸਿਰ ਵੀ ਦੁਖਦਾ ਤਾਂ ਉਹ ਕਹਿਣਗੇ ਪਤਾ ਨਹੀਂ ਰੱਬ ਅੱਜ ਮੇਰਾ ਹੀ ਦੁਸ਼ਮਣ ਬਣਿਆ ਹੋਇਆ ਹੈ ਨਾ। ਅਤੇ ਤੁਹਾਡੇ ਬ੍ਰਦਰ ਉਸ ਟਾਈਮ ਕਿੰਨੇ ਸਾਲ ਦੇ ਸੀਗੇ ਜਦੋਂ ਅੰਕਲ ਗਏ? ਮੇਰੇ ਬ੍ਰਦਰ ਦਾ ਅਤੇ ਮੇਰਾ ਏਜ ਡਿਫਰੈਂਸ 10 ਸਾਲ ਦਾ ਸੀ। ਬ੍ਰਦਰ ਮੇਰੇ ਤੋਂ 10 ਸਾਲ ਵੱਡਾ ਸੀਗਾ ਔਰ ਉਹਨੇ ਬੱਚਿਆਂ ਵਾਂਗੂ ਹੀ ਪਾਲਿਆ ਮੈਨੂੰ ਕਿ ਉਹਨਾਂ ਨਾਲ ਹੀ ਜਦੋਂ ਖੇਡਣ ਜਾਣਾ ਮੈਨੂੰ ਗੋਦੀ ਚੱਕ ਕੇ ਘੁੰਮਦਾ ਹੁੰਦਾ ਸੀ। ਉਹ ਮੇਰੇ ਤੋਂ 10 ਸਾਲ ਦਾ ਫਰਕ ਸੀਗਾ ਬ੍ਰਦਰ ਦਾ। ਪਰ ਉਹ ਬਹੁਤ ਹੀ ਕਹਿੰਦੇ ਨਾ, ਜਿਵੇਂ ਤੁਸੀਂ ਕਹਿੰਦੇ ਹੋ ਫੀਮੇਲਸ ਦੀ ਆਪਣਾ ਸਟਰੈਂਥ ਨਾ ਹੋਰ ਹੁੰਦੀ ਹੈ। ਆਪਾਂ ਸੱਚੀ ਸਟਰੋਂਗ ਹੁੰਦੇ ਹਾਂ। ਉਹ ਬੜਾ ਹੀ ਉਹ ਸੀਗਾ, ਜਿਵੇਂ ਪਾਪਾ ਇੱਕ ਵਾਰ ਬਹੁਤ ਜ਼ਿਆਦਾ ਸੀਰੀਅਸ ਹੋ ਗਏ, ਨਾਲ ਹੀ ਡਿੱਗ ਪਿਆ ਖੜਾ ਦੇਖਿਆ ਹੀ ਨਹੀਂ ਗਿਆ ਉਹ ਤੋਂ। ਤਾਂ ਮਤਲਬ ਉਹ ਥੋੜ੍ਹਾ ਉਸ ਮਾਮਲੇ 'ਚ ਥੋੜ੍ਹਾ ਨਰਮ ਦਿਲ ਸੀਗਾ। ਅਤੇ ਮੈਂ ਨਾ ਮਨ ਨਹੀਂ ਕਰਦਾ ਵੀ ਐਵੇਂ ਦਾ ਸਵਾਲ ਕਰਾਂ ਤੁਹਾਨੂੰ, ਹੈ ਨਾ। ਫਿਰ ਇੱਕ ਇਹੋ ਜਿਹਾ ਟਾਈਮ ਵੀ ਆਇਆ ਵੀ ਤੁਸੀਂ ਉਹਨਾਂ ਵਾਲੀ ਜਗ੍ਹਾ ਲਈ, ਹੈ ਨਾ। ਹੁਣ ਤੁਹਾਨੂੰ ਇੱਕ ਘਰ 'ਚ ਇੱਕ ਧੀ ਤੁਸੀਂ ਬਾਅਦ 'ਚੋਂ ਰਹੇ, ਉਸ ਟਾਈਮ ਤੁਸੀਂ ਇੱਕ ਘਰ ਦਾ ਇੱਕ ਮੇਲ ਮੈਂਬਰ ਬਣੇ, ਹੈ ਨਾ। ਅਤੇ ਬ੍ਰਦਰ ਦੇ ਜਾਣ ਤੋਂ ਬਾਅਦ ਉਹ ਇੱਕ ਹਾਦਸਾ ਹੋਇਆ, ਉਹ ਇਸ ਦੁਨੀਆ ਤੋਂ ਗਏ। ਤੁਸੀਂ ਜਿਵੇਂ ਮੈਨੂੰ ਦੱਸਿਆ ਕਿ ਮਹਿਜ਼ 2 ਮਹੀਨੇ ਸੀਗੇ ਵੀ ਘਰਦਿਆਂ ਨੂੰ ਲੱਗਦਾ ਸੀ ਕਿ ਹੁਣ ਤੁਹਾਡੇ ਵਿਆਹ ਦਾ ਟਾਈਮ ਆ ਨਾ, ਤਕਰੀਬਨ ਆਲਮੋਸਟ ਤੁਹਾਡਾ ਵਿਆਹ ਹੋਣ ਵਾਲਾ ਸੀਗਾ। ਫਿਰ ਕਿਵੇਂ ਆਪਣੇ ਆਪ ਨੂੰ ਖੜਾ ਕੀਤਾ ਉਸ ਚੀਜ਼ ਲਈ ਕਿ ਹੁਣ ਭਰਾ ਦੁਨੀਆ ਤੋਂ ਚਲਿਆ ਗਿਆ ਅਤੇ 2 ਬੱਚੇ ਨੇ ਅਤੇ ਨਾਲ ਇੱਕ ਹੋਰ ਫੀਮੇਲ ਮੈਂਬਰ ਆ ਘਰ 'ਚ, ਹੈ ਨਾ। ਮੈਂ ਹੋਵਾਂ ਸ਼ਾਇਦ ਕਿਸੇ ਹਾਲਾਤ 'ਚ ਵੀ ਇਹ ਚੀਜ਼ਾਂ ਲਈ ਮੈਂ ਖੜ੍ਹ ਨਹੀਂ ਸਕਦੀ, ਚਾਹੇ ਕਿੰਨੀਆਂ ਮਰਜ਼ੀ ਕਹਾਣੀਆਂ ਤੁਸੀਂ ਲਿਖੀ ਜਾਓ, ਕਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਤਕੜਾ ਦਿਖਾਓ, ਨਾ। ਉਸ ਸਮੇਂ ਕੀ ਸੋਚਿਆ ਆਪਣੇ ਆਪ ਨੂੰ ਲੈ ਕੇ? ਔਖਾ ਸੀਗਾ। ਦੇਖੋ, ਮੈਂ 2016 'ਚ ਦਸੰਬਰ 'ਚ ਹੋਈ ਹੈ, ਬ੍ਰਦਰ ਦਾ ਐਕਸੀਡੈਂਟ ਹੋਇਆ ਅਤੇ ਮੈਂ ਇੱਧਰ ਸੀਗੀ। ਉਦੋਂ ਮੈਂ ਚੰਡੀਗੜ੍ਹ ਹੀ ਜੋਬ ਕਰ ਰਹੀ ਸੀਗੀ, ਡਾਕਟਰ ਗਰੇਵਾਲ ਸਰ ਨਾਲ, ਇਹਨਾਂ ਨਾਲ ਸੀਗੀ, ਆਈ ਹੋਸਪੀਟਲ ਸੀਗੀ। ਤਾਂ ਮੈਨੂੰ ਕਾਲ ਆਈ ਕਿ ਐਕਸੀਡੈਂਟ ਹੋ ਗਿਆ। ਤਾਂ ਐਕਸੀਡੈਂਟ ਤੋਂ ਬਾਅਦ ਉਹਦਾ 8 ਦਿਨ ਤੱਕ ਉਹ ਹਸਪੀਟਲ ਐਡਮਿਟ ਰਿਹਾ ICU 'ਚ, ਜਦੋਂ ਕਿ ਡਾਕਟਰਸ ਨੇ ਤਾਂ ਹੋਪ ਛੱਡਤੀ ਸੀਗੀ ਕਿ ਨਹੀਂ, ਬਹੁਤ ਹੀ ਕ੍ਰਿਟੀਕਲ ਹੈ, ਇੰਟਰਨਲ ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ, ਜਿਹਦੇ ਕਰਕੇ ਹੈ ਨਹੀਂ ਸੀ ਕੋਈ ਹੋਪ। ਪਰ ਪਤਾ ਨਹੀਂ ਕਿ ਮੈਨੂੰ ਐਂ ਲੱਗਦਾ ਰਹਿੰਦਾ ਹੁੰਦਾ ਜਿਵੇਂ ਆਪਾਂ ਨੂੰ ਨਾ ਆਖਰੀ ਤੱਕ ਲੱਗਦਾ ਰਹਿੰਦਾ ਵੀ ਨਹੀਂ, ਸ਼ਾਇਦ ਕੁਛ ਹੋ ਜੇ। ਮੈਂ ਡਾਕਟਰਸ ਨਾਲ ਜਿੱਦ ਕਰਨੀ ਵੀ ਨਹੀਂ। ਮੈਡੀਕਲ ਲਾਈਨ 'ਚ ਹਸਪੀਟਲ 'ਚ ਜੋਬ ਕੀਤੀ ਸੀ, ਥੋੜ੍ਹਾ ਸੀਗਾ ਕਿ ਹਾਂ ਅਲਾਓ ਵੀ ਕਰ ਦਿੰਦੇ ਸੀ ਡਾਕਟਰਸ ਨਾਲ ਉਹੋ ਜਿਹੀ ਗੱਲਾਂ ਬਾਤਾਂ ਵੀ ਪਲੀਜ਼ ਸਰ ਦੇਖ ਲਓ, ਆਪਾਂ ਟਰਾਈ ਕਰ ਲੈਂਦੇ ਹਾਂ। ਕੋਮਾ 'ਚ ਵੀ ਹੈ ਤਾਂ ਕਈ ਵਾਰੀ ਲੱਗਦਾ ਹੁੰਦਾ ਤੁਹਾਨੂੰ, ਹੈ ਨਾ। ਮੈਂ ਰੋਜ਼ ਪਾਠ ਕਰਨੇ, ਜਿਵੇਂ ਲੋਕ ਕਹੀ ਜਾਂਦੇ ਆ ਵੀ ਚੁਪਈ ਸਾਹਿਬ ਕਰੋ, ਤੁਸੀਂ ਆਹ ਪਾਠ ਕਰੋ। ਮੈਂ ਇਹੀ ਮੰਗਣਾ ਵੀ ਰੱਬਾ ਇੱਕ ਵਾਰੀ ਅੱਖਾਂ ਖੋਲ੍ਹ ਲਿਓ। ਕੋਮਾ 'ਚ ਸੀਗਾ ਬਹੁਤ ਜ਼ਿਆਦਾ, ਤਾਂ ਮੈਨੂੰ ਹੁੰਦਾ ਸੀ ਕਿ ਇੱਕ ਵਾਰੀ ਅੱਖਾਂ ਖੋਲ੍ਹ ਕੇ ਦੇਖੇ ਵੀ ਉਹਦੇ ਲਈ ਲੋਕ ਕਿੰਨਾ ਖੜ੍ਹੇ ਆ, ਅਸੀਂ ਕਿੰਨਾ ਤੜਪ ਰਹੇ ਹਾਂ। ਉਹਨੇ ਅੱਖਾਂ ਵੀ ਖੋਲ੍ਹੀਆਂ, ਹੈ ਨਾ। ਉਹਨੇ ਦੇਖਿਆ ਵਿੱਚ ਦੀ 4-5ਵੇਂ ਦਿਨ ਉਹਨੇ ਅੱਖਾਂ ਖੋਲ੍ਹੀਆਂ। ਤਾਂ ਮੈਨੂੰ ਨੀਚੇ ਫੋਨ ਆ ਗਿਆ ICU 'ਚੋਂ ਕਿ ਤੁਹਾਡੇ ਬ੍ਰਦਰ ਨੇ ਅੱਖਾਂ ਖੋਲ੍ਹੀਆਂ, ਤੁਸੀਂ ਉੱਪਰ ਆ ਜਾਓ। ਮੈਂ ਗਈ ਉਹਦੇ ਕੋਲੇ, ਮੈਂ ਕਿਹਾ ਵੀ ਤੂੰ ਠੀਕ ਹੈ, ਤੈਨੂੰ ਕੁਛ ਨਹੀਂ ਹੋਇਆ, ਤੂੰ ਠੀਕ ਹੋ ਜਾਏਗਾ, ਆਪਾਂ ਘਰੇ ਚੱਲਾਂਗੇ ਠੀਕ ਹੋ ਕੇ। ਅਤੇ ਨਾਲ ਉਹਦੀ ਬੇਟੀ ਸੀ, ਐਕਸੀਡੈਂਟ ਦੇ ਟਾਈਮ ਨਾ ਮੇਰੀ ਭਤੀਜੀ ਨਾਲ ਹੀ ਸੀਗੀ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਉਹ ਠੀਕ ਹੈ, ਜਮਾਂ ਠੀਕ ਹੈ। ਅਤੇ ਉਹਦਾ ਬਰਥਡੇ ਆ ਰਿਹਾ ਸੀਗਾ 2-3 ਦਿਨ 'ਚ ਹੀ। ਮੈਂ ਕਿਹਾ ਆਪਾਂ ਉਹਦੇ ਬਰਥਡੇ ਤੱਕ ਘਰੇ ਚੱਲਾਂਗੇ, ਤੂੰ ਜਮਾਂ ਠੀਕ ਹੈ, ਹੁਣ ਤੂੰ ਟੈਨਸ਼ਨ ਨਹੀਂ ਲੈਣੀ। ਬਸ ਇੰਨੀ ਗੱਲ ਹੋਈ, ਉਹਦੇ ਅੱਖਾਂ 'ਚੋਂ ਪਾਣੀ ਆਇਆ ਕਿਉਂਕਿ ਉਹਦੇ ਪਾਈਪਸ ਲੱਗੀਆਂ ਸੀ, ਬੋਲ ਨਹੀਂ ਸਕਦਾ ਸੀ, ਪਰ ਉਹਦੀਆਂ ਅੱਖਾਂ 'ਚੋਂ ਪਾਣੀ ਆਉਣ ਲੱਗ ਗਿਆ। ਅਤੇ ਉਹਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ, ਮੈਨੂੰ ਸਮਝ ਨਹੀਂ ਆਈ। ਤਾਂ ਮੇਰੇ ਲਈ ਉਹ ਮੂਵਮੈਂਟ ਸੀਗੀ ਜਿਹੜੀ ਮੈਨੂੰ ਲੱਗਿਆ ਸ਼ਾਇਦ ਠੀਕ ਹੋ ਗਿਆ। ਆਪਾਂ ਨੂੰ ਨਾ ਹੋਪ ਹੋ ਜਾਂਦੀ ਹੈ ਵੀ ਇਹ ਤਾਂ ਕੋਮਾ ਸੀ, ਡਾਕਟਰ ਤਾਂ ਕਹਿੰਦੇ ਸੀ ਹਿੱਲ ਨਹੀਂ ਸਕਦਾ, ਪਰ ਇਹਨੇ ਤਾਂ ਅੱਖਾਂ ਖੋਲ੍ਹੀਆਂ, ਤੁਸੀਂ ਹੋਪਫੁਲ ਹੋ ਜਾਂਦੇ ਹੋ ਵੀ ਸ਼ਾਇਦ ਠੀਕ ਹੋ ਜਾਊਗਾ। ਤਾਂ ਮੈਂ ਡਾਕਟਰਸ ਨੂੰ ਕਹਿਣਾ ਵੀ ਮੇਰਾ ਕੁਛ ਵੀ ਲੱਗ ਜੇ, ਪਰ ਤੁਸੀਂ ਇਹਨੂੰ ਬਚਾ ਲਿਓ, ਚਾਹੇ 2 ਸਾਲ ਕੋਮਾ 'ਚ ਪਿਆ ਰਵੇ, ਪਰ ਮੈਨੂੰ ਇਹ ਇਹ ਬਚਣਾ ਚਾਹੀਦਾ। ਉਹ ਤੋਂ ਬਾਅਦ ਸਡਨਲੀ 3-4 ਦਿਨ ਮੇਰੀ ਭਤੀਜੀ ਦੇ ਬਰਥਡੇ ਤੋਂ ਜਸਟ 1 ਦਿਨ ਪਹਿਲਾਂ ਡਾਕਟਰਸ ਦੀ ਕਾਲ ਆਈ ਕਿ ਕ੍ਰਿਟੀਕਲ ਹੈ, ਆ ਜਾਓ ਤੁਸੀਂ। ਦੇਖਿਆ ਤਾਂ ਡੈਥ ਹੀ ਹੋ ਗਈ ਸੀਗੀ ਉਦੋਂ ਤੱਕ। ਫਿਰ ਮੈਨੂੰ ਪਤਾ ਨਹੀਂ, ਮੈਨੂੰ ਵੀ ਨਹੀਂ ਪਤਾ ਵੀ ਰੱਬ ਨੇ ਨਾ ਮੈਨੂੰ ਜਿਵੇਂ ਬ੍ਰਦਰ ਦੀ ਡੈਥ ਹੋਈ ਨਾ, ਮੈਨੂੰ ਵੀ ਪਤਾ ਲੱਗਿਆ ਵੀ ਉਹਨਾਂ ਨੇ ਵੈਂਟੀਲੇਟਰ ਲਾਉਣਾ। ਮੈਂ ਕਿਹਾ ਹਾਂ ਠੀਕ ਹੈ, ਕਿਉਂਕਿ ਤੁਹਾਨੂੰ ਨਾ ਇੱਕ ਟਾਈਮ ਤੋਂ ਬਾਅਦ ਪਤਾ ਨਹੀਂ ਤਾਂ ਸ਼ਾਇਦ 8 ਦਿਨ 'ਚ ਰੱਬ ਤੁਹਾਨੂੰ ਹੌਲੀ ਸਿਖਾਉਂਦਾ ਹੈ ਜਾਂ ਤੁਹਾਨੂੰ ਸਬਰ ਦਿੰਦਾ। ਤੁਸੀਂ ਇੱਕ ਹੀ ਚੀਜ਼ ਰੋਜ਼ ਦੇਖ ਰਹੇ ਹੋ। ਮੈਨੂੰ 8 ਦਿਨ ਦਾ ਟਾਈਮ ਦਿੱਤਾ, ਮੈਂ 24 ਘੰਟੇ ਮੈਨੂੰ ICU 'ਚ ਅਲਾਓ ਕੀਤਾ ਉਹਨਾਂ ਨੇ ਬੈਠਣਾ, ਨਹੀਂ ਤਾਂ ਅਲਾਓ ਨਹੀਂ ਕਰਦੇ ਹਸਪੀਟਲ ਵਾਲਿਆਂ ਨੇ, ਮੈਨੂੰ ਅਲਾਓ ਕੀਤਾ। ਮੈਂ ਕੋਲੇ ਬੈਠ ਕੇ ਪਾਠ ਕਰੀ ਜਾਣਾ ਦਿਨ ਰਾਤ। ਮੈਨੂੰ ਉਹਦੇ ਨਾਲ ਸਪੰਜ ਵਾਲੀ ਵਾਸ਼ ਕਰਾਉਣਾ ਵੀ ਮੈਨੂੰ ਐਂ ਲੱਗਣਾ ਜਦੋਂ ਉੱਠੂਗਾ ਇਹਨੂੰ ਐਂ ਲੱਗੇ ਮੇਰੀ ਸੇਵਾ ਹੋਈ ਹੈ, ਇਹ ਖੁਸ਼ ਹੋਵੇ ਵੀ ਜਿੱਦੇ ਉੱਠੇ ਨੂੰ ਐਂ ਨਾ ਲੱਗੇ ਵੀ ਮੇਰੀ ਟੇਕ ਕੇਅਰ ਨਹੀਂ ਹੋਈ। ਫਿਰ ਜਦੋਂ ਸਡਨਲੀ ਮੈਨੂੰ ਪਤਾ ਲੱਗਿਆ ਨਾ, ਮੈਨੂੰ ਨਹੀਂ ਪਤਾ, ਮੇਰਾ ਨਾਲ ਦੀ ਨਾਲ ਧਿਆਨ ਬੱਚਿਆਂ 'ਚ, ਮੇਰੇ ਭਤੀਜੀ 'ਚ। ਮੈਨੂੰ ਉਹ ਤੋਂ ਬਾਅਦ ਮੈਂ ਨਾ ਦੇ ਬ੍ਰਦਰ ਵੱਲ ਵੇਖਿਆ ਮੁੜ ਕੇ, ਮੈਂ ਸੱਚੀ ਨਹੀਂ ਦੇਖਿਆ। ਮੈਨੂੰ ਇਹ ਲੱਗਿਆ ਕਿ ਹੁਣ ਮੈਨੂੰ ਅੱਗੇ ਇਹਨਾਂ ਨੂੰ ਦੇਖਣਾ। ਮੈਂ ਘਰੇ ਆਈ ਜਿਵੇਂ, ਤਾਂ ਮੇਰੇ ਭਤੀਜੇ ਨੇ ਮੈਨੂੰ ਘੁੱਟ ਕੇ ਕਹਿੰਦਾ ਤੁਸੀਂ ਹੁਣ ਸਾਡੇ ਪਾਪਾ ਹੋ ਨਾ ਭੂਆ ਜੀ, ਕਹਿੰਦਾ ਤੁਸੀਂ ਹੈਗੇ ਹੋ ਨਾ ਸਾਡੇ ਕੋਲ। ਬਸ ਉਹਨੇ ਮੈਨੂੰ ਐਂ ਛੱਡਿਆ ਹੀ ਨਹੀਂ।
ਪਤਾ ਨਹੀਂ ਤਾਂ ਉਹ ਵਰਡ ਸੀ ਮਤਲਬ ਹੈ ਨਾ, ਉਸ ਚੀਜ਼ ਨੇ ਮੈਨੂੰ ਇੰਨੀ ਸਟਰੈਂਥ ਦਿੱਤੀ। ਬਸ ਉਹ ਤੋਂ ਬਾਅਦ ਕਦੇ ਮੈਂ ਮੁੜ ਕੇ ਨਹੀਂ, ਮਤਲਬ ਰਿਸ਼ਤੇਦਾਰ ਕਹਿੰਦੇ ਹੁੰਦੇ ਸੀ ਨਹੀਂ ਨਹੀਂ ਤੇਰੀ ਕੀ ਜ਼ਿੰਮੇਵਾਰੀ ਹੈ, ਇਹ ਤਾਂ ਬੱਚੇ ਆਪਣੀ ਕਿਸਮਤ ਲਿਖਾ ਕੇ ਲੈ ਕੇ ਆਏ ਆ। ਆਪਣੇ ਪਿੰਡਾਂ 'ਚ ਕਹਿੰਦੇ ਆ ਹਰ ਕੋਈ ਆਪਦੀ ਕਿਸਮਤ ਲਿਖਾ ਕੇ ਲਿਆਉਂਦਾ ਹੈ, ਤੂੰ ਆਪਣਾ ਦੇਖ। ਪਰ ਨਹੀਂ, ਮੈਨੂੰ ਕਦੇ ਨਾ ਤਾਂ ਫਰਕ ਲੱਗਿਆ ਹੈ ਨਾ। ਔਰ ਉਸ ਚੀਜ਼ ਨੇ ਸ਼ਾਇਦ ਮੈਨੂੰ ਪਤਾ ਨਹੀਂ ਕਿੱਥੋਂ ਸਟਰੈਂਥ ਆਈ, ਆਪਣੇ ਆਪ ਹੀ ਸਡਨਲੀ ਮੈਨੂੰ ਇਹ ਵੀ ਲੱਗਣ ਲੱਗ ਗਿਆ ਕਿ ਹਾਂ ਸਾਨੂੰ ਕਮਾਈ ਵੀ ਕਰਨੀ, ਮੈਨੂੰ ਬੱਚੇ ਪੜ੍ਹਾਉਣੇ ਵੀ ਹੈ, ਮੈਨੂੰ ਖੜੇ ਵੀ ਹੋਣਾ। ਬੱਚੇ ਕਿੰਨੇ ਕਿੰਨੇ ਕੁ ਸਾਲ ਦੇ ਸੀ ਉਸ ਟਾਈਮ, ਕਿੰਨੀ ਕੁ ਉਮਰ ਦੇ? ਮੈਂ ਭਤੀਜੀ ਮੇਰੀ 8-9 ਸਾਲ ਦੀ ਸੀਗੀ, ਭਤੀਜਾ ਮੇਰਾ ਉਦੋਂ ਸੀਗਾ 12 ਸਾਲ ਦਾ। ਉਹ ਉਸ ਵਕਤ ਜਿਵੇਂ ਤੁਹਾਡਾ ਸੋਰਸ ਆਫ ਇਨਕਮ ਕੀ ਸੀਗਾ? ਉਸ ਟਾਈਮ ਬ੍ਰਦਰ ਦਾ ਕੰਮ ਚੱਲ ਰਿਹਾ ਸੀਗਾ ਅਤੇ ਉਹਦਾ ਆਪਣਾ ਬਿਜ਼ਨਸ ਸੀਗਾ, ਪਲੱਸ ਜ਼ਮੀਨ ਸਾਡੀ ਜਿਵੇਂ ਪਿੰਡਾਂ 'ਚ ਆਪਾਂ ਠੇਕੇ 'ਤੇ ਹੀ ਦਿੰਦੇ ਹਾਂ। ਮੈਂ ਆਪਣੀ ਜੋਬ 'ਚ ਹੀ ਸੀਗੀ, HR ਦੀ ਜੋਬ 'ਚ ਸੀਗੀ। ਫਿਰ ਜਿਵੇਂ ਜਿਵੇਂ ਉਹਦਾ ਫੇਜ਼ਿਸ ਆਉਂਦੇ ਆ, ਤੁਹਾਡੇ ਨਾਲ ਦੇ ਜਿਹੜੇ ਉਹਦੇ ਕੰਮ ਵਾਲੇ ਸੀਗੇ, ਨਾਲ ਦੇ ਪਾਰਟਨਰ ਸੀਗੇ, ਉਹਨਾਂ ਨੇ ਪਲੱਸ ਮਾਈਨਸ ਕਰਦਾ, ਬੰਦਾ ਹਰ ਕੋਈ ਕਰਦਾ। ਜਦੋਂ ਜਿਹਦੇ ਪਈ ਹੁੰਦੀ ਆ ਉਹਨੂੰ ਇੱਕ ਵਾਰੀ ਤਾਂ ਨਾ ਸਾਰੀ ਕਹਿੰਦੇ ਨਾ ਸਮਾਜ ਸਮੂਜ ਸਭ ਇੱਕ ਵਾਰੀ ਤਾਂ ਲੈਂਦੇ ਆ ਵੀ ਹਾਂ ਸਾਹਮਣੇ ਤੁਹਾਡੇ ਖਲੋ ਜਾਂਦਾ। ਹਾਂ ਵੀ ਇੱਕ ਵਾਰੀ ਤਾਂ ਤੁਹਾਨੂੰ ਔਖਾ ਟਾਈਮ ਫੇਸ ਕਰਨਾ ਪੈਂਦਾ। ਫਿਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਬ੍ਰਦਰ ਦਾ FIR ਨਹੀਂ ਹੋਣ ਦਿੱਤੀ, ਜਿਨ੍ਹਾਂ ਤੋਂ ਐਕਸੀਡੈਂਟ ਹੋਇਆ ਸੀਗਾ, ਕੋਈ ਦੁੱਧ ਵਾਲੇ ਕੈਂਟਰ ਨਾਲ ਹੋਇਆ ਸੀਗਾ। ਫਿਰ ਉਹ ਕੇਸ ਦਾ ਦੁਬਾਰਾ ਸਟਾਰਟ ਕੀਤਾ, ਕਿਉਂਕਿ ਲੋਕਾਂ ਨੇ, ਮੈਂ ਪਿੱਛੇ ਜੇ ਵੀ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਕੇਸ ਲੜ ਰਹੇ ਹੋ, ਤੁਹਾਨੂੰ ਪੈਸਾ ਚਾਹੀਦਾ ਹੈ। FIR ਐਕਸੀਡੈਂਟਲ ਕੇਸ ਦਾ ਮੋਸਟਲੀ ਹੁੰਦਾ ਕਿ ਤੁਹਾਨੂੰ ਨਾ ਫਾਈਨੈਂਸ਼ਲੀ ਇੰਸ਼ੋਰੈਂਸ ਵਾਲਿਆਂ ਤੋਂ ਫਾਈਨੈਂਸ਼ਲੀ ਸਪੋਰਟ ਮਿਲਦੀ ਹੈ ਇਸ ਚੀਜ਼ ਦੀ। ਤਾਂ ਮੈਨੂੰ ਲੋਕਾਂ ਨੇ ਸਾਨੂੰ ਇਹ ਵੀ ਬੋਲਿਆ, ਮੈਨੂੰ ਈਵਨ ਕੋਰਟ 'ਚ ਵੀ ਕਹਿੰਦੇ ਹੁੰਦੇ ਸੀ, ਆਪੋਜੀਸ਼ਨ ਵਾਲਾ ਵਕੀਲ ਕਹਿੰਦਾ ਜੀ ਇਹਨਾਂ ਨੂੰ ਲਾਲਚ ਪੈ ਗਿਆ ਕਿ ਡੈਥ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਹੈ ਵੀ ਸਾਨੂੰ ਪੈਸੇ ਮਿਲਣਗੇ ਤਾਂ ਇਹਨਾਂ ਨੇ ਕੇਸ ਕੀਤਾ। ਪਰ ਮੈਨੂੰ ਤਾਂ ਬੱਚੇ ਤਾਂ ਪਾਲਣੇ ਆ ਨਾ, ਅਸੀਂ ਬੱਚੇ ਤਾਂ ਪਾਲਾਂਗੇ। ਸਾਨੂੰ ਹੁਣ ਸੋਰਸ ਆਫ, ਜਿੱਥੇ ਤਾਂ ਬੱਚਿਆਂ ਨੇ ਕਿੱਥੇ ਤਾਂ ਪਿਓ ਦੇ ਸਿਰ 'ਤੇ ਪਲਣਾ ਹੁੰਦਾ ਹੈ ਵੀ ਖੁੱਲ੍ਹਾ DPS 'ਚ ਪੜ੍ਹਦੇ ਸੀ, ਅੱਛੇ ਸਕੂਲ ਜਿਹਦੀ ਸਕੂਲਿੰਗ ਹੋ ਰਹੀ ਹੈ ਬੱਚਿਆਂ ਦੀ, ਜੋ ਵੀ ਹੈਗਾ। ਮੈਨੂੰ ਰਿਸ਼ਤੇਦਾਰਾਂ ਨੇ ਔਰ ਸਾਰਿਆਂ ਨੇ ਸਲਾਹ ਦਿੱਤੀ ਕਿ ਤੁਸੀਂ ਬੱਚਿਆਂ ਨੂੰ ਨਾ ਦੂਜੇ ਸਕੂਲਾਂ 'ਚ ਪਾ ਦਿਓ ਔਰ ਇਹਨਾਂ ਦੀ ਲਾਈਫ ਥੋੜ੍ਹੀ ਜਿਹੀ ਕੰਪਰੋਮਾਈਜ਼ ਕਰਾਓ। ਬੱਚੇ ਤਾਂ ਕਹਿੰਦੇ ਕਿਸਮਤ ਤਾਂ ਹੀ ਹੁੰਦੀ ਹੈ, ਜਦੋਂ ਪੈ ਗਈ, ਜਿਹਦੇ ਪਿਓ ਨਹੀਂ ਹੁੰਦੇ ਉਹ ਕਿਹੜਾ ਪਲਦੇ ਨਹੀਂ, ਆਹੀਂ ਪਲ ਜਾਂਦੇ ਆ ਰੁਲਦੇ ਖੁਲਦੇ, 10 ਪੜ੍ਹ ਕੇ ਲੱਗ ਜੂਗਾ ਕਿਤੇ। ਤਾਂ ਮੈਨੂੰ ਉਹ ਚੀਜ਼ ਪਤਾ ਨਹੀਂ, ਮੈਨੂੰ ਅੰਦਰ ਐਂ ਖਾਂਦੀ ਸੀ ਵੀ ਫਿਰ ਵੀ ਜੇ ਮੈਂ ਦੇਖੋ ਕੁੜੀ ਸੀ, ਮੇਰੇ ਪਾਪਾ ਨੇ ਮੇਰੇ 'ਤੇ ਇਨਵੈਸਟ ਕੀਤਾ, ਟਾਈਮ ਵੀ ਦਿੱਤਾ ਮੈਨੂੰ। ਮੈਂ ਔਖਾ ਟਾਈਮ ਦੇਖਿਆ, ਮੈਂ ਵੀ ਘਰੇ ਰਹਿ ਕੇ ਪੜ੍ਹ ਸਕਦੀ ਸੀ, ਉਦੋਂ ਉਹਨਾਂ ਕੋਲ ਰਹੀ ਹੁੰਦੀ, ਟਾਈਮਲੀ ਮੇਰੀ ਮੈਰਿਜ ਹੋਣੀ ਹੁੰਦੀ, ਸ਼ਾਇਦ ਉਹਨਾਂ ਦੇ ਹੁੰਦੇ ਹੀ ਹੋ ਜਾਂਦੀ ਹੈ ਨਾ। ਫਿਰ ਉਹ ਤੋਂ ਬਾਅਦ ਜੇ ਮੈਨੂੰ ਉਹਨਾਂ ਨੇ ਇੰਨਾ ਟਾਈਮ ਦਿੱਤਾ, ਮੈਨੂੰ ਪੜ੍ਹਾਇਆ ਕੀਤਾ, ਫਿਰ ਕੀ ਹੋਗਾ ਜੇ ਮੈਂ ਕੁੜੀ ਹਾਂ, ਮੈਂ ਕਿਸੇ ਹੋਰ ਦੀ ਫੈਮਿਲੀ 'ਚ ਜਾ ਕੇ ਉਹਨਾਂ ਨੂੰ ਸਪੋਰਟ ਕਰੂੰਗੀ ਤਾਂ ਮੇਰੀ ਫੈਮਿਲੀ ਨੂੰ ਮੇਰੀ ਲੋੜ ਹੈ ਇਸ ਟਾਈਮ, ਉਹਨਾਂ ਨਾਲ ਖੜਨਾ ਚਾਹੀਦਾ ਮੈਨੂੰ। ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਕਾਫੀ ਕ੍ਰਿਟਿਸਿਜ਼ਮ ਮਿਲਿਆ ਵੀ ਹਾਂ ਕੋਈ ਤੁਹਾਨੂੰ ਸਪੋਰਟ ਘੱਟ ਹੀ ਕਰਦੇ ਹੁੰਦੇ ਆ ਲੋਕ ਤੁਹਾਡੇ ਡਿਸੀਜਨਸ ਤੋਂ। ਪਰ ਠੀਕ ਹੈ, ਹੁਣ ਸਾਡੀ ਕਹਿੰਦੇ ਹੁੰਦੇ ਨਾ 5-6 ਸਾਲਾਂ 'ਚ ਗੱਡੀ ਥੋੜ੍ਹੀ ਜਿਹੀ ਲਾਈਨ 'ਤੇ ਆਈ ਹੈ, ਥੋੜ੍ਹਾ ਜਿਹਾ ਬੱਚੇ ਵੱਡੇ ਹੋ ਗਏ, ਸਕੂਲਿੰਗ ਉਹਨਾਂ ਦੀ ਠੀਕ ਠਾਕ ਚੱਲ ਰਹੀ ਹੈ। ਤੁਸੀਂ ਉਸ ਪਲ ਮਤਲਬ ਇਹ ਸੋਚਿਆ ਸੀਗਾ ਕਿ ਮੈਂ ਵਿਆਹ ਨਹੀਂ ਕਰਾਉਣਾ, ਜਾਂ ਇਹ ਚੀਜ਼ ਸੀਗੀ ਕਿ ਵੀ ਹਾਲਾਤ ਹੀ ਉਵੇਂ ਦੇ ਬਣੀ ਗਏ ਤਕਰੀਬਨ, ਹੈ ਨਾ? ਜਿਵੇਂ ਤੁਸੀਂ ਕਿਹਾ ਵੀ ਮੈਂ ਉਸ ਪਲ ਹੀ ਸੋਚ ਲਿਆ ਸੀ ਕਿ ਮੈਂ ਦੂਜੀ ਫੈਮਿਲੀ ਨੂੰ ਜੇ ਸਪੋਰਟ ਕਰੂੰਗੀ ਤਾਂ ਉਹਦੀ ਬਜਾਏ ਮੇਰੀ ਆਪਣੀ ਫੈਮਿਲੀ ਨੂੰ ਜ਼ਿਆਦਾ ਜ਼ਰੂਰਤ ਆ ਨਾ। ਪਰ ਇਹ ਫੈਸਲਾ ਮੈਨੂੰ ਲੱਗਦਾ ਕੋਈ ਮੁੰਡਾ ਕਰੇ ਤਾਂ ਸ਼ਾਇਦ ਸੋਸਾਇਟੀ ਬਹੁਤ ਛੇਤੀ ਐਕਸੈਪਟ ਕਰ ਲੈਂਦੀ ਹੈ ਨਾ, ਉਹ ਕਹਿਣਗੇ ਵੀ ਉਹਦੀ ਆਪਣੀ ਮਰਜ਼ੀ ਆ, ਉਹਦੀ ਆਪਣੀ ਜ਼ਿੰਦਗੀ ਆ। ਪਰ ਕੁੜੀਆਂ ਲਈ ਤਾਂ ਸਾਡਾ ਆਲਾ ਦੁਆਲਾ ਤਾਂ ਬਹੁਤ ਦੂਰ ਦੀ ਗੱਲ ਹੈ, ਸਾਡੇ ਰਿਸ਼ਤੇਦਾਰ ਹੀ ਨਹੀਂ ਮੰਨਦੇ ਹੁੰਦੇ, ਹੈ ਨਾ? ਬਹੁਤ ਜ਼ਿਆਦਾ। ਤੁਸੀਂ ਨਾ ਆਪਣੀ ਸੁਸਾਇਟੀ ਬਹੁਤ ਹੀ ਜ਼ਿਆਦਾ ਜਜਮੈਂਟਲ ਹੈ। ਇੱਕ ਕਹਿੰਦੇ ਨਾ ਤਰਸ ਜਾਂ ਕਿਸੇ ਲਈ ਇਹ ਬਹੁਤ ਘੱਟ ਚੀਜ਼ਾਂ ਹੈਗੀਆਂ। ਆਪਣੀ ਸੁਸਾਇਟੀ ਜਜਮੈਂਟ, ਮੈਂ ਔਰ ਭਾਬੀ ਜੀ ਹਾਂ ਫੈਮਿਲੀ 'ਚ, ਅਸੀਂ ਦੋਨੋਂ ਫੀਮੇਲਸ ਹੈ, ਬਟ ਸਾਨੂੰ ਜਿਹੜੀ ਜਜਮੈਂਟ ਔਰ ਲੋਕਾਂ ਦਾ ਜਿਹੜਾ ਚੱਲਣਾ ਪਿਆ ਜਾਂ ਅਸੀਂ ਚੱਲ ਰਹੇ ਹਾਂ, ਹਜੇ ਵੀ ਚੱਲ ਰਹੇ ਹਾਂ, ਸਿਰਫ ਰਿਸ਼ਤੇਦਾਰਾਂ ਤੋਂ ਨਹੀਂ, ਹਰ ਕਿਸੇ ਤੋਂ ਹੀ ਤੁਹਾਨੂੰ ਹਰ ਕੋਈ ਜੱਜ ਕਰਦਾ। ਮੈਂ ਮੈਰਿਜ ਨਹੀਂ ਕਰਾ ਰਹੀ ਜਾਂ ਕੁਛ ਨਹੀਂ ਕਰਾ ਰਹੀ, ਉਹ ਮੇਰਾ ਪਰਸਨਲ ਡਿਸੀਜਨ ਹੈ ਨਾ, ਮੈਨੂੰ ਇਹ ਲੱਗਦਾ। ਔਰ ਇਹੋ ਜਿਹਾ ਨਹੀਂ ਹੁੰਦਾ ਕਿ ਕਿਸੇ ਦਾ ਵੀ, ਮੈਨੂੰ ਹੈਪੀ ਲਾਈਫ ਕਿਹਨੂੰ ਨਹੀਂ ਪਸੰਦ, ਸੌਖੀ ਲਾਈਫ ਕਿਹਨੂੰ ਨਹੀਂ ਪਸੰਦ, ਬਟ ਇੱਕ ਟਾਈਮ ਤੋਂ ਬਾਅਦ ਤੁਹਾਡੀ ਨਾ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ ਲਾਈਫ ਦੀਆਂ, ਹੈ ਨਾ? ਉਸ ਟਾਈਮ ਬ੍ਰਦਰ ਦਾ ਸੀਗਾ, ਬ੍ਰਦਰ ਹੁੰਦਾ, ਕਰ ਦਿੰਦਾ, ਸਭ ਕੁਛ ਸੀਗਾ, ਸੈੱਟ ਹੋਈ ਹੁੰਦੀ, ਸ਼ਾਇਦ ਮੈਂ ਮੈਰਿਜ ਹੋਈ ਹੁੰਦੀ ਨੂੰ ਮੈਨੂੰ 2 ਮਹੀਨੇ ਹੋਏ ਹੁੰਦੇ, ਉਹ ਤੋਂ ਬਾਅਦ ਇੰਸੀਡੈਂਟ ਹੁੰਦਾ, ਮੇ ਬੀ ਉਹੀ ਮੈਨੂੰ ਸਪੋਰਟ ਮਿਲਦੀ ਮੇਰੇ ਇਨ-ਲॉज ਤੋਂ, ਮੇ ਬੀ ਸਪੋਰਟ ਨਾ ਮਿਲਦੀ, ਕਿਉਂਕਿ ਬਹੁਤ ਲੋਕ ਤੁਹਾਨੂੰ ਐਕਸੈਪਟ ਨਹੀਂ ਕਰਦੇ ਕਿ ਤੁਸੀਂ ਆਪਣੇ ਨਾਲ ਭਤੀਜਾ ਭਤੀਜੀ ਨੂੰ ਪਾਲ ਰਹੇ ਹੋ ਜੀ, ਨਾਲ ਤੁਹਾਡੀ ਭਰਜਾਈ ਵੀ ਤੁਹਾਡੇ ਨਾਲ ਰਹਿ ਰਹੀ ਹੈ ਨਾ। ਕਈ ਚੀਜ਼ਾਂ ਤਾਂ ਸੁਸਾਇਟੀ ਤੁਹਾਨੂੰ ਹਮੇਸ਼ਾ ਹੀ ਜਜਮੈਂਟਲ ਰਹਿੰਦੀ ਹੈ। ਇੰਨਾ ਕੁ ਮੈਂ ਫੇਸ ਕੀਤਾ, ਨੋ ਡਾਊਟ ਸਪੋਰਟ ਵੀ ਮਿਲਦੀ ਹੈ ਮੈਨੂੰ, ਐਵੇਂ ਕਹਾਂ ਬਹੁਤ ਚੰਗੇ ਲੋਕ ਵੀ ਮਿਲੇ ਹੈ, ਹਰ ਪ੍ਰੋਫੈਸ਼ਨ 'ਚ ਮਿਲੇ ਹੈ, ਤਾਂ ਬਟ ਜਜਮੈਂਟਸ ਤਾਂ ਆਪਣੇ ਹਮੇਸ਼ਾ ਪਾਸ ਹੁੰਦੀਆਂ ਹੀ ਹੈ।
ਮਤਲਬ ਇਹ ਹੈ ਕਿ ਇਹ ਫੈਸਲਾ ਵੀ ਤੁਹਾਡਾ ਖੁਦ ਦਾ ਨਹੀਂ ਹੋ ਸਕਦਾ ਹੈ ਨਾ। ਨਹੀਂ ਹੋ ਸਕਦਾ। ਤੁਹਾਨੂੰ ਮੈਨੂੰ ਲੱਗਦਾ ਖਾਸ ਕਰਕੇ ਕੁੜੀਆਂ ਨੂੰ ਤਾਂ ਸ਼ਾਇਦ ਇਹੋ ਜਿਹੇ ਬਹੁਤ ਸਾਰੇ ਫੈਸਲੇ ਉਹ ਕਰ ਲੈਂਦੀਆਂ ਨੇ ਜਿਨ੍ਹਾਂ ਲਈ ਉਹਨਾਂ ਨੂੰ ਲੱਗਦਾ ਹੁੰਦਾ ਵੀ ਮੈਂ ਕਰਨਾ ਹੀ ਨਹੀਂ ਚਾਹੁੰਦੀ, ਫਿਰ ਵੀ ਉਹ ਕਰ ਲੈਂਦੀਆਂ ਨੇ ਆਲੇ ਦੁਆਲੇ ਦੇ ਕਹਿ ਲਓ ਪ੍ਰੈਸ਼ਰ 'ਚ, ਹੈ ਨਾ। ਤੁਸੀਂ ਆਪਣੇ ਇਸ ਫੈਸਲੇ ਨਾਲ ਖੁਸ਼ ਹੋ? ਮਤਲਬ ਇੱਕ ਤਾਂ ਹੁੰਦਾ ਕਿ ਮੈਨੂੰ ਲੱਗੂਗਾ ਕਿ ਮੈਂ ਕਿਸੇ ਲਈ ਸੈਕਰੀਫਾਈਸ ਕੀਤਾ, ਉਹਦੇ ਤੋਂ ਮੈਂ ਸੰਤੁਸ਼ਟ ਹਾਂ, ਪਰ ਮੈਂ ਉਹਦੇ 'ਚ ਆਪਣੇ ਆਪ ਨੂੰ ਸੈਕਰੀਫਾਈਸ ਕਰਤਾ, ਉਸ ਚੀਜ਼ ਤੋਂ ਮੈਂ ਸੈਟਿਸਫਾਈ ਨਹੀਂ ਹਾਂ ਨਾ। ਤੁਸੀਂ ਸੈਟਿਸਫਾਈ ਹੋ ਆਪਣੀ ਇਸ ਜ਼ਿੰਦਗੀ 'ਚ? ਪਹਿਲੀ ਚੀਜ਼ ਤਾਂ ਮੈਨੂੰ ਕੋਈ ਇਹ ਸੈਕਰੀਫਾਈਸ ਨਹੀਂ ਲੱਗ ਰਿਹਾ, ਸੱਚੀ ਨਹੀਂ ਲੱਗ ਰਿਹਾ। ਔਰ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਆਊਟ ਆਫ ਦਾ ਵੇ ਜਾ ਕੇ ਕਰ ਰਹੀ ਹਾਂ। ਮੇਰੀ ਇੱਕ ਫੈਮਿਲੀ ਹੈ। ਮੈਂ ਕਦੇ ਪਹਿਲਾਂ ਤਾਂ ਇਹ ਨਹੀਂ ਸੋਚਦੀ ਕਿ ਮੈਂ ਕੁੜੀ ਹਾਂ ਜਾਂ ਮੈਂ ਮੁੰਡਾ ਹੈ। ਮੇਰੀ ਇੱਕ ਫੈਮਿਲੀ ਆ ਜਿਹਦੇ 'ਚ ਮੇਰੇ ਟਾਈਮਲੀ ਨਹੀਂ ਗਏ, ਮੇਰੇ ਪੇਰੈਂਟਸ ਗਏ ਪਹਿਲਾਂ। ਅਨਫੋਰਚੂਨੇਟਲੀ ਮੇਰੇ ਲਈ ਇੰਨਾ ਮਾੜੀ ਕਿਸਮਤ ਕਹਿ ਲਓ ਜਾਂ ਹੈ ਨਾ ਕਿ ਮੇਰਾ ਬ੍ਰਦਰ ਵੀ ਗਿਆ। ਉਹ ਤੋਂ ਬਾਅਦ ਮੈਨੂੰ ਫੈਮਿਲੀ ਨੂੰ ਪਹਿਲਾਂ ਸਪੋਰਟ ਕਰਨਾ ਹੈ। ਉਹ ਤੋਂ ਬਾਅਦ ਮੈਰਿਜ ਹੋਣਾ ਨਾ ਹੋਣਾ ਇਜ਼ ਨਾਟ ਅ ਮੇਰੇ ਲਈ ਬਿਗ ਡੀਲ ਨਹੀਂ ਹੈ। ਮੈਨੂੰ ਇਹ ਵੀ ਨਹੀਂ, ਮੈਂ ਕਹਿ ਰਹੀ ਕਿ ਹਾਂ ਮੈਂ ਕੱਲ੍ਹ ਨੂੰ ਵੀ ਨਹੀਂ ਕਰੂੰਗੀ। ਕੋਈ ਲਾਈਕ ਮਾਈਂਡਡ ਪਰਸਨ ਕਦੇ ਮਿਲ ਜਾਂਦਾ ਹੈ ਜਿਹੜੇ ਮੇਰੇ ਹਰ ਹਾਲਾਤ ਨੂੰ ਐਕਸੈਪਟ ਕਰਦੇ ਆ। ਕਈ ਵਾਰੀ ਹੋ ਜਾਂਦਾ ਹੈ ਨਾ, ਦੈਨ ਮੇ ਬੀ ਮੈਨੂੰ ਕੋਈ ਇਹੋ ਜਿਹਾ ਨਹੀਂ। ਬਟ ਮੈਨੂੰ ਕਦੇ ਇਹ ਚੀਜ਼ ਦਾ ਐਂ ਲੱਗੇ ਹੀ ਨਹੀਂ ਕਿ ਮੈਂ ਕੁਝ ਸੈਕਰੀ ਜਾਂ ਮੈਂ ਆਊਟ ਆਫ ਦਾ ਵੇ ਜਾ ਕੇ ਕਰ ਰਹੀ ਹਾਂ। ਮੈਨੂੰ ਲੱਗਦਾ ਕਿ ਸੁਸਾਇਟੀ 'ਚ ਪਤਾ ਨਹੀਂ ਲੋਕਾਂ ਨੂੰ ਪਹਿਲਾਂ ਸ਼ੁਰੂ 'ਚ ਤਾਂ ਬਹੁਤ ਜ਼ਿਆਦਾ ਸੀਗਾ, ਮੈਨੂੰ ਵੀ ਬਹੁਤ ਸੁਣਨ ਨੂੰ ਮਿਲਦਾ ਸੀਗਾ। ਬ੍ਰਦਰ ਤੋਂ ਬਾਅਦ ਵੀ ਕਾਫੀ ਕਹਿੰਦੇ ਹੁੰਦੇ ਸੀ ਪਿੰਡਾਂ 'ਚ ਕਿ ਪਿੰਡ ਰਿਸ਼ਤੇ ਇਹਦਾ ਤੈਨੂੰ ਰਿਸ਼ਤਾ ਆ ਰਿਹਾ, ਤੂੰ ਐਵੇਂ ਕਰ ਲਾ ਹੈ ਨਾ, ਵੀ ਤੈਨੂੰ ਮੈਰਿਜ ਕਰਾਉਣੀ ਚਾਹੀਦੀ ਹੈ। ਤਾਂ ਮੈਨੂੰ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਇਸ ਟਾਈਮ ਮੈਂ 5-6 ਸਾਲ ਜੇ ਬੱਚੇ ਨੂੰ ਇੱਕ ਵਾਰ ਅਸੀਂ ਲਾਈਨ 'ਤੇ ਲਿਆਏ, ਕਿਉਂਕਿ ਮੇਰੀ ਨੀਸ ਨਾਲ ਸੀ ਮੇਰੀ ਭਤੀਜੀ ਐਕਸੀਡੈਂਟ ਦੇ ਟਾਈਮ। ਸਾਈਕੋਲੋਜੀਕਲ ਉਹ 'ਤੇ ਕਿੰਨਾ ਪ੍ਰੈਸ਼ਰ ਆਇਆ ਮੈਨੂੰ ਪਤਾ। ਉਹਦੀਆਂ ਮੈਂ ਕਾਉਂਸਲਿੰਗਸ ਕਰਾ ਕੇ ਕਿਵੇਂ ਉਹਨੂੰ ਅਸੀਂ ਵਾਪਸ ਹਜੇ ਵੀ ਉਹਨੂੰ ਕਦੇ ਲੱਗਦਾ ਮੈਨੂੰ ਐਸਥਮਾ ਹੈ, ਮੈਨੂੰ ਸਾਹ ਦੀ ਪ੍ਰੋਬਲਮ ਹੈ। ਉਹਨੂੰ ਸਾਹ ਦੀ ਪ੍ਰੋਬਲਮ ਨਹੀਂ ਹੈ। ਉਹਨੂੰ ਜਦੋਂ ਆਪਣੀ ਉਹ ਇਨਸੀਡੈਂਟ ਯਾਦ ਆ ਜਾਂਦੀ ਹੈ, ਉਹਨੂੰ ਲੱਗਦਾ ਉਹਨੂੰ ਸਾਹ ਨਹੀਂ ਆ ਰਿਹਾ। ਤਾਂ ਉਹ ਚੀਜ਼ਾਂ ਜਿਹੜੇ ਮੈਂਟਲ ਟਰੋਮਾਸ ਹੋ ਗਏ ਜਾਂ ਜਿਹੜੇ ਫੇਜ਼ਿਸ 'ਚੋਂ ਅਸੀਂ ਨਿਕਲੇ ਆ, ਉਹ ਫੇਜ਼ਿਸ ਮੇਰੇ ਲਈ ਉਦੋਂ ਹੈਂਡਲਿੰਗ ਜ਼ਿਆਦਾ ਜ਼ਰੂਰੀ ਸੀਗੀ। ਬੱਚਿਆਂ ਨਾਲ ਤੁਹਾਡਾ ਕਿਵੇਂ ਦਾ ਰਿਸ਼ਤਾ ਹੈ ਨਾ? ਮਤਲਬ ਜਿਵੇਂ ਇਮੋਸ਼ਨਲੀ ਇਹ ਚੀਜ਼ ਤਾਂ ਹੁੰਦੀ ਹੈ ਕਿ ਜਦੋਂ ਇੱਕ ਬੰਦਾ ਦੁਨੀਆ ਤੋਂ ਜਾਂਦਾ ਤਾਂ ਆਪਾਂ ਉਹਦੀ ਜਗ੍ਹਾ ਭਰਨ ਲਈ ਕਿਸੇ ਹੋਰ ਨੂੰ ਖੜਾ ਚਾਹੁੰਦੇ ਹਾਂ ਉਸ ਜਗ੍ਹਾ 'ਤੇ, ਹੈ ਨਾ। ਪਰ ਉਹ ਬੱਚੇ ਨੇ ਛੋਟੇ, ਮਤਲਬ ਅੱਜ ਰਿਸ਼ਤਾ ਬਹੁਤ ਵਧੀਆ ਹੁੰਦਾ, ਅੱਗੇ ਜਾ ਕੇ ਤਾਂ ਜਿਵੇਂ ਆਪਾਂ ਕਹਿ ਲਈਏ ਕਿ ਸਕੇ ਮਾਂ ਪਿਓ ਨਾਲ ਵੀ ਰਿਸ਼ਤੇ ਬਦਲ ਸਕਦੇ ਆ ਤੁਹਾਡੇ। ਹੁਣ ਤੁਹਾਡਾ ਉਹਨਾਂ ਨਾਲ ਰਿਲੇਸ਼ਨ, ਖਾਸ ਕਰਕੇ ਤੁਹਾਡੀ ਭਰਜਾਈ ਨਾਲ, ਕਿਉਂਕਿ ਲੋਕਾਂ ਨੂੰ ਤਾਂ ਇਹੀ ਲੱਗਦਾ ਹੁੰਦਾ ਕਿ ਨਣਦ ਅਤੇ ਭਰਜਾਈ ਦਾ ਰਿਸ਼ਤਾ ਸ਼ਾਇਦ ਬਹੁਤ ਸੋਹਣਾ ਨਹੀਂ ਚੱਲ ਸਕਦਾ, ਹੈ ਨਾ। ਸ਼ਾਇਦ ਤੁਸੀਂ ਜਿਵੇਂ ਕਿਹਾ ਕਿ ਮੈਂ ਬਹੁਤ ਵੱਡਾ ਸੈਕਰੀਫਾਈਸ ਨਹੀਂ ਕਰ ਰਹੀ ਉਹਨਾਂ ਲਈ, ਪਰ ਫਿਰ ਵੀ ਤੁਸੀਂ ਬਹੁਤ ਕੁਛ ਕਰ ਰਹੇ ਹੋ, ਜਿਹੜਾ ਕਿ ਮੈਨੂੰ ਲੱਗਦਾ ਕਿ ਕੁੜੀ ਹੋਣ ਦੇ ਨਾਤੇ ਸ਼ਾਇਦ ਜ਼ਿੰਦਗੀ 'ਚ ਆਪਣੀ ਪਹਿਲੀ ਪ੍ਰਾਇਓਰਿਟੀ ਇਹ ਹੁੰਦੀ ਹੈ ਕਿ ਮੇਰਾ ਆਪਣਾ ਇੱਕ ਪਰਿਵਾਰ ਹੋਵੇ, ਮੈਂ ਕਿਸੇ ਘਰ ਹੈ ਨਾ ਮੇਰਾ ਵਿਆਹ ਹੋਵੇ ਅਤੇ ਮੇਰੇ ਆਪਣੇ ਬੱਚੇ ਹੋਣ। ਤੁਸੀਂ ਉਹਨਾਂ ਲਈ ਸਟੈਂਡ ਲਿਆ ਹੋਇਆ, ਉਹਦੇ ਬਦਲੇ ਉਹਨਾਂ ਦੇ ਮਨ 'ਚ ਮਤਲਬ ਤੁਹਾਡਾ ਆਪਸੀ ਰਿਸ਼ਤਾ ਕਿਵੇਂ ਦਾ ਹੈ? ਪਹਿਲਾਂ ਬੱਚਿਆਂ ਦਾ ਤਾਂ ਮੈਂ ਕਹੂੰਗੀ ਮੈਨੂੰ ਆਪਣੇ ਬੱਚਿਆਂ ਵਰਗੀ ਲੱਗਦੇ ਆ। ਮੈਨੂੰ ਸੱਚੀ ਫਰਕ ਨਹੀਂ ਲੱਗਦਾ, ਬਿਲਕੁਲ ਵੀ ਨਹੀਂ ਲੱਗਦਾ। ਬਾਕੀ ਸੈਕਿੰਡਲੀ ਮੈਂ ਉਹਨਾਂ ਨਾਲ ਜਮਾਂ ਫਰੈਂਡਸ ਵਾਂਗੂ ਰਹਿੰਦੀ ਹਾਂ। ਸੈਕਿੰਡ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਜਦੋਂ ਕਹਿੰਦੇ ਆ ਲੋਕ ਤੇਰੇ ਆਪਦੇ ਬੱਚੇ ਹੋਣਗੇ, ਮੈਂ ਐਕਸਪੈਕਟੇਸ਼ਨ ਹੀ ਨਹੀਂ ਰੱਖ ਰਹੀ ਉਹਨਾਂ ਤੋਂ ਕਿ ਕੱਲ੍ਹ ਨੂੰ ਵੱਡੇ ਹੋ ਕੇ ਉਹ ਮੈਨੂੰ ਸੰਭਾਲਣਗੇ। ਮੈਂ ਕਦੇ ਮਜ਼ਾਕ 'ਚ ਵੀ ਨਹੀਂ ਕਿਹਾ ਵੀ ਤੁਸੀਂ ਮੇਰੀ ਟੇਕ ਕੇਅਰ ਕਰੋਗੇ, ਬਲਕਿ ਉਲਟਾ ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਹਾਂ ਕਿ ਜਲਦੀ ਇੰਡੀਪੈਂਡੈਂਟ ਹੋ ਜਾਓ, ਫਿਰ ਮੈਂ ਆਪਣੀ ਲਾਈਫ ਜੀਣੀ ਹੈ, ਤੁਸੀਂ ਆਪਣੀ ਜੀਓ। ਕਿਉਂਕਿ ਮੈਨੂੰ ਉਹ ਤਾਂ ਪ੍ਰੈਸ਼ਰ ਪਾ ਰਹੀ ਹੈ ਨਾ ਮੈਂ ਉਹਨਾਂ 'ਤੇ। 24 ਘੰਟੇ ਮੈਂ ਉਹਨਾਂ ਨੂੰ ਸੁਣਾਉਂਗੀ ਕਿ ਨਹੀਂ ਮੈਂ ਤੁਹਾਨੂੰ ਐਵੇਂ ਕਰ ਰਹੀ ਹਾਂ, ਹੁਣ ਮੈਂ ਤੁਹਾਨੂੰ ਟਾਈਮ ਦੇ ਰਹੀ ਹਾਂ ਤਾਂ ਤੁਹਾਨੂੰ ਮੁੜੇ ਹੋ ਕੇ ਮੈਨੂੰ ਜਦੋਂ ਮੈਂ ਬੁੜੀ ਹੋਊਂਗੀ ਟਾਈਮ। ਮੈਂ ਉਹਨਾਂ ਨੂੰ ਕਹਿਣੀ ਹੁੰਦੀ ਹਾਂ ਮੈਂ ਫਿੱਟ ਰਹਿ ਰਹੀ ਹਾਂ ਔਰ ਮੈਂ ਐਂ ਹੀ ਫਿੱਟ ਰਹਿਣਾ ਚਾਹੁੰਦੀ ਹਾਂ। ਬਸ ਮੈਨੂੰ ਇੰਨਾ ਕੁ ਟੈਨਸ਼ਨ ਫਰੀ ਕਰ ਦਿਓ ਕਿ ਆਪਣਾ ਇੱਕ ਵਾਰੀ ਦੋਨੋਂ ਇੰਡੀਪੈਂਡੈਂਟਲੀ ਸੈੱਟ ਹੋ ਜਾਓ। ਆਪਣਾ ਨਾ ਲਾਈਫ 'ਚ ਆਪਣਾ ਸੈੱਟ ਦਾ ਹੀ ਹੁੰਦਾ ਕਿ ਆਪਣਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਓ, ਆਪਣੀ ਲਾਈਫ 'ਚ ਅੱਛੇ ਹਿਊਮਨਸ ਬਣੋ, ਅੱਛਾ ਬਿਹੇਵੀਅਰ ਰੱਖੋ। ਬਸ ਇਹ ਜਦੋਂ ਹੋ ਗਿਆ ਤੁਹਾਡਾ, ਫਿਰ ਮੈਂ ਉਹਨਾਂ ਨੂੰ ਕਹਿ ਰਹੀ ਮੈਂ ਕਿਹਾ ਬਸ ਹਾਂ ਆਪਾਂ ਘੁੰਮਣਾ, ਸਾਲ 'ਚ ਇੱਕ ਟ੍ਰਿਪ ਇਕੱਠੇ ਮਾਰਿਆ ਕਰਨਾ। ਮੇਰੀ ਇਹ ਉਹਨਾਂ ਨਾਲ ਹਮੇਸ਼ਾ ਰਹਿੰਦੀ ਹੈ ਕਿ ਸਾਲ 'ਚ ਇੱਕ ਟ੍ਰਿਪ, ਚਾਹੇ ਤੁਸੀਂ ਕਿਤੇ ਵੀ ਰਹੋ, ਸਾਲ 'ਚ ਇੱਕ ਟ੍ਰਿਪ ਆਪਣਾ ਇਕੱਠਿਆਂ ਦਾ ਹੋਣਾ। ਬਾਕੀ ਭਰਜਾਈ ਦਾ, ਭਾਬੀ ਜੀ ਦਾ ਮੈਂ ਕਹੂੰਗੀ ਸੱਚੀ ਮੈਨੂੰ ਇਹ ਪਹਿਲਾਂ ਨਾ ਮੈਂ ਜ਼ਿਆਦਾ ਹੋਸਟਲ ਰਹੀ, ਫਿਰ ਮੈਂ ਬੰਬੇ ਰਹੀ, ਫਿਰ ਮੇਰੀ ਹਾਇਰ ਸਟੱਡੀਜ਼ ਲਈ ਮੈਂ ਇੰਗਲੈਂਡ ਵੀ ਗਈ ਹਾਂ। ਮੇਰੀ ਉੱਥੋਂ ਦੀ MBA ਹੈ ਨਾ, ਤਾਂ ਮੈਂ ਨਹੀਂ ਟਾਈਮ ਸਪੈਂਡ ਕੀਤਾ ਸੀਗਾ ਭਾਬੀ ਜੀ ਨਾਲ। ਮੇਰਾ ਟਾਈਮ ਇੰਨਾ ਸਪੈਂਡ ਹੀ ਨਹੀਂ ਹੋਇਆ, ਸ਼ੁਰੂ ਤੋਂ ਬਾਹਰ ਹੀ ਰਹੀ, ਕਦੇ ਜਾਣਾ ਪਿੰਡ ਹੈ ਨਾ, ਵਿੱਚ ਦੀ ਆਉਣਾ। ਤਾਂ ਮੈਂ ਮੈਕਸੀਮਮ ਟਾਈਮ ਆਪਣੇ ਬ੍ਰਦਰ ਦੀ ਡੈਥ ਤੋਂ ਬਾਅਦ ਰਹੀ ਹਾਂ ਉਹਨਾਂ ਨਾਲ। ਤਾਂ ਮੇਰੇ ਲਈ, ਸਾਡੇ ਲਈ ਆਪਸ 'ਚ ਵੀ ਬੜਾ ਉਹ ਸੀਗਾ ਕਿ ਇੱਕ ਵਾਰੀ ਹੈ ਨਾ ਸਟਾਰਟਿੰਗ 'ਚ, ਪਰ ਸਾਡਾ ਨਾ ਜਿਵੇਂ ਉਹ ਮੇਥੋਂ ਵੱਡੇ ਨੇ ਕਾਫੀ, ਸਾਡੇ ਫੈਮਿਲੀ ਦਾ ਇੱਕ ਲਹਿਜ਼ਾ ਜਿਹਾ ਚੱਲਦਾ ਆਉਂਦਾ ਰਹਿੰਦਾ ਕਿ ਅਸੀਂ ਇੱਕ ਦੂਜੇ ਨੂੰ ਕਦੇ ਵੀ ਸ਼ਿਕਾਇਤ ਨਹੀਂ ਕਰਦੇ। ਜੇ ਸਾਨੂੰ ਇੱਕ ਦੂਜੇ ਦੀ ਗੱਲ ਪਸੰਦ ਨਹੀਂ ਨਾ, ਅਸੀਂ ਚੁੱਪ ਹੋ ਜਾਵਾਂਗੇ। ਅੱਜ ਤੱਕ ਟਰਸਟ ਮੀ, ਸਾਡੇ 'ਚ ਅੱਜ ਤੱਕ ਤੂੰ ਮੈਂ ਨਹੀਂ ਹੋਈ। ਉਹ ਵੀ ਮੈਨੂੰ ਤੁਸੀਂ ਕਹਿ ਕੇ ਬੁਲਾਉਂਦੇ ਅਤੇ ਮੈਂ ਵੀ ਉਹਨਾਂ ਨੂੰ ਤੁਸੀਂ ਕਹਿ ਕੇ ਬੁਲਾਉਣੀ ਹੈ, ਜਦੋਂ ਕਿ ਸਾਡਾ ਏਜ ਡਿਫਰੈਂਸ ਇੰਨਾ ਹੈ। ਔਰ ਅਸੀਂ ਆਪਸ 'ਚ ਮੈਂ ਉਹਨਾਂ ਨੂੰ ਇੱਕ ਗੱਲ ਬਿਠਾ ਕੇ ਕਲੀਅਰ ਕਰਤੀ ਸੀ ਕਿ ਆਪਣਾ ਦੋਨਾਂ ਦਾ ਸੇਮ ਮੋਟਿਵ ਹੈ
ਤੁਸੀਂ ਵੀ ਬੱਚੇ ਪਾਲਨੇ, ਮੈਂ ਵੀ ਬੱਚੇ ਪਾਲਨੇ, ਠੀਕ ਹੈ, ਸੇਮ ਮੋਟਿਵ ਹੈ, ਇਸੇ ਮੋਟਿਵ ਤੇ ਰਵਾਂਗੇ। ਕਿਉਂਕਿ ਪਿੰਡਾਂ 'ਚ ਬੜੀਆਂ ਚੀਜ਼ਾਂ ਆ ਜਾਂਦੀਆਂ ਵੀ ਪਤਾ ਨਹੀਂ ਇਹਨੂੰ ਕਿਸੇ ਚੀਜ਼ ਦਾ ਲਾਲਚ ਨਾ ਹੋਵੇ, ਜ਼ਮੀਨ ਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਮੇਰੇ ਫਾਦਰ ਸਾਹਿਬ ਮੈਨੂੰ ਇੰਨਾ ਕਿ ਇੰਡੀਪੈਂਡੈਂਟ ਬਣਾ ਕੇ ਗਏ ਆ ਕਿ ਮੈਨੂੰ ਸੱਚੀ ਨਹੀਂ ਫ਼ਰਕ ਪੈਂਦਾ ਇਹਨਾਂ ਚੀਜ਼ਾਂ ਨਾਲ। ਆਪਾਂ ਨੂੰ ਬੱਚੇ ਪਾਲਣੇ, ਆਪਣਾ ਸੇਮ ਮੋਟਿਵ ਰੱਖਾਂਗੇ ਤਾਂ ਆਪਾਂ ਨੂੰ ਕਦੇ ਪ੍ਰੋਬਲਮ ਨਹੀਂ ਆਊਗੀ। ਔਰ ਇੱਕ ਚੀਜ਼ ਮੈਂ ਵੀ ਸਮਝਦੀ ਹਾਂ ਕਿ ਐਜ਼ ਅ ਮਦਰ ਨਾ, ਉਹਨਾਂ ਲਈ ਉਹ ਨਾ ਇੱਕ ਕਹਿੰਦੇ ਹੁੰਦੇ ਨਾ ਕਿ ਉਹਨਾਂ ਦੀ ਤਾਂ ਉਹ ਪ੍ਰੋਪਰਟੀ ਜਾਇਦਾਦ ਹੀ ਬੱਚੇ ਹੈ। ਜੇ ਆਪਾਂ ਮਦਰ ਦੀ ਸਾਈਕੋਲੋਜੀ ਦੇਖਾਂਗੇ, ਔਰ ਜਿਹੋ ਜਿਹੇ ਮਾਹੌਲ 'ਚੋਂ ਸ਼ਾਇਦ ਉਹ ਆਏ ਆ ਪਿੰਡਾਂ 'ਚੋਂ, ਪਿੰਡਾਂ ਦਾ ਆਪਣਾ ਕਲਚਰ ਹੁੰਦਾ ਕਿ ਅੱਛਾ ਹਸਬੈਂਡ ਨਹੀਂ ਹੈਗਾ ਤਾਂ ਬੱਚੇ ਹੀ ਮੇਰੇ ਲਈ ਸਭ ਕੁਛ ਹੈ। ਤਾਂ ਜੇ ਉਹ ਚੀਜ਼ ਮੈਂ ਬੱਚਿਆਂ ਨੂੰ ਆਪਣੇ ਵੱਲ ਜਾਂ ਮੇਰੇ ਨਾਲ ਬੱਚੇ ਜ਼ਿਆਦਾ ਹੋ ਜਾਣਗੇ ਤਾਂ ਐਜ਼ ਅ ਮਦਰ ਉਹਨਾਂ ਨੂੰ ਇਨਸਿਕਿਉਰਿਟੀ ਕਿਤੇ ਨਾ ਕਿਤੇ ਆ ਜਾਊਗੀ। ਤਾਂ ਉਹ ਚੀਜ਼ ਨੂੰ ਵੀ ਮੈਂ ਮੇਨਟੇਨ ਕਰਕੇ ਚੱਲਦੀ ਹਾਂ ਕਿ ਬੱਚਿਆਂ ਨੂੰ, ਬੱਚੇ ਮੇਰੇ ਨਾਲ ਬਹੁਤ ਫਰੈਂਡਲੀ ਨੇ। ਆਪਣੇ ਮਦਰ ਤੋਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੰਮੀ ਤੋਂ ਤਾਂ ਗਾਲਾਂ ਹੀ ਪੈਣੀਆਂ, ਮੇਰੇ ਨਾਲ ਉਹ ਹਰ ਗੱਲ ਵੀ ਸ਼ੇਅਰ ਕਰ ਲੈਂਦੇ ਆ। ਕੋਈ ਵੀ ਗੱਲ ਹੁੰਦੀ ਹੈ ਮੈਂ ਉਹਨਾਂ ਨੂੰ ਇਹੀ ਰੱਖਿਆ ਕਿ ਮੈਨੂੰ ਤੁਹਾਡੀ ਗੱਲ ਤੁਸੀਂ ਆ ਕੇ ਦੱਸਣੀ ਹੈ, ਮੇਰੇ ਨਾਲ ਜੋ ਵੀ ਗੱਲ ਹੋਗੀ ਤੁਹਾਡੇ ਤੋਂ ਸ਼ੇਅਰ ਹੋਣੀ ਚਾਹੀਦੀ ਹੈ। ਤਾਂ ਉਹ ਉਹਨਾਂ ਨਾਲ ਡਿਸਟੈਂਸ ਮੈਂ ਵੀ ਬਣਾ ਕੇ ਚੱਲਦੀ ਹਾਂ ਕਿ ਜਿਵੇਂ ਹੁਣ ਛੁੱਟੀਆਂ ਹੈਗੀਆਂ ਤਾਂ ਉਹਨਾਂ ਦਾ ਟਾਈਮ ਸਪੈਂਡ ਹੋਵੇ, ਇਕੱਠੇ ਨਾਨਕੇ ਨੂਨਕੇ ਗਏ ਹੋਏ ਆ, ਉਹੋ ਜਿਹਾ ਰਿਲੇਸ਼ਨ ਉਹਨਾਂ 'ਚ ਮੇਨਟੇਨ ਰਹਿਣਾ ਚਾਹੀਦਾ ਕਿ ਉਹਨਾਂ ਨੂੰ ਕਦੇ ਵੀ ਬੱਚਿਆਂ ਨੂੰ ਇਹ ਨਾ ਲੱਗੇ ਕਿ ਸਾਡੀ ਮਦਰ ਤੋਂ ਪਹਿਲਾਂ ਸਾਡੇ ਲਈ ਭੂਆ ਜੀ ਆ ਰਹੇ ਆ। ਜਾਂ ਕਿਉਂਕਿ ਫਿਰ ਉਹ ਮਦਰ ਲਈ, ਭਾਬੀ ਜੀ ਲਈ ਤਾਂ ਓਬਵੀਅਸ ਹੀ ਹੈ, ਪਹਿਲਾਂ ਹਸਬੈਂਡ ਜਿਹੋ ਜਿਹੀ ਸੁਸਾਇਟੀ 'ਚੋਂ ਜੰਮੇ ਪਹਿਲਾਂ ਉਹਨਾਂ ਨੂੰ ਲੱਗਣਾ ਪਹਿਲਾਂ ਹਸਬੈਂਡ ਨਹੀਂ ਸੀਗਾ, ਬੱਚੇ ਵੀ ਹੁਣ ਤਾਂ ਮੇਰੇ ਦੋਨੋਂ ਆਪਣੀ ਮੇਰੀ ਹੈ ਨਾ ਨਾਲ। ਪਰ ਜਦੋਂ ਕਿ ਮੈਨੂੰ ਉਹਨਾਂ ਦੀ ਕਦੇ ਇਨਸਿਕਿਉਰਿਟੀ ਇਹੋ ਜਿਹੀ ਲੱਗੀ ਨਹੀਂ ਹੈਗੀ। ਮੈਂ ਨਾ ਕਈ ਵਾਰੀ ਸੋਚਦੀ ਹੁੰਦੀ ਹਾਂ ਕਿ ਮਤਲਬ ਆਪਾਂ ਕਿਸੇ ਵੀ ਸਟੇਜ 'ਤੇ ਸੈਟਿਸਫਾਈ ਨਹੀਂ ਹੁੰਦੇ, ਹੈ ਨਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੀ ਹੁੰਦਾ ਵੀ ਅਜੇ ਆਹ ਮੇਰੇ ਕਰਨ ਵਾਲਾ ਜ਼ਿੰਦਗੀ 'ਚ, ਆਹ ਮੈਂ ਆਪਣੇ ਲਈ ਕਰਨਾ ਹੈ ਨਾ। ਪਰ ਦੂਜੇ ਪਾਸੇ ਜੇ ਮੈਂ ਕਿਵੇਂ ਦੀ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਦੇਖੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੈਮ ਆਏ ਸੀ ਸਾਡੇ ਕੋਲ USA ਤੋਂ, ਹੈ ਨਾ। ਤਾਂ ਜਿਵੇਂ ਤੁਸੀਂ ਕਿਹਾ ਕਿ ਮੈਂ ਆਪਣੇ ਫਾਦਰ ਦੇ ਭੋਗ ਤੋਂ ਬਾਅਦ ਸੈਕਿੰਡ ਡੇ ਜਾ ਕੇ ਜੋਬ ਜੁਆਇਨ ਕਰ ਲਈ ਸੀ। ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਦੋਂ ਆਪਣੇ ਬੱਚਿਆਂ ਨੂੰ ਦੇਖਦੀ ਸੀ ਮੈਂ ਇਹ ਸੋਚਦੀ ਹੁੰਦੀ ਸੀ ਕਿ ਮੈਂ ਹੁਣ ਇਹਨਾਂ ਦੀ ਮਾਂ ਅਤੇ ਪਿਓ ਦੋਵੇਂ ਆ, ਹੈ ਨਾ। ਅਤੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਨਾ ਕਰੋ ਚਾਹੇ, ਪਰ ਫਿਰ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਔਰਤ ਜਦੋਂ ਕਿਸੇ ਲਈ ਵੀ ਕਰਦੀ ਹੈ, ਚਾਹੇ ਉਹਦਾ ਆਪਣਾ ਹਸਬੈਂਡ ਇਸ ਦੁਨੀਆ ਤੋਂ ਜਾਂਦਾ, ਉਹ ਆਪਦੇ ਬੱਚਿਆਂ ਲਈ ਕਰਦੀ ਹੈ ਨਾ। ਚਾਹੇ ਤੁਹਾਡਾ ਭਰਾ ਗਿਆ, ਤੁਸੀਂ ਉਹਨਾਂ ਦੇ ਬੱਚਿਆਂ ਲਈ ਕਰ ਰਹੇ ਹੋ, ਤਾਂ ਫਿਰ ਵੀ ਸਾਡੇ ਮਨ 'ਚ ਬਹੁਤ ਸਾਰੀਆਂ ਉਲਝਣਾਂ ਹੁੰਦੀਆਂ ਨੇ ਆਪਣੇ ਆਪ ਨੂੰ ਲੈ ਕੇ। ਅਸੀਂ ਸੁਸਾਇਟੀ ਨੂੰ ਵੀ ਫੇਸ ਕਰ ਰਹੇ ਹਾਂ, ਅਸੀਂ ਰਿਸ਼ਤੇਦਾਰਾਂ ਨੂੰ ਵੀ ਫੇਸ ਕਰ ਰਹੇ ਹਾਂ, ਹੈ ਨਾ। ਹੁਣ ਵੀ ਇਹ ਚੀਜ਼ਾਂ 'ਚ ਉਲਝਣਾਂ ਹੈਗੀਆਂ ਨੇ ਕਿ ਮੇਰੇ ਲਈ ਕੱਲ੍ਹ ਨੂੰ ਕੋਈ ਰਿਸ਼ਤਾ ਸੁਜੈਸਟ ਕਰ ਰਿਹਾ, ਮੈਂ ਉਹਨੂੰ ਐਕਸੈਪਟ ਕਰਾਂ ਜਾਂ ਨਾ ਕਰਾਂ। ਇਨ ਫਿਊਚਰ ਜੇ ਮੇਰੇ ਨਾਲ ਕੋਈ ਮਤਲਬ ਮੇਰੇ ਮੈਂਟਲ ਲੈਵਲ ਦਾ ਬੰਦਾ ਆਉਂਦਾ, ਮੈਂ ਉਹਨੂੰ ਐਕਸੈਪਟ ਕਰੂੰਗੀ ਤਾਂ ਉਸ ਵਕਤ ਮੇਰੇ ਭਤੀਜਾ ਭਤੀਜੀ ਕੀ ਸੋਚਣਗੇ ਜਾਂ ਭਰਜਾਈ ਕੀ ਸੋਚਣਗੇ। ਕਿ ਇਹ ਲੱਗਦਾ ਕਿ ਨਹੀਂ, ਉਸ ਵਕਤ ਜੋ ਫੈਸਲਾ ਆਪਦੇ ਲਈ ਕਰੋਗੇ ਉਹ ਨਾਲ ਚੱਲਣਗੇ ਉਸ ਚੀਜ਼ 'ਤੇ। ਨਹੀਂ ਅਸੀਂ ਨਾ ਮੈਨੂੰ ਇਹ ਲੱਗਦਾ ਕਿ ਘਰੇ ਵੀ ਜਦੋਂ ਡਿਸਕਸ਼ਨਸ ਹੁੰਦੀਆਂ ਹੈ, ਬੱਚੇ ਛੇੜਦੇ ਰਹਿੰਦੇ, ਮਤਲਬ ਸਾਡੇ ਬਹੁਤ ਹੀ, ਮੈਂ ਬੱਚਿਆਂ ਨਾਲ ਸੱਚੀ ਸਾਡਾ ਮਾਹੌਲ ਡਿਫਰੈਂਟ ਹੈ। ਤੁਸੀਂ ਕਦੇ ਹੁਣ ਤਾਂ ਚਲੋ ਅੱਜ ਮਿਲ ਨਹੀਂ ਪਾਏ, ਤੁਸੀਂ ਕਿਸੇ ਦਿਨ ਆਪਾਂ ਨਾ ਬਣਾਵਾਂ ਮਿਲਾਂਗੇ ਤਾਂ ਉਹਨਾਂ ਦਾ ਦੇ ਆਰ ਓਪਨ, ਦੋਨੋਂ ਬੱਚੇ ਓਪਨ ਨੇ ਮੇਰੇ ਲਈ। ਮਤਲਬ ਉਹਨਾਂ ਦੀ ਕੋਈ ਸਾਡੀ ਇੱਕ ਦੂਜੇ ਨੂੰ ਨਾ ਲਾਈਫ 'ਚ ਮੈਂ ਬਿਲੀਵ ਨਹੀਂ ਕਰਦੀ ਕਿਸੇ ਚੀਜ਼ ਨੂੰ ਹੋਲਡ ਕਰਕੇ ਚੱਲਣਾ, ਕਿਸੇ ਚੀਜ਼ ਨੂੰ ਫੜ ਕੇ ਚੱਲਣਾ। ਆਈ ਡੋਂਟ ਬਿਲੀਵ, ਸੱਚੀ ਮੈਨੂੰ ਇਹ ਲੱਗਦਾ ਲਾਈਫ ਨੂੰ ਨਾ ਐਜ਼ ਇਟ ਇਜ਼ ਜਾਣ, ਜਿਵੇਂ ਚੱਲ ਰਹੀ ਹੈ ਚੱਲਣ ਦਿਓ, ਗੋ ਵਿਦ ਦਾ ਫਲੋ ਵਾਲਾ ਹਿਸਾਬ ਹੈ ਮੇਰਾ। ਅੱਜ ਮੈਂ ਕੀ ਸੋਚ ਰਹੀ ਹਾਂ, ਮੈਂ ਤਾਂ ਬਹੁਤ ਚੀਜ਼ਾਂ ਸੋਚੀਆਂ ਸੀ ਪਹਿਲਾਂ, ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਪਹਿਲੀ ਗੱਲ ਤਾਂ ਮਦਰ ਦਾ ਨਹੀਂ ਸੋਚਿਆ ਸੀ, ਫਿਰ ਕਦੇ ਫਾਦਰ ਸਾਹਿਬ ਦਾ ਨਹੀਂ ਲੋਸ ਸੋਚਿਆ ਸੀ, ਬ੍ਰਦਰ ਦਾ ਤਾਂ ਮੈਂ ਜ਼ਿੰਦਗੀ 'ਚ ਸੋਚ ਹੀ ਨਹੀਂ ਸਕਦੇ। ਤੁਸੀਂ ਵੀ ਆਹ ਫੇਸ ਵੀ ਦੇਖਣਾ ਪਊਗਾ, ਹੈ ਨਾ। ਤਾਂ ਕਈ ਚੀਜ਼ਾਂ ਆਪਾਂ ਸੋਚ ਹੀ ਨਹੀਂ ਸਕਦੇ। ਹੁਣ ਮੇਰੇ ਸੋਚਣ 'ਤੇ ਤਾਂ ਲਾਈਫ ਨਹੀਂ ਚੱਲ ਰਹੀ, ਮੈਨੂੰ ਜਿਵੇਂ ਲਾਈਫ ਆਉਂਦੀ ਹੈ ਮੈਨੂੰ ਐਜ਼ ਇਟ ਇਜ਼ ਐਕਸੈਪਟ ਕਰਦੀ ਹਾਂ। ਮੈਨੂੰ ਨਹੀਂ ਪਤਾ ਕੱਲ੍ਹ ਨੂੰ ਮੇਰੀ ਲਾਈਫ 'ਚ ਅੱਗੇ ਮੈਨੂੰ ਕੋਈ ਮਿਲ ਜਾਂਦਾ ਲਾਈਕ ਮਾਈਂਡਡ, ਮੈਨੂੰ ਅੱਛਾ ਲੱਗਦਾ, ਤਾਂ ਮੈਨੂੰ ਲੱਗਦਾ ਬੱਚੇ ਔਰ ਭਾਬੀ ਜੀ ਤਾਂ ਕਦੇ ਵੀ ਨਹੀਂ ਮਨਾ ਕਰਨਗੇ। ਕਿਉਂਕਿ ਭਾਬੀ ਜੀ ਕਦੇ ਕਦੇ ਇਮੋਸ਼ਨਲ ਹੋ ਕੇ ਹੁਣ ਵੀ ਕਹਿ ਦਿੰਦੇ ਆ ਤੁਸੀਂ ਆਪਣਾ ਵੀ ਦੇਖਣਾ ਸੀ, ਹੁੰਦਾ ਹੈ ਨਾ, ਘਰਾਂ 'ਚ ਆਪਣੇ 100 ਗੱਲਾਂ ਹੁੰਦੀਆਂ। ਕਦੇ ਕਦੇ ਉਹਨਾਂ ਨੂੰ ਲੱਗਦਾ ਵੀ ਜੇ ਕਦੇ ਲੱਗੇ ਤਾਂ ਕੋਈ ਕਦੇ ਇਹ ਨਹੀਂ ਸੋਚਣਾ। ਹੁਣ ਤਾਂ ਬੱਚੇ ਵੀ ਵੱਡੇ ਹੋ ਗਏ, ਤਾਂ ਮੈਂ ਬੱਚੇ ਨੂੰ, ਮੈਂ ਆਪਣੇ ਭਤੀਜੇ ਨੂੰ ਛੇੜ ਦਿੰਦੀ ਹਾਂ, ਮੈਂ ਕਿਹਾ ਆਪਾਂ ਇੱਕ ਵਿਆਹ 'ਚ ਹੀ ਤੇਰੇ ਖਰਚੇ 'ਚ ਹੀ ਮੈਂ ਕਰਾ ਲੈਣਾ। ਪਰ ਤੁਹਾਨੂੰ ਲੱਗਦਾ ਕਿ ਜਿੱਦਾਂ ਤੁਸੀਂ ਮਤਲਬ ਮੈਂ ਤੁਹਾਨੂੰ ਕਿਹਾ ਕਿ ਜਿਹੜੀਆਂ ਕੁੜੀਆਂ ਬਹੁਤ ਫਿਟਨੈਸ ਕੌਨਸ਼ੀਅਸ ਹੁੰਦੀਆਂ ਨੇ ਨਾ, ਆਪਣੇ ਆਪ ਨੂੰ ਟਾਈਮ ਦਿੰਦੀਆਂ ਨੇ, ਅਤੇ ਮੈਨੂੰ ਤਾਂ ਮੈਂ ਕਈ ਵਾਰੀ ਸਾਰਿਆਂ ਨੂੰ ਦੱਸਦੀ ਨੇ ਵੀ ਮੇਰੇ ਹਸਬੈਂਡ ਨੂੰ ਵੀ ਇਹ ਸਾਈਕੀ ਹੈ ਇੱਕ ਤਰ੍ਹਾਂ ਨਾਲ, ਹੈ ਨਾ, ਕਿ ਸਵੇਰੇ ਉੱਠ ਕੇ 4 ਵਜੇ ਗਰਾਊਂਡ ਜਾਣਾ ਅਤੇ ਉੱਦਾਂ। ਅਤੇ ਮੈਂ ਕਈ ਵਾਰੀ ਇਸ ਚੀਜ਼ ਤੋਂ ਅਪਸੈਟ ਹੋ ਜਾਂਦੀ ਹਾਂ ਵੀ ਕਿਸੇ ਦਿਨ ਮਤਲਬ ਤੁਸੀਂ ਆਪਣੇ ਆਪ ਨੂੰ ਬ੍ਰੇਕ ਦਿਓ, ਹੈ ਨਾ। ਅਤੇ ਖਾਸ ਕਰਕੇ ਕੁੜੀ ਲਈ, ਹੈ ਨਾ, ਇੱਦਾਂ ਦਾ ਤੁਹਾਨੂੰ ਲੱਗਦਾ ਕਿ ਕੋਈ ਮੁੰਡਾ ਮਿਲ ਜੂਗਾ ਜਿਹੜਾ ਕਹੂਗਾ ਤੂੰ ਸਵੇਰੇ ਉੱਠ ਕੇ ਚਾਹ ਨਾ ਬਣਾ ਅਤੇ ਤੂੰ ਸਾਈਕਲਿੰਗ ਕਰਨ ਜਾ? ਨਹੀਂ, ਮੈਨੂੰ ਇਹ ਲੱਗਦਾ, ਆਈ ਟਰੂਲੀ ਬਿਲੀਵ ਕਿ
ਮੈਂ ਕਦੇ ਵੀ ਸੈਟਲ ਹੁੰਦੀ ਹਾਂ ਤਾਂ ਮੇਰੇ ਲਈ ਪਹਿਲਾਂ ਤਾਂ ਹੁਣ ਏਜ ਬਾਰ ਨਹੀਂ ਰਹਿ ਗਈ ਹੈ ਨਾ ਮੇਰੇ ਲਈ, ਕਿਉਂਕਿ ਉਹ ਸਟੇਜ ਮੈਂ ਲੰਘ ਚੁੱਕੀ ਹਾਂ ਸੁਸਾਇਟੀ ਦੇ ਹਿਸਾਬ ਨਾਲ ਕਿ 25 ਤੋਂ 30 ਸਾਲ ਦੇ ਵਿੱਚ ਜਾਂ 28 ਸਾਲ ਦੇ ਵਿੱਚ ਵਿਆਹ ਹੋਣਾ ਚਾਹੀਦਾ ਸੀ ਜੀ, ਆਹੀ ਏਜ ਹੋਣੀ ਚਾਹੀਦੀ ਸੀ, ਤਾਂ ਉਹ ਸਾਰੀਆਂ ਮੈਂ ਲਿਮਿਟ ਵੈਸੇ ਹੀ ਕ੍ਰਾਸ ਕਰ ਚੁੱਕੀ ਹਾਂ। ਉਹ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਆਈ ਐਮ ਵੈਰੀ ਹਾਈਪਰ ਐਕਟਿਵ ਪਰਸਨ। ਹੁਣ ਵੀ ਜੇ ਮੈਂ ਕਰਦੀ ਹਾਂ ਭਾਬੀ ਜੀ, ਕਈ ਵਾਰ ਨਹੀਂ ਤਾਂ ਬੱਚਿਆਂ ਲਈ ਮੈਂ ਆਪਣੀ ਭਤੀਜੀ ਨੂੰ ਤਿਆਰ ਕਰਕੇ ਉਹਦਾ ਬ੍ਰੇਕਫਾਸਟ ਬਣਾ ਕੇ ਉਹ ਤੋਂ ਬਾਅਦ ਉਹਦਾ ਲੰਚ ਪੈਕ ਕਰਕੇ ਫਿਰ ਰਨਿੰਗ ਜਾਂਦੀ ਹੈ। ਤਾਂ ਮੈਂ ਉਹ ਸ਼ੈਡਿਊਲ ਆਪਣਾ ਹਜੇ ਵੀ ਮੈਨੂੰ ਲੋਕ ਕਹਿੰਦੇ ਆ ਨਾ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਪਤਾ ਨਹੀਂ ਟਾਈਮ ਕਿੱਥੋਂ ਮਿਲ ਜਾਂਦਾ ਹੈ। ਕਈ ਲੋਕ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਬਲੈਸਡ ਹੈ, ਤੇਰੀ ਕਿਹੜਾ ਮੈਰਿਜ ਹੋਈ ਆ, ਤੈਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਹੈਗੀ। ਪਰ ਮੈਨੂੰ ਇਹ ਲੱਗਦਾ ਕਿ ਮੈਂ ਸੱਚੀ ਕਦੇ ਐਵੇਂ ਨਹੀਂ ਜੱਜ ਕਰ, ਮੈਂ ਜਿਹੜੀਆਂ ਰਿਸਪੌਂਸਿਬਿਲਿਟੀ ਸ਼ਾਇਦ ਮੈਂ ਨਿਭਾ ਰਹੀ ਹਾਂ, ਮੈਨੂੰ ਪਤਾ ਨਾ ਕਿ ਮੈਨੂੰ ਕਿਚਨ ਦਾ ਵੀ ਦੇਖਣਾ ਹੈ, ਮੈਨੂੰ ਸਾਡੇ 24 ਘੰਟੇ ਬੱਚਿਆਂ ਦਾ ਕਿੱਥੋਂ ਖਰਚਾ, ਕਿੱਥੋਂ ਉਹਨਾਂ ਦੀ ਸਟੱਡੀ ਦਾ ਸਾਰਾ ਉਹ ਵੀ ਦੇਖਣਾ ਹੈ, ਕਈ ਚੀਜ਼ਾਂ। ਤਾਂ ਹੁਣ ਵੀ ਮੇਰਾ ਉਹੀ ਰੂਟੀਨ ਹੈ, ਹੁਣ ਵੀ ਮੈਂ ਬੱਚੇ ਦਾ ਉਹਨਾਂ ਦਾ ਭਤੀਜੀ ਦਾ ਆਪਣੇ ਭਤੀਜੇ ਦਾ ਪਹਿਲਾਂ ਸੁਬਾਹ ਬ੍ਰੇਕਫਾਸਟ ਬਣਾ ਕੇ ਲੰਚ ਪੈਕ ਕਰਕੇ, ਬਸ ਇਹ ਹੈ ਕਿ ਉਹ ਤੋਂ 40 ਮਿੰਟ 45 ਮਿੰਟ ਮੈਨੂੰ ਪਹਿਲਾਂ ਉੱਠਣਾ, ਫਿਰ ਉਹਨੂੰ ਬਸ ਇੰਨਾ ਕਹਿ ਕਿ ਬੱਚੇ ਵੀ ਮੇਰੇ ਉਹੋ ਜਿਹੇ ਐਕਟਿਵ ਜੇ ਬਣਾਤੇ ਮੈਂ ਕਿ ਉਹਨਾਂ ਨੂੰ ਫਟਾਫਟ ਵਾਸ਼ਰੂਮ 'ਚ ਵਾੜ ਕੇ ਵੀ ਤੁਸੀਂ ਤਿਆਰ ਹੋਣ, ਉਨੀ ਦੇਰ ਤਿਆਰ ਹੋਣਗੇ, ਉਨੀ ਦੇਰ 'ਚ ਮੈਂ ਆਪਣਾ ਜਾ ਕੇ ਫਟਾਫਟ ਰਨਿੰਗ ਅਤੇ ਜਾਂ ਸਾਈਕਲਿੰਗ ਜੋ ਵੀ ਮੇਰਾ ਸ਼ਡਿਊਲ ਹੈਗਾ ਉੱਥੇ ਜਾਊਂਗੀ। ਉਹਨਾਂ ਨੂੰ ਫ਼ੋਨ ਹੈਗੇ ਆ, ਉਹ ਜਿਵੇਂ ਬੱਸ ਲਈ ਨਿਕਲਣਗੇ ਮੈਨੂੰ ਮੈਸੇਜ ਕਰਨਗੇ, ਡਰੋਪ ਕਰਨਗੇ ਕਿ ਹਾਂਜੀ ਭੂਆ ਜੀ ਅਸੀਂ ਨਿਕਲਣ ਲੱਗੇ ਹਾਂ। ਡਰਾਈਵਰਸ ਦੇ ਨੰਬਰ ਮੇਰੇ ਕੋਲ ਹੁੰਦੇ ਆ, ਡਰਾਈਵਰ ਨੂੰ ਕਨਫਰਮ ਕਰ ਲਈਦਾ ਹੈ। ਮੇਰਾ ਅੱਜ ਵੀ ਉਹੀ ਬਿਜ਼ੀ ਔਰ ਉਹੀ ਸ਼ਡਿਊਲ ਹੈ। ਤਾਂ ਜੇ ਕੋਈ ਨਵਾਂ ਆਉਂਦਾ, ਬਟ ਹਾਂ ਮੈਨੂੰ ਲੱਗਦਾ ਕਿ ਮੈਨੂੰ ਫਿਟਨੈਸ ਮੇਰੇ ਲਈ ਆਈ ਐਮ ਸਾਈਕੋ, ਜਿਵੇਂ ਤੁਸੀਂ ਕਿਹਾ ਨਾ ਕਿ ਤੁਹਾਡੇ ਹਸਬੈਂਡ ਦਾ, ਆਈ ਐਮ ਕ੍ਰੇਜ਼ੀ। ਮਤਲਬ ਮੈਨੂੰ ਆਈ ਕੈਨ ਨੋਟ ਲਿਵ ਵਿਦਆਊਟ ਰਨਿੰਗ, ਵਿਦਆਊਟ ਐਕਸਰਸਾਈਜ਼ ਤੋਂ ਬਿਨਾਂ ਮੈਂ ਅੱਧੀ ਜਿਹੜੀ ਮੈਂ ਲਾਈਫ ਕੱਟ ਵੀ ਰਹੀ ਹਾਂ ਨਾ, ਤਾਂ ਸ਼ਾਇਦ ਇਸ ਕਰਕੇ ਹੀ ਕੱਟ ਰਹੀ ਹਾਂ ਕਿਉਂਕਿ ਫਿਟਨੈਸ ਤੁਹਾਨੂੰ ਮੈਂਟਲੀ ਵੀ ਹੈਲਦੀ ਰੱਖਦੀ ਆ। ਤੁਸੀਂ ਮੇਰਾ ਜਿਹੜਾ ਸਟ੍ਰੈਸ ਲੈਵਲ ਹੈ ਸਾਰਾ, ਜੇ ਮੈਂ ਖੁਸ਼ ਰਹਿੰਦੀ ਹਾਂ ਪੂਰਾ ਦਿਨ, ਮੇਰੇ એનર્ਜੀ ਲੈਵਲ ਠੀਕ ਰਹਿੰਦੇ ਆ ਕਿਉਂਕਿ ਬਿਕਾਜ਼ ਮੈਂ ਆਪਦੇ ਅਰਲੀ ਮਾਰਨਿੰਗ ਦਾ 1 ਘੰਟਾ ਸਿਰਫ ਆਪਣੇ ਆਪ ਨੂੰ ਦਿੰਦੀ ਹਾਂ। ਦਿਸ ਇਜ਼ ਦਾ ਓਨਲੀ ਰੀਜ਼ਨ। ਉਹ ਮੈਂ ਹਰ ਇੱਕ ਫੀਮੇਲ ਲਈ, ਹਰ ਇੱਕ ਮੇਲ ਲਈ ਇਹ ਕਹੂੰਗੀ ਕਿ ਇਹ ਸੱਚੀ ਸਭ ਨੂੰ ਕਰਨਾ ਚਾਹੀਦਾ ਹੈ। ਬੀ ਇਟ ਐਨੀ ਬਿਜ਼ੀ ਸ਼ੈਡਿਊਲ ਹੋਵੇ ਤੁਹਾਡਾ, ਕੁਛ ਵੀ ਹੋਵੇ, ਕਿੰਨੀਆਂ ਕਮਿਟਮੈਂਟਸ ਹੋਣ ਤੁਹਾਡੀਆਂ ਦਿਨ ਦੀਆਂ, ਬਟ ਆਪਣੇ ਆਪ ਲਈ ਜੇ ਤੁਸੀਂ 1 ਘੰਟਾ ਅਰਲੀ ਮਾਰਨਿੰਗ ਕੱਢ ਰਹੇ ਹੋ, ਨਥਿੰਗ ਲਾਈਕ ਦੈਟ। ਮਤਲਬ ਉਹੋ ਜਿਹਾ ਤਾਂ ਫਿਰ ਤੁਹਾਡਾ ਰੂਟੀਨ ਹੀ ਡਿਫਰੈਂਟ ਆ। ਭੈਣੇ ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਮਤਲਬ ਤੁਸੀਂ ਇੰਨੇ ਜ਼ਿਆਦਾ ਫਿਟਨੈਸ ਕੌਨਸ਼ੀਅਸ ਹੋ ਜੋ ਆਪਣਾ ਟਾਈਮ ਇਸ ਚੀਜ਼ ਨੂੰ ਦੇ ਰਹੇ ਹੋ, ਹੈ ਨਾ, ਅਤੇ ਇਹਨੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ 'ਚੋਂ ਬਾਹਰ ਕੱਢਣ ਲਈ ਕੋਈ ਮਦਦ ਕੀਤੀ ਹੈ? ਜਾਂ ਮਤਲਬ ਜਿਵੇਂ ਤੁਸੀਂ ਕਿਹਾ ਕਿ ਮੈਂ ਪੋਜ਼ੀਟਿਵ ਰਹਿੰਦੀ ਹਾਂ, ਹਮੇਸ਼ਾ ਸਮਾਈਲਿੰਗ ਫੇਸ ਹੁੰਦਾ ਮੇਰਾ, ਤਾਂ ਇਹ ਚੀਜ਼ ਸਾਰਾ ਤੁਸੀਂ ਸੋਚਦੇ ਹੋ ਕਿ ਇਸ ਚੀਜ਼ ਦਾ ਕ੍ਰੈਡਿਟ ਆ ਇਹ? ਮੇਰਾ 101% ਮੇਰਾ ਫਿਟਨੈਸ ਨੂੰ ਹੀ ਮੈਂ ਮੰਨਦੀ ਹਾਂ ਕਿ ਇਹੀ ਰੂਟੀਨ ਕਰਕੇ ਹੀ ਮੈਂ ਬਾਹਰ ਨਿਕਲੀ ਹਾਂ। ਕਿਉਂਕਿ ਬ੍ਰਦਰ ਤੋਂ ਬਾਅਦ ਨਾ ਮੈਨੂੰ ਇਹ ਹੁਣ ਲੱਗ ਗਿਆ ਸੀਗਾ ਡਿਪਰੈਸ਼ਨ। ਦੇਖੋ ਡਿਪਰੈਸ਼ਨ, ਮੈਂ ਬਹੁਤ ਹੀ ਸੀਵੀਅਰ ਡਿਪਰੈਸ਼ਨ 'ਚੋਂ ਗਈ ਹਾਂ ਪਹਿਲਾਂ ਮਦਰ ਤੋਂ ਬਾਅਦ, ਫਿਰ ਫਾਦਰ ਸਾਹਿਬ ਤੋਂ ਬਾਅਦ ਵੀ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਆਫਿਸ ਨਾ ਜਾਣਾ। ਮੈਂ ਬੰਬੇ ਗਈ ਵਾਪਸ, ਪਰ ਮੈਂ ਉੱਥੇ ਜਾ ਕੇ ਵੀ ਕੀ ਕੀਤਾ ਕਿ ਮੈਂ ਆਫਿਸ ਨਾ ਜਾਣਾ, ਵਾਸ਼ਰੂਮ 'ਚ 2-2 ਘੰਟੇ ਬੈਠੇ ਰੋਈ ਜਾਣਾ, ਟੈਬ ਖੋਲ੍ਹ ਕੇ ਟੂਟੀ ਬਸ ਬੈਠੇ ਰੋਈ ਜਾਣਾ। ਮੈਥੋਂ ਨੋਰਮਲ ਰੂਟੀਨ ਕੰਮ ਨਹੀਂ ਹੁੰਦਾ ਸੀਗਾ। ਫਿਰ ਜਦੋਂ ਬ੍ਰਦਰ ਤੋਂ ਬਾਅਦ ਪਿੰਡ ਰਹਿਣਾ, ਉੱਥੇ ਬਠਿੰਡੇ ਦੇ ਕੰਮ ਕਰਨੇ, ਸਾਰਾ ਕਰਨਾ, ਵਿੱਚ ਦੀ ਮੈਂ ਮਹੀਨੇ ਕੁ ਵਿੱਚ ਦੀ ਨਾ 2 ਦਿਨ ਇੱਥੇ ਆਉਣਾ ਸਿਰਫ ਰੋਣ ਵਾਸਤੇ, ਕਿ ਇੱਥੇ ਆ ਕੇ ਮੋਹਾਲੀ ਆਉਣਾ, ਕਿ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਇੱਥੇ ਖੁੱਲ੍ਹ ਕੇ ਰੋਊਂਗੀ। ਉੱਥੇ ਭਤੀਜਾ ਭਤੀਜੀ, ਛੋਟੇ ਬੱਚੇ, ਔਰ ਇੱਕਦਮ ਹੋਇਆ ਤਾਂ ਮਾਹੌਲ ਡਿਫਰੈਂਟ ਹੁੰਦਾ ਸੀ। ਮੈਂ ਇੱਥੇ 2 ਦਿਨ ਆਉਣਾ, ਆ ਕੇ 2-2 ਦਿਨ 3-3 ਦਿਨ ਲਗਾਤਾਰ ਰੋਈ ਜਾਣਾ, ਆਪਦਾ ਜਿਵੇਂ ਕਹਿੰਦੇ ਨਾ ਮਨ ਹੌਲਾ ਕਰਕੇ ਫਿਰ ਜਾਣਾ। ਫਿਰ ਮੈਨੂੰ ਲੱਗਣਾ ਕਿ ਵਾਪਿਸ ਮੈਨੂੰ ਲੱਗਦਾ ਮੈਂ ਲੋਕਾਂ ਨਾਲ ਗੱਲ ਨਹੀਂ ਕਰ ਪਾ ਰਹੀ। ਮੈਨੂੰ ਲੱਗਦਾ ਵੀ ਰੱਬ ਨੇ ਮੇਰੇ ਨਾਲ ਐਂ ਕੀਤੀ ਹੈ, ਮੇਰੇ ਨਾਲ ਹੀ ਐਂ ਹੋਈ ਹੈ, ਤਾਂ ਸ਼ਾਇਦ ਮੇਰਾ ਕੌਨਫੀਡੈਂਸ ਲੂਜ਼ ਹੋਣ ਲੱਗ ਗਿਆ ਵੀ ਮੇਰੇ ਨਾਲ ਕਿਉਂ, ਮੈਂ ਇਹੋ ਜਿਹਾ ਕੀ ਗਲਤ ਕੀਤਾ ਵੀ ਪਹਿਲਾਂ ਐਵੇਂ ਫਿਰ ਐਵੇਂ। ਮੈਨੂੰ ਵਿੱਚ ਦੀ ਇਹ ਵੀ ਲੱਗਣ ਲੱਗ ਗਿਆ ਸੀਗਾ ਕਿ ਲੋਕ ਕਹਿਣਗੇ ਵੀ ਹਾਏ ਇਹਦੇ ਨਾਲ ਹੀ, ਇਹਦੀ ਕਿਸਮਤ ਹੀ ਨਾ ਇਹੋ ਜਿਹੀ ਹੋਵੇ। ਤੁਹਾਨੂੰ ਨਾ ਜਜਮੈਂਟ ਆ ਜਾਂਦੀ ਹੈ ਕਿ ਲੋਕ ਕਹਿਣਗੇ ਲੈ ਦੇਖ ਕਿਹੋ ਜਿਹੀ ਹੈ, ਹੈ ਨਾ, ਵੀ ਇਹਦੇ ਨਾਲ ਹੀ ਐਂ ਹੋਈਆਂ। ਤਾਂ ਮੈਨੂੰ ਕੰਪਲੈਕਸ ਆਉਣ ਲੱਗ ਗਿਆ ਆਪਣੇ ਆਪ 'ਚ। ਮੈਨੂੰ ਐਂ ਲੱਗਣਾ ਨੋਰਮਲ ਲੋਕਾਂ ਨਾਲ ਗੱਲ ਨਾ ਕਰ ਪਾਉਣੀ। ਫਿਰ ਹੌਲੀ ਹੌਲੀ ਮੇਰੇ ਨਾਲ ਇੱਕ ਮੇਰੇ ਕਲੀਗ ਸੀਗਾ, ਤਾਂ ਉਹਨੇ ਮੈਨੂੰ ਕਹਿਣਾ ਕਿ ਮੈਮ ਤੁਸੀਂ ਬਾਹਰ ਨਿਕਲਿਆ ਕਰੋ। ਉਹ ਰਨਰ ਸੀਗਾ, ਬਹੁਤ ਅੱਛਾ ਰਨਰ ਸੀ, ਤਜਿੰਦਰ ਸਿੰਘ ਇੰਡੀਆ, ਬਠਿੰਡੇ ਤੋਂ ਹੀ ਹੈ ਮੁੰਡਾ। ਉਹਨੇ ਕਹਿਣਾ ਵੀ ਤੁਸੀਂ ਬਾਹਰ ਜਾਇਆ ਕਰੋ, ਥੋੜ੍ਹੀ ਬਹੁਤ ਵਾਕ ਕਰੋ, ਰਨਿੰਗ ਸਟਾਰਟ ਕਰੋ, ਥੋੜ੍ਹੀ ਬਹੁਤ ਕਰੋ। ਉਹਦੇ ਮੈਨੂੰ ਡੇਲੀ ਫੋਨ ਆਉਣਾ। ਉਹ ਉਸਨੂੰ ਮੈਂ ਮੰਨਦੀ ਹਾਂ ਕਿ ਉਹਨੇ ਮੇਰਾ ਬਹੁਤ ਚੇਂਜ ਕੀਤਾ, ਹੈ ਨਾ। ਉਹਦਾ ਮੈਨੂੰ ਡੇਲੀ, ਤੁਹਾਨੂੰ ਨਾ ਸ਼ਰਮ ਆਉਣ ਲੱਗ ਜਾਂਦੀ ਇੱਕ ਟਾਈਮ ਤੋਂ ਬਾਅਦ ਕਿ ਤੁਹਾਨੂੰ ਕੋਈ ਡੇਲੀ ਕਾਲ ਕਰਕੇ ਪੁੱਛ ਰਿਹਾ। ਉਹਨੂੰ ਐਕਚੁਅਲੀ ਉਹਦੀ ਫਸਟ ਜੌਬ ਸੀਗੀ ਅਤੇ ਮੈਂ ਉਹਨੂੰ ਹਾਇਰ ਕੀਤਾ ਸੀ ਐਜ਼ ਏ HR। ਮੈਂ ਉਹਨੂੰ ਜੌਬ 'ਤੇ ਜਿਵੇਂ ਇੰਟਰਵਿਊ ਲੈ ਕੇ ਕਰਨਾ, ਤਾਂ ਤੁਹਾਨੂੰ ਨਾ ਕਈ ਵਾਰ ਕਨੈਕਸ਼ਨਸ ਹੀ ਹੁੰਦੇ ਆ, ਤਾਂ ਉਹਨੂੰ ਵੀ ਲੱਗਣਾ। ਉਹਨੇ ਮੈਨੂੰ ਡੇਲੀ ਫੋਨ ਕਰਕੇ ਪੁੱਛਣਾ ਤੁਸੀਂ ਅੱਜ ਗਏ। ਮੈਨੂੰ ਹਫ਼ਤੇ ਕੁ ਬਾਅਦ ਮੈਨੂੰ ਸ਼ਰਮ ਆਉਣ ਲੱਗ ਗਈ। ਮੈਂ ਕਿਹਾ ਇਹ ਕੀ ਕਹੂਗਾ ਵੀ ਮੈਂ ਮੈਮ ਨੂੰ ਰੋਜ਼ ਪੁੱਛ ਰਿਹਾ ਅਤੇ ਮੈਮ ਬਾਹਰ ਹੀ ਨਹੀਂ ਜਾਂਦੇ। ਮੈਂ ਰੋਜ਼ ਕਹਿ ਦੇਣਾ ਕੱਲ੍ਹ ਤੋਂ ਪੱਕਾ, ਕੱਲ੍ਹ ਤੋਂ। ਮੈਂ ਵਾਕ ਤੋਂ ਸਟਾਰਟ ਕੀਤਾ, ਪਿੱਛੇ ਪਾਰਕ 'ਚ ਹੌਲੀ ਹੌਲੀ ਵਾਕ ਕਰਨੀ ਸ਼ੁਰੂ ਕੀਤੀ, ਵਾਕ ਕੀਤੀ, ਫਿਰ ਜੋਗਿੰਗ ਸਟਾਰਟ ਕੀਤੀ, ਹੈ ਨਾ। ਫਿਰ ਉਸ ਕੇਸ 'ਚ ਕੀ ਹੋਇਆ ਸੀਗਾ ਕਿ ਮੇਰੇ ਬ੍ਰਦਰ ਦਾ ਵੀ ਕਹਿਤਾ ਸੀਗਾ
ਕਿ ਮੇਰੇ ਬ੍ਰਦਰ ਵੀ ਬਹੁਤ ਅੱਛਾ ਰਨਿੰਗ ਲਈ ਡੇਲੀ ਜਾਂਦੇ ਸੀਗੇ। ਤਾਂ ਮੇਰੇ ਭਤੀਜੇ ਨੇ ਨਾ ਇਹਨਾਂ ਨੂੰ ਬੋਲਿਆ ਸੀਗਾ ਆਪਣੇ, ਉਹਨਾਂ ਦੀ ਮੈਂ ਕਾਉਂਸਲਿੰਗਸ ਕਰਾਈਆਂ ਬ੍ਰਦਰ ਦੀਆਂ ਸੌਰੀ ਭਤੀਜੇ ਦੀਆਂ ਡਾਕਟਰ ਤੋਂ। ਤਾਂ ਉਹਨੇ ਡਾਕਟਰ ਨੂੰ ਸ਼ੇਅਰ ਕੀਤਾ, ਸਾਡੇ ਨਾਲ ਨਹੀਂ ਸ਼ੇਅਰ ਕੀਤਾ, ਕਿ ਮੈਨੂੰ ਅੱਛਾ ਲੱਗਦਾ ਹੁੰਦਾ ਸੀ ਜਦੋਂ ਮੇਰੇ ਡੈਡੀ ਨਾਲ ਮੈਂ ਡੇਲੀ ਭੱਜਣ ਵਾਸਤੇ ਸ਼ਾਮ ਨੂੰ ਜਾਂਦਾ ਹੁੰਦਾ ਸੀਗਾ। ਤਾਂ ਉਹ ਚੀਜ਼ ਵੀ ਮੇਰੇ ਦਿਮਾਗ 'ਚ ਕਿ ਸ਼ਾਇਦ ਇਹਨੂੰ ਇਹ ਵੀ ਅੱਛਾ ਲੱਗੇ, ਮੇਰੇ ਨਾਲ ਹੀ ਜਾਣ ਲੱਗ ਜੇ। ਤਾਂ ਉੱਥੋਂ ਮੇਰਾ ਸਟਾਰਟ ਹੋਇਆ ਰਨਿੰਗ ਦਾ। ਪਹਿਲਾਂ ਮੈਂ ਐਵੇਂ ਆਖਾਂ, ਮੈਂ ਫਿਟ ਕੌਨਸ਼ੀਅਸ ਸੀਗੀ, ਜਿਮ ਜਾਣਾ, ਕਦੇ ਇੰਨਾ ਓਵਰਵੇਟ ਮੈਂ ਕਦੇ ਵੀ ਨਹੀਂ ਹੋਈ ਵੀ ਬਹੁਤ ਜ਼ਿਆਦਾ ਓਵਰਵੇਟ ਹੋਈ ਹਾਂ। ਪਰ ਰਨਿੰਗ ਔਰ ਸਾਈਕਲਿੰਗ ਮੇਰੀ ਉਹ ਤੋਂ ਬਾਅਦ ਹੀ ਇੰਟਰੋਡਿਊਸ ਹੋਈ ਹੈ। ਉਹ ਤੋਂ ਬਾਅਦ ਮੈਂ ਹੌਲੀ 5 ਕਿਲੋਮੀਟਰ ਲਾਈ। ਤਾਂ ਪਹਿਲੇ ਦਿਨ ਮੈਨੂੰ ਬੜਾ ਕੌਨਫੀਡੈਂਸ ਆਇਆ ਵੀ ਮੈਂ 5 ਕਿਲੋਮੀਟਰ ਭੱਜ ਲਈ। ਫਿਰ ਮੈਂ ਵਿੱਚ ਦੀ ਪ੍ਰੈਕਟਿਸ ਸ਼ੁਰੂ ਕੀਤੀ 10 ਕਿਲੋਮੀਟਰ, ਫਿਰ 21 ਕਿਲੋਮੀਟਰ ਵੀ ਹੋਣੀ ਲਗਵਾਈ ਮੁੰਡੇ ਨੇ ਮੇਰੇ ਨਾਲ ਨਾ, ਕਿ ਤੇਜਿੰਦਰ ਨੇ, ਕਿ ਮੈਮ ਤੁਸੀਂ ਆਪਾਂ 21 ਕਿਲੋਮੀਟਰ ਕਰਨੀ ਹੈ। ਪਹਿਲੀ ਤਾਂ ਮੇਰੀ ਬਹੁਤ ਔਖੀ ਲੱਗੀ, ਮੇਰੇ ਐਵੇਂ ਖੱਲੀਆਂ ਪੈਣ, ਬੁਰਾ ਹਾਲ। ਮੈਂ ਕਹਾਂ ਮੈਂ ਪੰਗਾ ਕਿੱਥੋਂ ਲੈ ਲਿਆ, ਹੈ ਨਾ। ਫਿਰ ਉਹ ਤੋਂ ਬਾਅਦ ਇਹ ਮੇਰਾ ਇੰਨਾ ਕੁ ਰੂਟੀਨ ਬਣ ਗਿਆ। ਹੁਣ ਮੇਰਾ ਤੁਸੀਂ ਦੇਖੋਗੇ ਰਨਿੰਗ ਦੀਆਂ ਮੈਂ ਫੋਟੋਜ਼ ਵੀ ਪਾਉਣੀ ਹੁੰਦੀ ਹੈ, ਮੇਰਾ ਹਮੇਸ਼ਾ ਸਮਾਈਲਿੰਗ ਫੇਸ ਨਾਲ ਹੀ ਪਾਉਣੀ ਹੈ। ਮੈਂ ਆਪਣੀ 21 ਕਿਲੋਮੀਟਰ ਭੱਜਾਂ, ਮੈਂ 10 ਭੱਜਾਂ, 5 ਭੱਜਾਂ, ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਬਚਾਇਆ ਹੀ ਇਸ ਚੀਜ਼ ਨੇ ਹੈ। ਔਰ ਤੁਹਾਨੂੰ ਸੱਚੀ ਤੁਹਾਡੀ ਮੈਂਟਲ ਹੈਲਥ ਲਈ ਮੈਂ ਕਹਿੰਦੀ ਨਾ, ਫਿੱਟ ਤੁਸੀਂ ਦਿਖ ਰਹੇ ਹੋ, ਤੁਸੀਂ ਸਕਿਨੀ ਦਿਖ ਰਹੇ ਹੋ, ਬਹੁਤ ਪਤਲੇ ਹੋ ਜੀ, ਤੁਸੀਂ ਸਭ ਕੁਛ ਹੋ, ਬਟ ਮੈਂਟਲ ਹੈਲਥ ਜੇ ਤੁਹਾਡਾ ਤੁਸੀਂ ਮੈਂਟਲੀ ਨਹੀਂ ਹੋ ਸਟਰੋਂਗ, ਤਾਂ ਉਹ ਚੀਜ਼ ਬਹੁਤ ਮਤਲਬ ਮੈਨੂੰ ਇਹ ਲੱਗਦਾ ਕਿ ਮੈਂਟਲ ਹੈਲਥ ਬਹੁਤ ਇੰਪੋਰਟੈਂਟ ਪਾਰਟ ਹੈ ਆਪਣੀ ਲਾਈਫ ਦਾ। ਜੇ ਤੁਸੀਂ ਪਹਿਲਾਂ ਤਾਂ ਮੈਂ ਬੱਚਿਆਂ ਨੂੰ ਜਾਂ ਭਾਬੀ ਜੀ ਨੂੰ ਜੇ ਮੈਂ ਸਪੋਰਟ ਕਰ ਪਾ ਰਹੀ ਹਾਂ ਕਿਉਂਕਿ ਮੈਂ ਹੈਲਦੀ ਹਾਂ, ਮੈਂ ਫਿੱਟ ਹਾਂ ਅੱਜ, ਤਾਂ ਉਹ ਚੀਜ਼ ਤਾਂ ਹੀ ਮੈਂ ਉਹਨਾਂ ਨੂੰ ਹੈਲਪ ਕਰ ਪਾਊਂਗੀ। ਜੇ ਮੈਨੂੰ ਇਹ ਵੀ ਡਰ ਪੈ ਗਿਆ ਸੀਗਾ ਇੱਕ ਟਾਈਮ 'ਤੇ ਆ ਕੇ, ਕਿ ਜੇ ਮੈਂ ਬਿਮਾਰ ਰਹਿਣ ਲੱਗੀ ਮੈਨੂੰ ਸਾਂਭੂਗਾ ਕੌਣ। ਇਹ ਵੀ ਮੈਨੂੰ ਇੱਕ ਨਾ ਕੰਪਲੈਕਸ ਹੀ ਕਹਿ ਸਕਦੇ ਹੋ, ਮੈਨੂੰ ਇਹ ਹਮੇਸ਼ਾ ਰਹਿੰਦਾ ਡਰ, ਹਾਏ ਜੇ ਮੈਨੂੰ ਕੁਛ ਹੋ ਗਿਆ ਤਾਂ ਮੈਨੂੰ ਤਾਂ ਕੋਈ ਹੌਸਪੀਟਲ ਟੇਕ ਕੇਅਰ ਕਰਨ ਵਾਲਾ ਹੀ ਨਹੀਂ ਹੈਗਾ। ਕਿਉਂਕਿ ਮੈਂ ਆਪਦੇ ਲਾਈਫ 'ਚੋਂ ਫੇਜ਼ਿਸ ਦੇਖੇ ਹੈ। ਤੁਸੀਂ ਹੋਸਟਲ 'ਚੋਂ ਜਾਂ ਤੁਸੀਂ ਹੈ ਨਾ, ਮੈਂ ਜਿਵੇਂ ਕੱਟਿਆ ਇਕੱਲੇ ਟਾਈਮ ਬਹੁਤ ਕੱਟਿਆ, ਮੈਂ ਆਪਣੀਆਂ ਬਿਮਾਰੀਆਂ 'ਚ ਇਕੱਲੇ ਹੀ ਕੱਟਿਆ ਟਾਈਮ। ਤਾਂ ਉਹ ਚੀਜ਼ ਦਾ ਵੀ ਮੈਨੂੰ ਹਮੇਸ਼ਾ ਡਰ ਰਹਿੰਦਾ ਕਿ ਜੇ ਮੈਨੂੰ ਕੁਛ ਹੋ ਗਿਆ ਕੱਲ੍ਹ ਨੂੰ, ਫਿਜ਼ੀਕਲੀ ਕੋਈ ਪ੍ਰੋਬਲਮ ਆ ਗਈ, ਮੇਰੇ ਤਾਂ ਕੋਈ ਟੇਕ ਕੇਅਰ ਕਰਨ ਵਾਲਾ ਹੀ ਨਹੀਂ ਹੈਗਾ। ਨੋ ਡਾਊਟ ਬੱਚੇ ਆ ਭਾਬੀ ਜੀ, ਪਰ ਮੈਨੂੰ ਐਕਸੀਡੈਂਟ ਹੋ ਗਿਆ ਸੀਗਾ, ਸ਼ਾਇਦ ਮੈਂ ਤੁਹਾਨੂੰ ਦੱਸਿਆ ਸੀ ਇੱਕ ਇੰਸੀਡੈਂਟ ਹੈ ਕਿ 600 ਕਿਲੋਮੀਟਰ ਲਾ ਰਹੀ ਸੀਗੀ, ਤਾਂ ਰਸਤੇ 'ਚ 200 ਕਵਰ ਹੋ ਗਈ ਸੀਗੀ। ਅੰਮ੍ਰਿਤਸਰ ਕੋਲ ਮੇਰਾ ਹਾਈਵੇ 'ਤੇ ਐਕਸੀਡੈਂਟ ਹੋ ਗਿਆ ਸੀਗਾ। ਐਕਸੀਡੈਂਟ ਹੋਇਆ ਤਾਂ ਰਾਤ ਨੂੰ ਮੈਨੂੰ ਸ਼ਿਫਟ ਕੀਤਾ, ਮੇਰੇ ਨਾਲ ਦੇ ਸਾਈਕਲਿਸਟ ਸੀਗੇ, ਹੈ ਨਾ, ਤਾਂ ਮੈਨੂੰ ਲੈ ਕੇ ਆਏ। ਤੀਸਰੇ ਦਿਨ ਮੈਨੂੰ ਡੇਂਗੂ ਹੋ ਗਿਆ। ਜਿਵੇਂ ਐਕਸੀਡੈਂਟ ਦੇ ਪਹਿਲਾਂ ਤਾਂ ਇੰਜਰੀਜ਼ ਕਾਫੀ ਸੀਗੀਆਂ, ਹੈਡ ਇੰਜਰੀ ਸੀਗੀ ਜਦੋਂ ਕਿ ਹੈਲਮਟ ਪਾਇਆ ਸੀ, ਅੱਖ 'ਤੇ ਸੀ, ਹੈ ਨਾ, ਕਾਫੀ ਸੱਟਾਂ ਸੀ। ਤੀਜੇ ਦਿਨ ਹੀ ਮੈਨੂੰ ਡੇਂਗੂ ਹੋ ਗਿਆ। ਔਰ ਉਹ ਮੇਰਾ ਇੰਨਾ ਗੰਦਾ ਫੇਸ ਸੀ ਲਾਈਫ ਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇੰਨੀ ਜ਼ਿਆਦਾ ਬਿਮਾਰ। ਉਸ ਟਾਈਮ ਮੈਂ ਆਪਣੇ ਭਤੀਜੇ ਦੋਨੋਂ ਬੈਠੇ ਮੇਰੇ ਕੋਲ, ਦੀਵਾਲੀ ਦਾ ਦਿਨ, ਲੋਕ ਪਟਾਕੇ ਚਲਾ ਰਹੇ ਔਰ ਮੈਨੂੰ 103 ਬੁਖਾਰ, ਐਵੇਂ ਕੰਬ ਰਹੀ ਹਾਂ ਮੈਂ ਬੱਚਿਆਂ ਨੂੰ ਸਿਖਾ ਰਹੀ ਹਾਂ ਕੋਲੇ ਬੈਠੇ ਦੋਨੋਂ। ਮੈਂ ਕਿਹਾ ਆਹ ਨੰਬਰ 'ਤੇ ਫੋਰਟਿਸ ਹਸਪੀਟਲ 'ਚ ਕਾਲ ਕਰ ਦਿਓ, ਐਂਬੂਲੈਂਸ ਆ ਜੂਗੀ ਜੇ ਬਾਈ ਚਾਂਸ ਮੈਂ ਅਨਕੌਂਸ਼ੀਅਸ ਹੋ ਗਈ। ਮੈਂ ਬੱਚੇ ਵੀ ਉਵੇਂ ਟ੍ਰੇਨ ਕਰਨ ਲੱਗ ਗਿਆ ਕਿ ਜੇ ਕੁਝ ਪ੍ਰੋਬਲਮ ਆ ਗਈ, ਹੈ ਨਾ। ਭਾਬੀ ਜੀ ਨੂੰ ਮੈਂ ਇਹਨਾਂ ਨੂੰ ਸਾਰਿਆਂ ਨੂੰ ਸਿਖਾ ਕੇ ਰੱਖਿਆ ਹੋਇਆ ਸੀ ਕਿ ਜੇ ਮੈਂ ਅਨਕੌਂਸ਼ੀਅਸ ਹੋ ਵੀ ਗਈ ਕਿਸੇ ਟਾਈਮ 'ਤੇ ਆ ਕੇ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਫੀਵਰ ਔਰ ਡੇਂਗੂ ਤਾਂ ਤੁਹਾਨੂੰ ਪਤਾ ਹੀ ਤੰਗ ਬੜਾ ਕਰਦਾ। ਸਹੀ ਗੱਲ। ਤਾਂ ਬੱਚਿਆਂ ਨੂੰ ਦੋਨਾਂ ਨੂੰ ਉਵੇਂ, ਹੈ ਨਾ, ਵੀ ਕਦੇ ਜਾਣਾ ਪੈ ਜੇ ਤਾਂ ਐਂਬੂਲੈਂਸ ਆਊਗੀ, ਮੈਨੂੰ ਕੇਰਾਂ ਐਡਮਿਟ ਕਰਾ ਦਿਓ, ਆਹ ਇੱਥੇ ਆ ਪੈਸੇ ਹੈ, ਐਵੇਂ ਕਾਰਡ ਪੇਮੈਂਟ, ਮਤਲਬ ਮੈਂ ਬੱਚੇ ਵੀ ਉਵੇਂ। ਤਾਂ ਉਹ ਚੀਜ਼ ਮੈਨੂੰ ਸ਼ਾਇਦ ਡਰ ਹੈ, ਇਹੋ ਜਿਹਾ ਨਹੀਂ ਕਿ ਉਹ ਮੈਨੂੰ ਟੇਕ ਕੇਅਰ ਨਹੀਂ ਕਰਨਗੇ ਜਾਂ ਮੈਨੂੰ ਸੰਭਾਲ ਨਹੀਂ ਸਕਦੇ, ਬਟ ਮੈਨੂੰ ਫੀਅਰ ਹੈ ਉਸ ਚੀਜ਼ ਦਾ ਅੰਦਰ। ਤਾਂ ਉਸ ਚੀਜ਼ ਉਹ ਵੀ ਸ਼ਾਇਦ ਮੈਨੂੰ ਪੁਸ਼ ਕਰੀ ਰੱਖਦੀ ਉਹ ਚੀਜ਼, ਹੈ ਨਾ। ਬਹੁਤ ਰੀਜ਼ਨਸ ਹੈ। ਭਤੀਜੇ ਨੇ ਕਿਹਾ ਕਿ ਮੇਰੇ ਪਾਪਾ ਰਨਿੰਗ ਕਰਦੇ ਹੁੰਦੇ ਸੀ, ਡਾਕਟਰ ਨੂੰ ਸ਼ੇਅਰ ਕੀਤੀ, ਉਹ ਮੇਰੇ ਲਈ ਬੈਸਟ ਫੇਸ ਸੀਗਾ ਕਹਿੰਦਾ ਮੇਰੀ ਲਾਈਫ ਦਾ, ਉਹ ਰੀਜ਼ਨ ਹੋ ਗਿਆ। ਮੈਂ ਕੌਨਫੀਡੈਂਟ ਨਹੀਂ ਫੀਲ ਕਰਦੀ ਸੀਗੀ, ਉਹਦੇ ਕਰਕੇ ਸ਼ਾਇਦ ਮੈਂ ਬਾਹਰ ਜਾਣ ਲੱਗੀ, ਮੇਰੀ ਰਨਿੰਗ ਸਟਾਰਟ ਹੋਈ। ਰਨਿੰਗ ਤੋਂ ਮੈਨੂੰ ਰਨਿੰਗ ਕਮਿਊਨਿਟੀ 'ਚ ਬਹੁਤ ਅੱਛੇ ਉਵੇਂ ਦੇ ਰਿਸ਼ਤੇ ਮਿਲੇ, ਹੈ ਨਾ, ਜਿਵੇਂ ਇੱਕ ਅੰਕਲ ਆਂਟੀ ਨੇ ਐਜ਼ ਅ ਫਾਦਰ ਮਦਰ ਹੈ ਹੁਣ ਮੇਰੇ ਲਈ, ਤਾਂ ਮੈਨੂੰ ਰਨਿੰਗ ਦੇ ਥਰੂ ਹੀ ਮਿਲੇ ਹੈ। ਫਿਰ ਉਹੋ ਜਿਹਾ ਇਹ ਚੀਜ਼ਾਂ ਵੀ ਮਿਲੀਆਂ। ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਤਾਂ ਫਿਟਨੈਸ ਇੱਕ ਬਲੈਸਿੰਗ ਹੀ ਹੈ, ਜਿਹਦੇ ਕਰਕੇ ਮੈਂ ਤੁਰੀ ਫਿਰਦੀ ਹਾਂ। ਜਦੋਂ ਕਿਸੇ ਮੈਰਿਡ ਕੁੜੀ ਨੂੰ ਸਵਾਲ ਪੁੱਛੋ ਨਾ ਵੀ ਤੂੰ ਆਪਣੀ ਲਾਈਫ 'ਚ ਖੁਸ਼ ਆ, ਤਾਂ ਉਹ ਕਹੂਗੀ ਜਦੋਂ ਮੈਂ ਅਨਮੈਰਿਡ ਸੀ ਉਦੋਂ ਬਹੁਤ ਖੁਸ਼ ਸੀਗੀ, ਹੈ ਨਾ। ਅਤੇ ਤੁਹਾਨੂੰ ਕੋਈ ਆਪਣੀ ਜ਼ਿੰਦਗੀ 'ਚ ਅਤੇ ਮੈਰਿਡ ਕੁੜੀਆਂ 'ਚ ਕੋਈ ਫਰਕ ਲੱਗਦਾ ਕਿ ਮੈਂ ਇਮਾਨਦਾਰੀ ਨਾਲ ਕਹਾਂ, ਮੈਨੂੰ ਲੱਗਦਾ ਹੁੰਦਾ ਕਿ ਅਨਮੈਰਿਡ ਕੁੜੀਆਂ ਕੋਲ ਆਪਣੇ ਫੈਸਲੇ ਕਰਨ ਲਈ ਜ਼ਿਆਦਾ ਖੁੱਲ੍ਹ ਹੁੰਦੀ ਆ, ਹੈ ਨਾ। ਅਤੇ ਤੁਹਾਨੂੰ ਕੀ ਲੱਗਦਾ ਇਸ ਚੀਜ਼ ਬਾਰੇ, ਕੋਈ ਚੇਂਜ ਲੱਗਦਾ ਉਹਨਾਂ ਮੇਰੇ ਅਤੇ ਤੁਹਾਡੇ ਦੋਵਾਂ ਦੇ ਵਿਚਕਾਰ? ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਨਹੀਂ ਪਤਾ, ਜਿਵੇਂ ਮੈਂ ਤੁਹਾਡੇ ਹੀ ਕਈ ਐਪੀਸੋਡਸ ਦੇਖੇ ਹੈ ਨਾ, ਕਿ ਮੈਨੂੰ ਇਹ ਲੱਗਦਾ ਆਈ ਡੂ ਬਿਲੀਵ ਮੈਨੀਫੈਸਟ ਕਰਨਾ, ਇੱਕ ਚੀਜ਼ ਨੂੰ ਨਾ ਮੈਨੀਫੈਸਟ ਕਰਨਾ। ਮੈਨੂੰ ਇਹ ਲੱਗਦਾ ਕਿ ਜੇ ਮੇਰੀ ਲਾਈਫ 'ਚ ਕਦੇ ਵੀ ਕੋਈ ਆਊਗਾ ਨਾ, ਤਾਂ ਮੇਰੀ ਬਹੁਤ ਹੀ ਸ਼ਾਇਦ ਉਹ ਵੀ ਪਰਫੈਕਟ ਲਾਈਫ ਹੋਊਗੀ, ਪਤਾ ਨਹੀਂ, ਮੇਰਾ ਡਰੀਮ ਹੋ ਸਕਦਾ। ਪਰ ਮੈਨੂੰ ਡਿਸੀਜਨ ਮੇਕਿੰਗ ਨਾਲ ਮੈਨੂੰ ਇਹ ਲੱਗਦਾ ਕਿ ਤੁਹਾਡੇ ਲਈ ਲਾਈਕ ਮਾਈਂਡਡ ਕਹਿੰਦੇ ਹੁੰਦੇ ਆ, ਮੈਂ ਸੁਣਿਆ ਜੇ ਕਿਸੇ ਨਾਲ ਗੱਲ ਕਰੋ ਕਹਿਣਗੇ ਇਹੋ ਜਿਹਾ ਕੁਛ ਐਗਜ਼ਿਸਟ ਹੀ ਨਹੀਂ ਕਰਦਾ ਜੀ ਕਿ ਲਾਈਕ ਮਾਈਂਡਡ ਤੁਹਾਨੂੰ ਮਿਲ ਜੇ,
ਜਾਂ ਇਹੋ ਜਿਹਾ ਤਾਂ ਚੀਜ਼ਾਂ ਕੰਪਰੋਮਾਈਜ਼, ਮੈਰਿਜ ਇਜ਼ ਅ ਕੰਪਰੋਮਾਈਜ਼, ਨਾਰਮਲੀ ਮੈਂ ਲੋਕਾਂ ਤੋਂ ਇਹੀ ਸੁਣਿਆ ਹੈ ਨਾ। ਤਾਂ ਡਿਸੀਜਨ ਮੇਕਿੰਗ ਮੈਨੂੰ ਲੱਗਦਾ ਕਿ ਫੀਮੇਲਸ ਨੂੰ ਨਾ ਵੈਸੇ ਹੀ ਮੈਂਟਲੀ ਸਟਰੋਂਗ ਹੋਣਾ ਔਰ ਓਪੀਨੀਅਨਟਡ ਹੋਣਾ ਕੋਈ ਗਲਤ ਚੀਜ਼ ਨਹੀਂ ਹੈ। ਇਸ ਚੀਜ਼ 'ਚ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਡਜ਼ਨਟ ਮੈਟਰ ਹੈ ਨਾ। ਤੁਹਾਨੂੰ ਹਮੇਸ਼ਾ ਆਪਣੇ ਆਪ ਨੂੰ ਇੱਕ ਤਾਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ, ਜ਼ਰੂਰ ਨਾਲ ਚੱਲੋ। ਹੋ ਸਕਦਾ ਮੇਰਾ ਲੋਕਾਂ ਨੂੰ ਲੱਗਦਾ ਹੋਵੇ, ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਮੈਨੂੰ ਸੁਣ ਜਾਂਦਾ ਕਿ ਤੂੰ ਇੰਨੀ ਸਟਰੋਂਗ ਹੈਡਡ ਹੈ, ਤੈਨੂੰ ਐਡਜਸਟਮੈਂਟ ਕਰਨੀ ਔਖੀ ਹੋ ਜੂਗੀ। ਪਰ ਮੈਨੂੰ ਪਤਾ ਨਾ ਕਿ ਜਿਹੜੇ ਜਿਹੇ ਹਾਲਾਤਾਂ 'ਚ ਮੈਂ ਐਡਜਸਟ ਕੀਤੀਆਂ ਜਾਂ ਮੈਂ ਆਪਣੀ ਲਾਈਫ 'ਚ ਐਡਜਸਟਮੈਂਟਸ ਕੀਤੀਆਂ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੀ ਮੈਨੂੰ ਕਦੇ ਪ੍ਰੋਬਲਮ ਆਊਗੀ। ਤਾਂ ਮੈਨੂੰ ਪਹਿਲੀ ਚੀਜ਼ ਤਾਂ ਮੈਂ ਇਸ ਚੀਜ਼ ਨੂੰ ਕਦੇ ਲੈਂਦੀ ਨਹੀਂ। ਪਹਿਲਾਂ ਤਾਂ ਮੈਨੂੰ ਕੱਲ੍ਹ ਪਰਸੋਂ ਮੈਂ ਤੁਹਾਨੂੰ ਦੱਸਦੀ ਹਾਂ, ਯੋਗਾ ਕਲਾਸ ਲੈ ਰਹੀ ਸੀ ਤਾਂ ਉੱਥੇ ਸਾਰੇ ਸੀਗੇ ਥੋੜ੍ਹੇ ਹੈਲਦੀ ਸੀਗੀਆਂ ਫੀਮੇਲਸ। ਪਹਿਲਾਂ ਮੈਨੂੰ ਪੁੱਛਿਆ ਅੱਛਾ ਆਪ ਕਿਆ ਖਾਤੇ ਹੋ, ਕਿਆ ਸਾਰਿਆਂ ਨੂੰ ਹੁੰਦਾ ਹੈ ਨਾ। ਫਿਰ ਉਹਨਾਂ ਨੇ ਕਿਹਾ ਆਪ ਮੈਰਿਡ ਹੋ, ਮੈਂ ਕਿਹਾ ਨਹੀਂ, ਤਬ ਵੀ ਪਤਲੇ ਹੋ। ਇਹ ਚੀਜ਼ ਮੈਨੂੰ ਬੜੀ ਹੈਰਾਨੀ ਹੋਈ, ਬਸ ਤਾਂ ਹੀ ਕਹਿੰਦੇ ਪਤਲੇ ਹੋ ਤੁਸੀਂ ਵੀ, ਤੁਸੀਂ ਮੈਰਿਡ ਨਹੀਂ ਹੋ। ਫਿਰ ਮੈਂ ਉਹਨਾਂ ਨੂੰ ਵੀ ਮੈਂ ਕਿਹਾ ਮੈਂ ਜਿਨ੍ਹਾਂ ਨੂੰ ਮੈਂ ਇੰਸਪੀਰੇਸ਼ਨ ਹੈ ਨਾ ਮੇਰੇ ਜਿਨ੍ਹਾਂ ਨੂੰ ਮੈਂ ਐਡਮਾਇਰ ਕਰਦੀ ਹਾਂ, ਉਹ ਮੈਰਿਡ ਨੇ, ਉਹਨਾਂ ਦੇ ਬੱਚੇ ਵੀ ਨੇ, ਫਿਟਨੈਸ 'ਚ ਹੀ ਨੇ, ਬਟ ਇਹ ਤੁਹਾਡੀ ਪ੍ਰਾਇੋਰਟੀਜ਼ ਹੈ ਲਾਈਫ ਦੀਆਂ। ਮੈਂ ਕਿਹਾ ਤੁਹਾਡੇ ਹਸਬੈਂਡ ਤੁਹਾਨੂੰ ਕਦੇ ਨਹੀਂ ਕਹੂਗਾ ਕਿ ਸਵੇਰ ਉੱਠ ਕੇ ਤੁਸੀਂ ਵਾਕ ਤੇ ਨਹੀਂ ਜਾਣਾ। ਤੁਹਾਡੇ ਹਸਬੈਂਡ ਉਹ ਤੁਹਾਨੂੰ ਪੁਸ਼ ਕਰਦੇ ਕਿ ਤੂੰ ਫਿਟ ਰਹਿ, ਹੈ ਨਾ। ਤਾਂ ਔਰ ਨਾ ਹੀ ਕਦੇ ਤੁਹਾਨੂੰ ਇਹੋ ਜਿਹੇ ਹਸਬੈਂਡ ਵੀ ਨਹੀਂ, ਮੈਨੂੰ ਨਹੀਂ ਲੱਗਦਾ ਹੋਣਗੇ ਕਿ ਤੁਹਾਨੂੰ ਕਹਿਣਗੇ ਤੁਹਾਨੂੰ ਗੋਲ ਗੱਪੇ ਔਰ ਡੇਲੀ ਤੁਹਾਨੂੰ ਜੋ ਵੀ ਸਮੋਸੇ ਹੀ ਖਾਣੇ ਆ। ਉਹ ਤੁਹਾਡੀਆਂ ਪ੍ਰਾਇੋਰਟੀਜ਼ ਔਰ ਤੁਹਾਡੀਆਂ ਪ੍ਰੈਫਰੈਂਸਿਸ ਹੈ। ਜਿੱਥੋਂ ਤੱਕ ਗੱਲ ਆ ਗਈ ਡਿਸੀਜਨ ਦੀ ਜਾਂ ਤੁਹਾਨੂੰ ਇੰਡੀਪੈਂਡੈਂਟ ਡਿਸੀਜਨ ਲੈਣ ਦੀ, ਮੈਨੂੰ ਇਹ ਲੱਗਦਾ ਹੈ ਕਿ ਇੰਨਾ ਕਿ ਤੁਸੀਂ ਕਨਵਿੰਸਿੰਗ ਹੋਣੇ ਚਾਹੀਦੇ ਹੋ ਆਪਣੇ ਲਾਈਫ ਪਾਰਟਨਰ ਨਾਲ ਕਿ ਉਹਨੂੰ ਵੀ ਲੱਗੇ ਕਿ ਹਾਂ ਦਿਸ ਇਜ਼ ਰਾਈਟ ਔਰ ਉਹ ਤੁਹਾਨੂੰ ਸਪੋਰਟ ਕਰ ਰਹੇ ਨੇ, ਹੈ ਨਾ। ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਕਲੈਸ਼ਿਜ਼ ਆ ਗਏ ਜਾਂ ਤੁਹਾਡੇ ਲਈ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈ ਗਿਆ, ਤਾਂ ਉੱਥੇ ਜਾ ਕੇ ਮੈਨੂੰ ਲੱਗਦਾ ਕਿ ਤੁਹਾਨੂੰ ਰੀਕਨਸੀਡਰ ਕਰਨਾ ਚਾਹੀਦਾ ਐਜ਼ ਅ ਗਰਲ ਵੀ। ਮੈਂ ਵੀ ਜੇ ਕੁੜੀ ਹਾਂ, ਮੈਂ ਕੱਲ੍ਹ ਨੂੰ ਕਹਿ ਦਾਂ ਕਿ ਮੈਂ ਕੁਛ ਡਿਸੀਜਨ ਲੈ ਲਿਆ ਜੀ, ਪਰ ਚਲੋ ਮੈਂ ਮੈਰਿਡ ਹੁੰਦੀ, ਮੇਰੇ ਹਸਬੈਂਡ ਨੂੰ ਉਹ ਪਸੰਦ ਨਹੀਂ ਆਇਆ, ਅਤੇ ਮੈਂ ਉੱਥੇ ਕਹਿ ਦਾਂ ਕਿ ਮੈਂ ਸਹੀ ਹਾਂ, ਵਿਚ ਇਜ਼ ਰੋਂਗ, ਹੈ ਨਾ। ਤਾਂ ਫਿਰ ਮੈਨੂੰ ਵੀ ਰੀਕਨਸੀਡਰ ਕਰਨਾ ਹੈ, ਮੈਨੂੰ ਵੀ ਦੁਬਾਰਾ ਸੋਚਣਾ ਹੈ ਕਿ ਸ਼ਾਇਦ ਜੇ ਹਸਬੈਂਡ ਵਾਈਫ ਉਹ ਇਕੱਠੇ ਚੱਲ ਰਹੇ ਹੋ, ਇੱਕ ਕਹਿੰਦੇ ਨਾ ਪੜਾਅ ਹੁੰਦਾ ਹੈ ਨਾ ਜ਼ਿੰਦਗੀ ਦਾ, ਤੁਸੀਂ ਇਕੱਠੇ ਤੈਅ ਕਰਨਾ ਹੈ, ਤਾਂ ਉਹਦੇ 'ਚ ਤਾਂ ਨਾਲ ਚੱਲੋਗੇ, ਸਾਥ ਚੱਲੋਗੇ, ਇੱਕ ਦੂਜੇ ਦਾ ਨਾਲ ਸਾਥ ਬਹੁਤ ਜ਼ਰੂਰੀ ਹੈ। ਤੁਸੀਂ ਆਪਾਂ ਗੱਲਾਂ ਕਰ ਰਹੇ ਸੀ ਕਿ ਸੱਸ ਸਹੁਰਾ ਵੀ ਵਿੱਚ ਆ ਜਾਂਦੇ, ਬਹੁਤ ਚੀਜ਼ਾਂ ਆ ਜਾਂਦੀਆਂ। ਉਹ ਤਾਂ ਐਜ਼ ਅ ਸਿੰਗਲ ਆ ਮੈਂ, ਚਲੋ ਮੈਂ ਮੈਰਿਡ ਨਹੀਂ ਹਾਂ, ਮੈਂ ਡੇਲੀ ਬੇਸਿਸ ਸੁਸਾਇਟੀ 'ਚ ਤੁਹਾਨੂੰ ਕੀ ਪਤਾ ਮੈਂ ਕਿੰਨਾ ਕੁਛ ਫੇਸ ਕਰ ਰਹੀ ਹਾਂ। ਮੈਂ ਰਿਸ਼ਤੇਦਾਰਾਂ ਤੋਂ ਤਾਂ ਸੇਮ ਮੈਂ ਵੀ ਫੇਸ ਕਰ ਰਹੀ ਹਾਂ, ਹੈ ਨਾ। ਲੋਕ ਤਾਂ ਮੈਨੂੰ ਵੀ ਐਜ਼ ਇਟ ਇਜ਼ ਹੀ ਜੱਜ ਕਰ ਰਹੇ ਆ। ਤਾਂ ਮੈਰਿਡ ਅਨਮੈਰਿਡ ਦਾ ਮੇਰੇ ਲਈ ਤਾਂ ਬਹੁਤ ਹੀ ਡਿਫਰੈਂਟ ਕੰਸੈਪਟ ਆ। ਬਟ ਯੈਸ, ਮੈਨੂੰ ਲੱਗਦਾ ਹੁੰਦਾ ਕਿ ਮੈਂ ਕਈ ਸਟੋਰੀਜ਼ ਦੇਖੀਆਂ, ਕਈਆਂ ਕਪਲਸ ਨੂੰ ਜਾਣਦੀ ਹਾਂ, ਦੋਜ਼ ਆਰ ਵੈਰੀ ਬਲੈਸਡ ਕਿ ਜਿਨ੍ਹਾਂ ਦੀ ਲਾਈਫ ਬੜੀ ਸਮੂਥ ਚੱਲਦੀ ਆ। ਅਪ ਐਂਡ ਡਾਊਨਸ ਹਰ ਰਿਲੇਸ਼ਨਸ਼ਿਪ 'ਚ ਆਉਂਦੇ ਆ। ਦੇਖੋ ਤੁਸੀਂ ਐਜ਼ ਅ ਮਦਰ, ਤੁਹਾਨੂੰ ਵੀ ਪਤਾ ਕਿ ਬੱਚਿਆਂ ਨਾਲ ਵੀ ਕਦੇ ਕਦੇ ਆਪਣੇ ਆ ਜਾਂਦੇ ਆ, ਬਿਲਕੁਲ, ਹੈ ਨਾ। ਆਪਾਂ ਨੂੰ ਲੱਗਦਾ ਕਿ ਨਹੀਂ ਮੈਂ ਤਾਂ ਸੋਚ ਰਹੀ ਸੀ ਇਹਨੇ ਐਵੇਂ, ਮੇਰੇ ਭਤੀਜੀ ਨਾਲ ਹੋ ਜਾਂਦੇ ਕਿ ਨਹੀਂ ਐਵੇਂ। ਫਿਰ ਮੈਂ ਆਪਣੇ ਆਪ ਨੂੰ ਥੋੜ੍ਹਾ ਕਹਿੰਦੇ ਨਾ ਹਰ ਇੱਕ ਨੂੰ ਟਾਈਮ ਦੇਣਾ ਹੁੰਦਾ ਆਪਣੇ ਆਪ ਨੂੰ ਕਿ ਨਹੀਂ, ਆਪਾਂ ਨੂੰ ਸੁਣਨੀ ਪੈਂਦੀ ਹੈ। ਬੱਚਿਆਂ ਦੀ ਵੀ ਅੱਜ ਕੱਲ੍ਹ ਸੁਣਨੀ ਪੈਂਦੀ ਹੈ ਕਿਉਂਕਿ ਉਹ ਨਿਊ ਜਨਰੇਸ਼ਨ ਹੈ, ਉਹਨਾਂ ਦਾ ਵੇ ਆਫ ਥਿੰਕਿੰਗ ਬਹੁਤ ਡਿਫਰੈਂਟ ਆਪਣੇ ਨਾਲੋਂ। ਤਾਂ ਜੇ ਬੱਚਿਆਂ ਨਾਲ ਆ ਸਕਦਾ ਤਾਂ ਹਸਬੈਂਡ ਵਾਈਫ ਨਾਲ ਕਿਉਂ ਨਹੀਂ ਆਊਗਾ? ਉਹਨਾਂ ਦਾ ਵੀ ਆਪਸ 'ਚ ਆਊਗਾ ਹੀ ਆਊਗਾ, ਬਟ ਉਹਨੂੰ ਐਕਸੈਪਟ ਕਰੋ ਐਜ਼ ਇਟ ਇਜ਼। ਅਗਾਂਹ ਹੁਣ ਤੁਸੀਂ ਕੀ ਸੋਚਦੇ ਹੋ ਆਪਦੀ ਜ਼ਿੰਦਗੀ ਲਈ, ਹੈ ਨਾ। ਜਿਵੇਂ ਤੁਸੀਂ ਬਠਿੰਡੇ ਤੋਂ ਇੱਥੇ ਮੂਵ ਹੋਏ ਬੱਚਿਆਂ ਨੂੰ ਪੜ੍ਹਾਉਣ ਲਈ, ਉਹ ਤਾਂ ਚਲੋ ਜਿਵੇਂ ਇੱਕ ਜ਼ਿੰਮੇਵਾਰੀ ਜਿਹਨੂੰ ਤੁਸੀਂ ਕਰਨਾ ਹੀ ਕਰਨਾ, ਤੁਹਾਡਾ ਪਰਿਵਾਰ ਆ, ਪਰ ਆਪਣੇ ਲਈ ਕੀ ਸੋਚ ਰੱਖਿਆ? ਆਪਣੇ ਲਈ ਮੇਰੇ ਡਿਫਰੈਂਟ ਜਿਹੇ ਟਾਰਗੇਟਸ ਹੈ। ਦੇਖੋ ਮੈਂ ਰਨਿੰਗ ਔਰ ਸਾਈਕਲਿੰਗ 'ਚ ਹੈਗੀ ਹਾਂ, ਤਾਂ ਸਾਡੇ ਇੱਕ ਆਇਰਨ ਮੈਨ ਦਾ ਹੁੰਦਾ, ਤੁਸੀਂ ਕਹੋਗੇ ਮੇਰਾ ਸਪੋਰਟਸ ਨਾਲ ਹੀ ਹੈ। ਤਾਂ ਮੈਨੂੰ ਸਵਿਮਿੰਗ ਨਹੀਂ ਆਉਂਦੀ ਹੈਗੀ, ਮੈਂ ਸਵਿਮਿੰਗ ਸਟਾਰਟ ਕਰਨੀ ਆ, ਅਤੇ ਆਈ ਐਮ 38, ਹੁਣ 38 ਸਾਲ ਦੀ ਹੈਗੀ। ਤਾਂ ਮੈਨੂੰ ਇਹ ਹੈ ਕਿ ਮੈਂ 40 ਸਾਲ ਆਪਣੇ, ਮੇਰਾ ਹੁੰਦਾ ਮੇਰੇ ਬਰਥਡੇਜ਼ 'ਤੇ ਮੈਨੂੰ ਗਿਫਟ ਦੇਣਾ ਕਿ ਮੈਂ ਆਹ ਨਵੀਂ ਚੀਜ਼ ਕੀਤੀ। ਤਾਂ ਮੈਨੂੰ ਇਹ ਹੈ ਕਿ ਮੇਰੇ ਲਈ ਇਹ ਹੈ ਮੇਰਾ ਕਿ ਮੈਂ ਆਇਰਨ ਮੈਨ ਮੈਨੂੰ ਸਵਿਮਿੰਗ ਸਿੱਖ ਲੂੰਗੀ। ਤਾਂ ਉਹ ਥੋੜ੍ਹਾ ਜਿਹਾ ਔਖਾ ਟਾਸਕ ਹੈ, ਬਟ ਮੈਂ ਉਹਦੇ ਲਈ ਕਰ ਪਾਵਾਂ, ਮੇਰੇ ਲਈ ਬਹੁਤ ਵੱਡਾ ਉਹ ਹੈ ਕਿ ਮੈਂ ਉਹਦੇ 'ਚ ਕੀ ਹੁੰਦਾ ਕਿ ਤੁਸੀਂ ਪਹਿਲਾਂ ਸਾਈਕਲਿੰਗ, ਨਾਲ ਦੀ ਨਾਲ ਹੀ ਰਨਿੰਗ, ਨਾਲ ਦੀ ਨਾਲ ਹੀ ਸਵਿਮਿੰਗ, ਔਰ ਤੁਹਾਨੂੰ ਕੁਛ ਆਵਰਸ ਦਿੱਤੇ ਹੁੰਦੇ ਕਿ ਇੰਨੇ ਘੰਟੇ ਦੇ ਅੰਦਰ ਅੰਦਰ ਤੁਸੀਂ ਤਿੰਨੋਂ ਸਪੋਰਟਸ ਕੰਪਲੀਟ ਕਰਨੀ ਹੈ। ਔਰ ਉਹ ਆਪਣੇ ਜਿਵੇਂ ਕੈਨੇਡਾ ਹੋ ਗਿਆ, ਸਿੰਗਾਪੁਰ ਹੋ ਗਿਆ, ਐਵੇਂ ਹੁੰਦੀ ਹੈ ਉਹ ਇਵੈਂਟਸ। ਤਾਂ ਉਹੀ ਇਵੈਂਟ ਕੋਈ ਕਰ ਪਾਵਾਂ, ਮੈਨੂੰ ਉਹੀ ਗੋਲਸ ਹੈ ਮੇਰੇ ਤਾਂ ਕਿ ਫਿਟਨੈਸ 'ਚ ਕੁਛ ਡਿਫਰੈਂਟ ਕਰ ਪਾਵਾਂ। ਬਾਕੀ ਜਿਵੇਂ ਮੈਂ ਹੁਣ ਆਪਣੀ ਸਟੱਡੀਜ਼ ਦੇਖੋ, ਮੇਰਾ ਇੱਕਦਮ ਸ਼ਿਫਟ ਹੋ ਗਿਆ। ਮੇਰਾ HR ਦਾ MBA ਕੀਤੀ ਸੀ, ਕਿੱਥੇ ਮੈਂ ਸੋਚਦੀ ਹੁੰਦੀ ਸੀ ਮੇਰੀ ਲਾਈਫ ਕੀ ਹੋਊਗੀ ਐਜ਼ ਅ ਗਰਲ। ਸੱਚੀ ਐਂ ਸੋਚਦੇ ਹਾਂ ਨਾ, ਜਦੋਂ ਤੱਕ ਮੇਰੇ ਫਾਦਰ ਸਾਹਿਬ ਸੀਗੇ ਮੈਨੂੰ ਇਹ ਲੱਗਦਾ ਹੁੰਦਾ ਸੀ ਜੋਬ ਮੇਰੀ ਹੋਗੀ, ਜੋਬ ਅੱਛੀ ਸੈਲਰੀ ਆ ਰਹੀ ਹੈ, ਵਿਆਹ ਹੋ ਜਾਣਾ ਹੈ। ਪਹਿਲਾਂ ਹਰ ਇੱਕ ਦਾ, ਇੱਕ ਕੁੜੀ ਦਾ ਹੀ ਹੁੰਦਾ ਹੈ ਕਿ ਮੈਰਿਡ ਲਾਈਫ ਹੋਊਗੀ, ਬੱਚੇ ਹੋਣਗੇ ਤਾਂ ਸੈੱਟ ਹੈ, ਮੇਰਾ ਸਭ ਠੀਕ ਹੈ। ਬਟ ਮੇਰੀ ਲਾਈਫ 'ਚ ਇੰਨਾ ਕੁ ਡਰਾਸਟਿਕ ਚੇਂਜ ਆਇਆ, ਮੈਨੂੰ ਵੀ ਨਹੀਂ ਪਤਾ ਸੀ ਕਿ ਯੂ ਟਰਨ ਹੀ ਲੈ ਗਈ।
ਹੁਣ ਮੇਰੇ ਲਈ ਪੈਸ਼ਨ ਹੀ ਜਦੋਂ ਫਿਟਨੈਸ ਆ ਗਿਆ, ਮੈਨੂੰ ਇਹ ਲੱਗਦਾ ਕਿ ਮੈਨੂੰ 24 ਘੰਟੇ ਇਸ ਚੀਜ਼ ਲਈ ਚਲਾਈ ਰੱਖੋ ਤਾਂ ਮੇਰੇ ਕੋਲ ਗੱਲਾਂ ਵੀ ਹੈ, ਮੇਰੀ એનર્ਜੀ ਵੀ ਸੇਮ ਹੀ ਰਹਿੰਦੀ ਹੈ ਨਾ। ਤਾਂ ਮੈਨੂੰ ਇਹਦੇ 'ਚ ਮੈਂ ਆਪਣੀਆਂ ਸਰਟੀਫਿਕੇਸ਼ਨਸ ਕੀਤੀਆਂ, ਯੋਗਾ ਦੀ ਕਰ ਲਈ ਸਰਟੀਫਿਕੇਸ਼ਨ, ਮੈਂ ਨਿਊਟ੍ਰੀਸ਼ਨ ਦੀ ਕਰ ਲਈ ਸਰਟੀਫਿਕੇਸ਼ਨ, ਹੁਣ ਅੱਗੇ ਵੀ ਮੈਂ ਇਹਦੇ 'ਚ ਵੈਲਨੈਸ ਕੋਚ ਦੀ, ਮਤਲਬ ਇਹਦੇ ਰਿਲੇਟਿਡ ਹੀ ਸਟੱਡੀਜ਼ ਵੀ ਕਰ ਰਹੀ ਹਾਂ। ਤਾਂ ਮੈਂ ਆਪਣਾ ਕਰੀਅਰ ਹੀ ਮੈਨੂੰ ਇਹ ਲੱਗਦਾ ਕਿ ਇਸ ਚੀਜ਼ 'ਚ ਹੀ ਬਣਾ ਰਹੀ ਹਾਂ, ਤਾਂ ਹੁਣ ਇਸ ਚੀਜ਼ ਨੂੰ ਹੀ ਜ਼ਿਆਦਾ ਫੋਕਸ ਕਰੂੰਗੀ। ਯੈਸ, ਇਨ ਬਿਟਵੀਨ ਤੁਹਾਨੂੰ ਲੱਗਦਾ, ਮੈਂ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਕੋਈ ਐਡਾਮੈਂਟ ਨਹੀਂ ਹੈਗੀ, ਨਾ ਮੇਰੇ ਲਈ ਕੋਈ ਏਜ ਮੈਟਰ ਕਰ ਰਹੀ ਹੈ ਇਸ ਟਾਈਮ। ਮੈਂ ਮਜ਼ਾਕ ਕਰਦੀ ਹੁੰਦੀ ਹਾਂ ਸਾਰਿਆਂ ਨੂੰ, ਮੈਂ ਕਿਹਾ 50 ਸਾਲ ਤੱਕ ਕੋਈ ਆਊਗਾ ਨਾ, ਉਹ ਬੰਦਾ ਵੀ ਕਹਿੰਦੇ ਹੁੰਦੇ ਨਾ ਹੰਡ ਕੇ ਆਉਂਦਾ ਤੁਸੀਂ ਮੈਚਿਓਰਿਟੀ ਲੈਵਲ ਡਿਫਰੈਂਟ ਹੋ ਜਾਂਦਾ ਆਫਟਰ ਸਰਟਨ ਏਜ, ਤੁਹਾਡਾ ਮੈਚਿਓਰਿਟੀ ਡਿਫਰੈਂਟ ਆ ਜਾਂਦੀ ਹੈ। ਮੈਂ ਕਿਹਾ ਜਦੋਂ ਉਸ ਬੰਦੇ ਨੂੰ ਲੱਗੂ ਨਾ ਕਿ ਤੁਸੀਂ, ਤੁਹਾਡੀ ਕਨਵਰਸੇਸ਼ਨਸ ਹੀ ਡਿਫਰੈਂਟ ਹੋਣਗੀਆਂ ਉਸ ਟਾਈਮ 'ਤੇ, ਤੁਹਾਡੇ ਲਾਈਫ ਦੇ ਗੋਲਸ ਹੀ ਡਿਫਰੈਂਟ ਹੋਣਗੇ, ਤਾਂ ਉਸ ਟਾਈਮ 'ਤੇ ਜੇ ਕੋਈ ਮਿਲ ਜਾਂਦਾ ਵੈਲ ਐਂਡ ਗੁੱਡ, ਨਹੀਂ ਤਾਂ ਆਪਾਂ ਆਈ ਐਮ ਹੈਪੀ ਇਨ ਮਾਈ ਲਾਈਫ। ਨਹੀਂ, ਵਧੀਆ ਗੱਲ ਆ। ਮੈਂ ਇਹੀ ਸੋਚਦੀ ਹੁੰਦੀ ਹਾਂ ਕਿ ਜਦੋਂ ਤੁਸੀਂ ਦੁਖੀ ਹੋਵੋ ਨਾ, ਮੈਂ ਬਹੁਤ ਸਾਰੇ ਲੋਕ ਸ਼ਾਇਦ ਸੋਚਦੇ ਹੋਣਗੇ ਕਿ ਖੁਸ਼ੀ ਵਾਲੀਆਂ ਚੀਜ਼ਾਂ ਦੇਖੋ, ਨਹੀਂ ਮੈਂ ਸੋਚਦੀ ਨਾ ਵੀ ਉਸ ਤੋਂ ਵੀ ਜ਼ਿਆਦਾ ਦੁੱਖ ਵਾਲੀ ਚੀਜ਼ ਦੇਖਣੀ ਚਾਹੀਦੀ ਹੈ ਤੁਹਾਨੂੰ, ਹੈ ਨਾ। ਮੈਂ ਖੁਦ ਇੰਨੇ ਪਾਕਿਸਤਾਨੀ ਡਰਾਮਾ ਦੇਖਦੀ ਹਾਂ, ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਮੈਨੂੰ ਲੱਗਦਾ ਹੁੰਦਾ ਕਿ ਉਹ ਚੀਜ਼ ਨਾ ਤੁਹਾਨੂੰ ਪੋਜ਼ਿਟਿਵ ਕਰ ਦਿੰਦੀ ਆ, ਕਿ ਮਤਲਬ ਤੁਹਾਡੀ ਲਾਈਫ 'ਚ ਛੋਟੀ ਜਿਹੀ ਵੀ ਪ੍ਰੋਬਲਮ ਆ, ਤੁਹਾਨੂੰ ਐਂ ਲੱਗਣ ਲੱਗ ਜਾਂਦਾ ਤਾਂ ਹੈ ਹੀ ਨਹੀਂ, ਹੈ ਨਾ। ਵੱਡੀ ਹੋਊਗੀ, ਤੁਹਾਨੂੰ ਦੂਜੇ ਦੀ ਦੇਖ ਕੇ ਲੱਗਦਾ ਇਹ ਤਾਂ ਬਹੁਤ ਛੋਟੀ ਹੈ। ਤਾਂ ਕਿੰਨੇ ਲੋਕ ਨੇ ਜਿਹੜੇ ਤੁਹਾਨੂੰ ਦੇਖ ਕੇ ਸੋਚਦੇ ਹੋਣਗੇ ਵੀ ਜੇ ਇਹ ਬੰਦਾ ਇੱਥੇ ਸਟੈਂਡ ਕਰ ਰਿਹਾ ਤਾਂ ਮਤਲਬ ਅਸੀਂ ਤਾਂ ਕੁਛ ਵੀ ਨਹੀਂ, ਹੈ ਨਾ। ਕਿੰਨਾ ਕੁਛ ਤੁਹਾਡੇ ਤੋਂ ਸਿੱਖਣਗੇ ਉਹ, ਕਿ ਜੇ ਤੁਸੀਂ ਕਰ ਸਕਦੇ ਹੋ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਹੈ ਨਾ। ਅਤੇ ਮੈਂ ਤੁਹਾਨੂੰ ਦੱਸਿਆ ਜਿਵੇਂ ਕਿੰਨੇ ਮੇਰੇ ਫੋਨ 'ਚ ਸਕਰੀਨਸ਼ਾਟ ਨੇ ਤੁਹਾਡੀਆਂ ਫੋਟੋਆਂ ਦੇ ਨਾ, ਮੈਂ ਸੋਚਦੀ ਨਾ ਵੀ ਇੱਕ ਦਿਨ ਮੈਂ ਕਰੂੰਗੀ। ਮੈਂ ਜ਼ਰੂਰ ਕਰੂੰਗੀ ਇੱਕ ਦਿਨ। ਪਰ ਸੱਚੀ ਜੋ ਤੁਸੀਂ ਇਸ ਸਟੇਜ 'ਤੇ ਕਰ ਰਹੇ ਹੋ, ਮਤਲਬ ਬਹੁਤ ਸਾਰੇ ਉਹਨਾਂ ਚੁਟਕਲਿਆਂ ਨੂੰ ਮੈਨੂੰ ਲੱਗਦਾ ਲੋਕ ਭੁੱਲਣਗੇ ਇਹਨਾਂ ਚੀਜ਼ਾਂ ਨਾਲ, ਜਿਹੜੇ ਅਸੀਂ ਖਾਸ ਤੌਰ 'ਤੇ ਔਰਤਾਂ ਲਈ ਬਣਾ ਲੈਂਦੇ ਹਾਂ ਨਾ। ਨਹੀਂ, ਥੈਂਕ ਯੂ। ਪਹਿਲੀ ਚੀਜ਼ ਤਾਂ ਮੈਨੂੰ ਬੜਾ ਅੱਛਾ ਲੱਗਦਾ ਹੈ ਨਾ ਕਿ ਜਦੋਂ ਕੋਈ ਫੀਮੇਲਸ ਤੁਹਾਡੇ ਨਾਲ ਕਨੈਕਟ ਹੁੰਦੀਆਂ ਹੈ ਨਾ, ਕਿਉਂਕਿ ਮੇਲ ਫੀਮੇਲ ਇਟਸ ਅ ਅਟਰੈਕਸ਼ਨ ਹੈ ਨਾ, ਕਿ ਆਪਾਂ ਚਲੋ ਮੈਂ ਕੋਈ ਗਲਤ ਨਹੀਂ ਕਹਿੰਦੀ, ਬਟ ਜਦੋਂ ਤੁਹਾਨੂੰ ਫੀਮੇਲ ਹੀ ਆ ਕੇ ਤੁਹਾਨੂੰ ਕੋਈ ਐਪਰੀਸ਼ੀਏਟ ਕਰ ਰਹੀ ਹੈ ਨਾ, ਦੈਟਸ ਅ ਜੈਨੂਇਨ ਫੀਡਬੈਕ ਹੁੰਦਾ ਹੈ। ਤਾਂ ਮੈਨੂੰ ਕਈ ਫੀਮੇਲਸ ਦੇ ਜਦੋਂ ਆਉਂਦੇ ਆ ਹੈ ਨਾ, ਮੈਸੇजेस ਵੀ ਆਉਂਦੇ ਆ, ਫੇਸਬੁੱਕ 'ਤੇ ਵੀ ਆਉਂਦੇ ਆ, ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਤੁਹਾਨੂੰ ਫਿਟ ਦੇਖ ਕੇ ਬੜਾ ਅੱਛਾ ਲੱਗਦਾ, ਤੁਹਾਡੀ ਐਕਸਰਸਾਈਜ਼ ਕਰਦੇ ਦੇਖਿਆ, ਉਹ ਮੈਨੂੰ ਵੀ ਮੋਟੀਵੇਟ ਕਰਦੇ ਆ। ਮੈਂ ਤੁਹਾਨੂੰ ਆਖਾਂ ਕਿ ਮੈਨੂੰ ਕਿਹਨੂੰ ਨਹੀਂ ਅੱਛਾ ਲੱਗਦਾ, ਹੈ ਨਾ। ਤੁਸੀਂ ਚੰਗਾ ਦਿਖਣਾ ਵੀ ਸਭ ਨੂੰ ਅੱਛਾ ਲੱਗਦਾ, ਫਿਟ ਰਹਿਣਾ ਸਭ ਨੂੰ ਅੱਛਾ ਲੱਗਦਾ ਹੈ, ਬਟ ਜੇ ਤੁਸੀਂ ਕੰਸਿਸਟੈਂਟਲੀ ਕੋਈ ਐਫਰਟਸ ਪਾ ਰਹੇ ਹੋ ਔਰ ਉਹਨੂੰ ਤੁਹਾਡੀ ਆਪਣੀ ਕਮਿਊਨਿਟੀ, ਆਪਣਾ ਫੀਮੇਲਸ ਹੀ ਜੇ ਤੁਹਾਨੂੰ ਐਪਰੀਸ਼ੀਏਟ ਕਰ ਰਹੀਆਂ ਤਾਂ ਇਹ ਤੋਂ ਵੱਡੀ ਗੱਲ ਹੋਰ ਕੀ ਹੈ। ਪਰ ਮੈਂ ਇਹ ਚੀਜ਼ ਮਤਲਬ ਬਹੁਤ ਵਾਰੀ ਅਸੀਂ ਔਰਤਾਂ ਨਾ ਐਕਸੈਪਟ ਨਹੀਂ ਕਰਦੀਆਂ ਇਸ ਚੀਜ਼ ਨੂੰ, ਪਰ ਮੈਨੂੰ ਇਹ ਲੱਗਦਾ ਕਿ ਸਾਡੇ ਅੱਗੇ ਮਤਲਬ ਨਾ ਵਧਣ 'ਚ ਬਹੁਤ ਕਿਤੇ ਕਾਰਨ ਅਸੀਂ ਆਪ ਹੀ ਹਾਂ। ਮੈਂ ਜੇ ਘਰੇ ਸਾਰਾ ਦਿਨ ਬੈਠੀ ਰਹੂੰਗੀ ਮੈਨੂੰ ਉਸ ਚੀਜ਼ ਦੀ ਤਕਲੀਫ ਨਹੀਂ ਹੋਊਗੀ, ਪਰ ਜੇ ਕੋਈ ਮੇਰੇ ਘਰ 'ਚੋਂ ਹੀ ਉੱਠ ਕੇ ਕੁੜੀ ਹੈ ਨਾ ਆਪਦੇ ਲਈ ਮਿਹਨਤ ਕਰ ਰਹੀ ਹੈ, ਜਾਂ ਉਹ ਮੇਰੇ ਨਾਲੋਂ ਜ਼ਿਆਦਾ ਤਰੱਕੀ ਕਰ ਰਹੀ ਹੈ, ਤਾਂ ਸੇਮ ਜਗ੍ਹਾ 'ਤੇ ਮੈਨੂੰ ਜੈਲਸ ਮਹਿਸੂਸ ਹੋਣ ਲੱਗ ਜੂ, ਹੈ ਨਾ। ਮੈਨੂੰ ਲੱਗਦਾ ਕਿ ਮੇਲ ਕਮਿਊਨਿਟੀ ਆ ਜਿਹੜੀ, ਸ਼ਾਇਦ ਉਹ ਸਾਨੂੰ ਉਨਾ ਜ਼ਿਆਦਾ ਨਹੀਂ ਦਬਾ ਰਹੀ ਜਿੰਨਾ ਅਸੀਂ ਔਰਤਾਂ ਇੱਕ ਦੂਜੇ ਤੋਂ ਸਾੜਾ ਕਰਦੇ ਹਾਂ, ਜਾਂ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਇਹਦੇ ਬਾਰੇ ਚੰਗੀ ਗੱਲ ਨਹੀਂ ਹੋਣੀ ਚਾਹੀਦੀ, ਹੈ ਨਾ। ਔਰਤਾਂ ਹੋ ਕੇ ਹੀ ਅਸੀਂ ਕਈ ਵਾਰੀ ਔਰਤਾਂ ਲਈ ਇੰਨੀਆਂ ਬੁਰੀਆਂ ਚੀਜ਼ਾਂ ਸਪਰੈਡ ਕਰ ਦਿੰਦੇ ਹਾਂ ਕਿ ਉਹਨੂੰ ਥੱਲੇ ਸੁੱਟਣ 'ਚ ਸਾਡੀ ਪੂਰੀ ਵਾਹ ਲੱਗ ਜਾਂਦੀ ਹੈ ਨਾ। ਅਤੇ ਮੈਨੂੰ ਲੱਗਦਾ ਜੇ ਇੱਕ ਘਰ 'ਚ ਵੀ 2 ਫੀਮੇਲ ਹੋਣ ਅਤੇ ਉਹ ਜੁੜ ਕੇ ਚੱਲਣ ਤਾਂ ਉਹਨਾਂ ਦੀ ਕਹਾਣੀ ਵੀ ਤੁਹਾਡੇ ਵਰਗੀ ਹੋ ਸਕਦੀ ਹੈ ਨਾ। ਅਤੇ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੱਚੀ। ਜਦੋਂ ਤੁਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਡਿੱਗੇ ਹੁੰਦੇ ਹੋ, ਤੁਹਾਨੂੰ ਇਹ ਨਹੀਂ ਯਾਦ ਕਰਾਉਣਾ ਚਾਹੀਦਾ ਵੀ ਤੂੰ ਇੱਥੇ ਡਿੱਗ ਚੁੱਕਿਆ ਨਾ, ਤੁਹਾਨੂੰ ਇਹ ਯਾਦ ਕਰਾਉਣਾ ਚਾਹੀਦਾ ਵੀ ਤੂੰ ਹੁਣ ਖੜਨਾ ਹੈ। ਅਤੇ ਦੁੱਖ 'ਚ ਔਰਤ ਦੂਜੀ ਔਰਤ ਨੂੰ ਇਹ ਹੌਸਲਾ ਬਹੁਤ ਘੱਟ ਦਿੰਦੀ ਆ। ਇਹਦੇ 'ਚ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰੂੰਗੀ, ਭਾਬੀ ਜੀ ਮੇਰੇ ਹੈ ਨਾ, ਉਹਨਾਂ ਨੂੰ ਨਾ ਬੜਾ ਫੇਸ ਕਰਨਾ ਪਿਆ ਕਿ ਮੈਂ ਥੋੜ੍ਹੀ ਜਿਹੀ, ਦੇਖੋ ਮੈਂ ਬਾਹਰ ਰਹੀ, ਜ਼ਿਆਦਾ ਪੜ੍ਹੀ, ਮਤਲਬ ਬਾਹਰ ਰਹੀ ਹਾਂ ਜ਼ਿਆਦਾ, ਤਾਂ ਮੇਰਾ ਕਲਚਰਲੀ ਔਰ ਕਈ ਚੀਜ਼ਾਂ 'ਚ ਮੈਂ ਸਟਰੋਂਗਲੀ ਬੋਲ ਦਿੰਦੀ ਹਾਂ, ਹੈ ਨਾ। ਤਾਂ ਭਾਬੀ ਜੀ ਥੋੜ੍ਹੇ ਜਿਹੇ ਜਿਵੇਂ ਪਿੰਡਾਂ 'ਚ ਸ਼ਾਈ ਜੇ ਅਤੇ ਚੁੱਪ ਕੀਤੇ ਜੇ, ਉਹਨਾਂ ਨੂੰ ਕਹਿਣਾ ਕਿਸੇ ਨੇ ਕਿ ਬ੍ਰਦਰ ਦੀ ਡੈਥ ਤੋਂ ਬਾਅਦ ਮੇਰੇ ਕੋਈ ਵਿਆਹ ਆ ਗਿਆ, ਆਇਆ 8-9 ਮਹੀਨੇ ਬਾਅਦ, ਪਰ ਮੇਰੇ ਭੂਆ ਜੀ ਦੇ ਬੇਟੇ ਦਾ ਵਿਆਹ ਸੀਗਾ। ਸਾਰੇ ਕਹਿਣ, ਮੇਰੇ ਬ੍ਰਦਰ ਨੂੰ ਸ਼ੌਕ ਸੀ ਭਾਬੀ ਜੀ ਤਿਆਰ ਸ਼ਿਆਰ ਹੋ ਕੇ ਜਾਣ ਆਏ ਵਧੀਆ। ਮੈਂ ਉਹਨਾਂ ਨੂੰ ਕਿਹਾ ਤੁਸੀਂ ਆਹੀ ਸੂਟ, ਮੈਂ ਮਰੂਨ ਕਲਰ ਦਾ ਸੂਟ ਲੈ ਕੇ ਦਿੱਤਾ ਹੈ ਨਾ, ਨਾਲ ਗਈ, ਮੈਂ ਕਿਹਾ ਤੁਸੀਂ ਆਹੀ ਪਾਉਣਾ ਹੈ, ਤੁਸੀਂ ਲਿਪਸਟਿਕ ਵੀ ਲਾਉਣੀ ਹੈ। ਆਪਣੇ ਕੀ ਹੁੰਦਾ ਕਿ ਨਹੀਂ ਸੋਹਣੀ ਨਹੀਂ ਲੱਗਦੀ ਹੈ ਨਾ, ਪਿੰਡਾਂ 'ਚ ਤੁਸੀਂ ਸੂਟ ਫਿੱਕੇ ਪਾਓ। ਮੈਨੂੰ ਉਹ ਚੀਜ਼ ਬੜੀ ਮੈਨੂੰ ਲੱਗਿਆ, ਦੇਖੋ ਉਹਨਾਂ ਦਾ ਕਿਉਂ ਨਹੀਂ ਦਿਲ ਕਰੂਗਾ, ਹਸਬੈਂਡ ਦਾ ਜਾਣਾ ਇੱਕ ਅਲੱਗ ਇੱਕ ਹੈਗਾ, ਚਲੋ ਦੁੱਖ ਹੈਗਾ, ਪਰ ਲਾਈਫ ਉਹਨਾਂ ਦੀ ਕਿੰਨੀ ਲੰਬੀ ਜਰਨੀ ਹੈ ਹਜੇ, ਹੈ ਨਾ। ਉਹਨਾਂ ਦੇ ਔਰ ਬੱਚਿਆਂ ਨੂੰ ਸੱਚੀ ਫ਼ਰਕ ਪੈਂਦਾ ਆਪਣੇ ਮਦਰ ਨੂੰ ਦੇਖ ਕੇ, ਬੱਚਿਆਂ ਦੀ ਲਾਈਫ ਬਹੁਤ ਚੇਂਜ ਹੁੰਦੀ ਹੈ। ਜੇ ਭਾਬੀ ਜੀ 24 ਘੰਟੇ ਉਸੇ ਮੂਡ 'ਚ
ਉਵੇਂ ਹੀ ਸੈਡ ਜਾਂ ਰੋਂਦੇ ਰਹਿਣਗੇ ਜਾਂ ਉਵੇਂ ਹੀ ਹੈ ਨਾ ਰਹਿਣਗੇ ਤਾਂ ਬੱਚੇ ਕਿਵੇਂ ਖੁਸ਼ ਰਹਿਣਗੇ ਆਪਣੀ ਲਾਈਫ 'ਚ। ਉਹ ਚੀਜ਼ ਨੇ ਬੱਚਿਆਂ ਨੂੰ ਵੀ ਬੜਾ ਸਾਡਾ ਇੱਕ ਹੈਗਾ ਫੈਮਿਲੀ 'ਚ ਅਸੀਂ ਚਾਰੋਂ ਇਕੱਠੇ ਬਹਿ ਕੇ ਗੱਲ ਕਰਦੇ ਹਾਂ। ਕਦੇ ਮੈਂ ਬੱਚਿਆਂ ਨੂੰ ਨਹੀਂ ਵੀ ਆਹ ਗੱਲ ਨਹੀਂ ਕਰਨੀ ਜਾਂ ਨਹੀਂ, ਸਾਡੀ ਜੋ ਵੀ ਡਿਸਕਸ਼ਨਸ ਹੁੰਦੀਆਂ ਚਾਰਾਂ ਦੀਆਂ ਇਕੱਠੇ ਬੈਠ ਕੇ ਹੁੰਦੀਆਂ। ਸੈਕਿੰਡਲੀ ਫਿਰ ਭਾਬੀ ਜੀ ਨੂੰ ਮੈਂ ਉਹਨਾਂ ਨੂੰ ਸ਼ੁਰੂ 'ਚ ਮੈਂ ਕਿਹਾ ਮੈਂ ਖੜੀ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਮੈਂ ਕਿਹਾ ਤੁਹਾਡੀ ਫੈਮਿਲੀ 'ਚ ਆਪਾਂ 4 ਜਣੇ ਹੈ, ਅਸੀਂ ਤੁਹਾਨੂੰ 3 ਜਣੇ ਜੱਜ ਨਹੀਂ ਕਰ ਰਹੇ। ਜਿਹੜੇ ਲੋਕ ਤੁਹਾਨੂੰ ਜੱਜ ਕਰ ਰਹੇ ਆ ਉਹਨਾਂ ਨੇ ਆਪਾਂ ਨੂੰ ਆ ਕੇ ਕਦੇ ਨਹੀਂ ਪੁੱਛਿਆ ਵੀ ਤੁਸੀਂ ਕਿਵੇਂ ਟਾਈਮ ਕੱਟ ਰਹੇ ਹੋ, ਕਿੰਨੇ ਕੁ ਤੁਸੀਂ ਦੁਖੀ ਹੋ, ਕਿਵੇਂ ਦੇ ਹੈਗੇ ਹੋ, ਹੈ ਨਾ, ਕੋਈ ਨਹੀਂ ਪੁੱਛਦਾ। ਤਾਂ ਉਹਨਾਂ ਨੂੰ ਉਵੇਂ ਹੀ ਮੈਂ ਪਹਿਲਾਂ ਵਿਚਾਰਿਆਂ ਨੇ ਬੜਾ ਕਿਹਾ ਮੈਂ ਨਹੀਂ ਪਾਉਣਾ, ਨਹੀਂ ਲੋਕ ਕੀ ਕਹਿਣਗੇ। ਮੈਂ ਕਿਹਾ ਨਹੀਂ ਤੁਸੀਂ ਤਿਆਰ ਹੋ ਕੇ ਜਾਓਗੇ ਪ੍ਰੋਪਰ, ਜਿਵੇਂ ਪਹਿਲਾਂ ਤਿਆਰ ਹੁੰਦੇ ਸੀ ਆਪਾਂ ਉਵੇਂ ਵਿਆਹ 'ਤੇ ਜਾਵਾਂਗੇ। ਤਾਂ ਉਹ ਚੀਜ਼ ਮੈਨੂੰ ਲੱਗਿਆ ਕਿ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫੀਮੇਲ ਸਾਨੂੰ ਸਪੋਰਟ ਕਰਨਾ ਚਾਹੀਦਾ, ਔਰ ਸਾਨੂੰ ਉਹਨਾਂ ਨੂੰ ਸੱਚੀ ਫੀਮੇਲਸ ਤੋਂ ਹੀ ਕਮੈਂਟਸ ਆਉਂਦੇ ਸੀਗੇ, ਰਿਸ਼ਤੇਦਾਰੀਆਂ 'ਚੋਂ ਹੋ ਗਏ ਜਾਂ ਪਿੰਡ 'ਚ ਲੋਕ ਜੱਜ ਕਰਦੇ ਆ, ਇਹਨਾਂ ਨੂੰ ਤਾਂ ਫ਼ਰਕ ਹੀ ਨਹੀਂ ਪਿਆ। ਮੈਨੂੰ ਸੁਣਨ ਨੂੰ ਆਇਆ ਸੀ ਮੇਰੇ ਬਾਰੇ, ਇਹਨੂੰ ਤਾਂ ਫ਼ਰਕ ਹੀ ਨਹੀਂ ਪਿਆ ਕਿਉਂਕਿ ਮੈਂ ਕੰਮ ਕਰਨ ਲੱਗ ਗਈ ਅਗਲੇ ਦਿਨ ਤੋਂ। ਮੈਨੂੰ ਸੱਚੀ ਟਾਈਮ ਨਹੀਂ ਮਿਲਿਆ ਆਪਣੇ ਬ੍ਰਦਰ ਲਈ, ਕਹਿੰਦੇ ਨਾ ਰੋਣ ਦਾ ਵੀ ਟਾਈਮ ਨਹੀਂ ਮਿਲਿਆ ਸਾਨੂੰ, ਉਹ ਸੋਗ ਨੂੰ ਵੀ ਹੈ ਨਾ, ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ। ਮੈਨੂੰ ਬਹੁਤ ਚੀਜ਼ਾਂ ਸਾਂਭਣੀਆਂ, ਸਾਨੂੰ ਦੇਖਣੀਆਂ ਪੈਣਗੀਆਂ, ਔਰ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਇਸ ਲਾਈਫ 'ਚ ਕਿ ਤੁਹਾਡੇ ਲਈ ਕੋਈ ਬੈਠ ਕੇ ਸਪੈਸ਼ਲੀ ਤੁਹਾਡੇ ਲਈ ਕਰਦਾ ਰਹੇ। ਤਾਂ ਤੁਹਾਨੂੰ ਆਪ ਹੀ ਖੜੇ ਹੋਣਾ। ਤਾਂ ਉਹੀ ਚੀਜ਼ ਮੈਂ ਭਾਬੀ ਜੀ ਨੂੰ ਵੀ ਕਿਹਾ ਵੀ ਤੁਸੀਂ ਐਜ਼ ਇਟ ਇਜ਼ ਹੀ ਰਹਿਣਾ, ਖੁਸ਼ ਰਿਹਾ ਕਰੋ। ਪਹਿਲਾਂ ਮੈਂ ਉਹਨਾਂ ਨੂੰ ਕਿਹਾ ਬੱਚਿਆਂ ਨਾਲ ਵੀ ਖੁਸ਼ ਰਿਹਾ ਕਰੋ, ਇਹਨਾਂ ਦੇ ਵਿਚਾਰਿਆਂ ਦਾ ਕੀ ਕਸੂਰ ਹੈ ਜਵਾਕਾਂ ਦਾ। ਪਹਿਲਾਂ ਆਪਣੇ ਫਾਦਰ ਦਾ ਲੋਸ ਦੇਖ ਰਿਹਾ, ਉੱਤੋਂ ਆਪਣੀਆਂ ਸ਼ਕਲਾਂ ਰੋਂਦੀਆਂ ਦੇਖਣ ਰੋਜ਼ ਵੀ ਹਾਂ ਅਸੀਂ ਪਤਾ ਨਹੀਂ ਕਿੰਨੇ ਕੁ ਦੁਖੀ ਹਾਂ, ਅਸੀਂ ਕਿੰਨੇ ਕੁ ਹੈ। ਤਾਂ ਮੈਂ ਉਹੀ ਚੀਜ਼ ਉਹਨਾਂ ਨੂੰ ਵੀ ਹਮੇਸ਼ਾ ਹੀ ਕਿਹਾ ਕਿ ਚੜ੍ਹਦੀ ਕਲਾ 'ਚ ਆਪਣੇ ਤਾਂ ਗੁਰੂਆਂ ਤੋਂ ਆਪਾਂ ਨੂੰ ਸਿੱਖੀ ਇਹ ਚੀਜ਼ ਹੈ ਨਾ, ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿਣਾ। ਮੈਂ ਬੱਚਿਆਂ ਨੂੰ ਵੀ ਦੋਨਾਂ ਨੂੰ ਇਹੀ ਕਹਿਣੀ ਹੁੰਦੀ ਹੈ ਕਿ ਰੱਬ ਜਿਵੇਂ ਦਿੰਦਾ ਨਾ ਪੁੱਤ ਉਵੇਂ ਚੜ੍ਹਦੀ ਕਲਾ 'ਚ ਰਹਿਣਾ, ਐਜ਼ ਇਟ ਇਜ਼ ਐਕਸੈਪਟ ਕਰੋ, ਰੱਬ ਤੋਂ ਸਬਰ ਮੰਗਿਆ ਕਰੋ ਬਸ, ਵੀ ਜੋ ਵੀ ਸਾਨੂੰ ਸਿਚੁਏਸ਼ਨ 'ਚ ਪਾ ਰਹੇ ਹੋ ਸਾਨੂੰ ਉਸ ਚੀਜ਼ ਲਈ ਸਬਰ ਮਿਲੇ ਔਰ ਆਪਾਂ ਐਂ ਹੱਸਦੇ ਖੇਡਦੇ ਰਹੀਏ। ਨਹੀਂ ਤੁਸੀਂ ਇੱਦਾਂ ਹੀ ਹੱਸਦੇ ਖੇਡਦੇ ਰਹੋ। ਮਤਲਬ ਮੈਨੂੰ ਨਹੀਂ ਪਤਾ ਕਿ ਕਈ ਵਾਰੀ ਆਪਾਂ ਕਹਿੰਦੇ ਨਾ ਇੱਕ ਇੱਕ ਸ਼ਬਦ ਕਿਸੇ ਤੇ ਮਤਲਬ ਦਵਾਈ ਦਾ ਕੰਮ ਕਰਦਾ ਹੈ ਨਾ, ਅਤੇ ਬਹੁਤ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੱਚੀ ਜ਼ਿੰਦਗੀ ਤੁਹਾਡੇ ਲਈ ਦਵਾਈ ਦਾ ਕੰਮ ਕਰਦੀ ਆ, ਅਤੇ ਉਹਨਾਂ 'ਚ ਇੱਕ ਤੁਸੀਂ ਹੋ। ਸੋਸਾਇਟੀ ਤੁਹਾਡੇ ਬਾਰੇ ਕੀ ਕਹਿ ਰਹੀ ਹੈ, ਰਿਸ਼ਤੇਦਾਰ ਤੁਹਾਡੇ ਬਾਰੇ ਕੀ ਕਹਿ ਰਹੇ, ਮੈਨੂੰ ਲੱਗਦਾ ਕਿ ਉਹ ਸਭ ਕਿਸੇ ਚੀਜ਼ਾਂ ਨੂੰ ਛੱਡ ਕੇ ਤੁਹਾਨੂੰ ਸਿਰਫ ਇਹ ਸੋਚਣਾ ਚਾਹੀਦਾ ਕਿ ਜ਼ਿੰਦਗੀ ਆ ਔਰ ਇੱਕ ਵਾਰ ਮਿਲੀ ਹੈ, ਅਤੇ ਇਹਨੂੰ ਮੈਂ ਉਸੇ ਢੰਗ ਨਾਲ ਜਿਉਣਾ ਜਿਵੇਂ ਮੈਂ ਚਾਹੁੰਦਾ ਹੈ ਨਾ। ਅਤੇ ਇੱਥੇ ਮੈਂ ਮਤਲਬ ਇਸ ਚੀਜ਼ ਨੂੰ ਖ਼ਤਮ ਕਰਨਾ ਚਾਹੁੰਦੀ, ਪਰ ਇੱਕ ਸਵਾਲ ਮੈਨੂੰ ਬਹੁਤ ਜ਼ਰੂਰੀ ਲੱਗ ਰਿਹਾ ਤੁਹਾਨੂੰ ਪੁੱਛਣਾ ਕਿ ਤੁਹਾਨੂੰ ਕੀ ਲੱਗਦਾ ਜ਼ਿੰਦਗੀ ਤੁਹਾਡੇ ਲਈ ਕੀ ਚੀਜ਼ ਹੈ ਨਾ। ਮੈਂ ਤੁਹਾਡੀ ਜਗ੍ਹਾ 'ਤੇ ਖੜੀ ਹਾਂ, ਮੈਨੂੰ ਤਾਂ ਇਹ ਲੱਗਣ ਲੱਗ ਜੂ ਕਿ ਮੇਰੇ ਲਈ ਤਾਂ ਸਭ ਕੁਛ ਨੈਗੇਟਿਵ ਸੀਗਾ ਲਾਈਫ 'ਚ ਹੈ ਨਾ, ਪਰ ਤੁਸੀਂ ਉਸ ਨੈਗੇਟਿਵ ਨੂੰ ਪਲੱਸ ਕੀਤਾ, ਅਤੇ ਹੁਣ ਤੁਹਾਡੇ ਲਈ ਲਾਈਫ ਕੀ ਚੀਜ਼ ਹੈ, ਕੀ ਸੋਚਦੇ ਹੋ ਕਿ ਜ਼ਿੰਦਗੀ ਕੀ ਹੁੰਦੀ ਆ? ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਮੈਂ ਬਲੈਸਡ ਮੰਨਦੀ ਹਾਂ ਆਪਣੇ ਆਪ ਨੂੰ ਸੱਚੀ। ਮੈਨੂੰ ਜਿਹੜੇ ਮੇਰੇ ਮਾਂ ਪਿਓ ਸੀਗੇ ਹੈ ਨਾ, ਤਾਂ ਮੈਨੂੰ ਇਹ ਲੱਗਦਾ ਕਿ ਮੈਂ ਪਿੰਡ 'ਚੋਂ ਹੈ ਬਿਲਕੁਲ, ਅਮਰਗੜ੍ਹ ਬਠਿੰਡੇ ਕੋਲੇ ਬਹੁਤ ਛੋਟਾ ਪਿੰਡ ਹੈ। ਮੇਰੇ ਫਾਦਰ ਸਾਹਿਬ ਨੇ ਮੈਨੂੰ ਅਲਾਓ ਕੀਤਾ ਹੋਸਟਲ ਜਾ ਕੇ ਪੜ੍ਹਨਾ, ਮੈਨੂੰ ਫਸਟ ਟਾਈਮ ਮੇਰੀ ਬੰਬੇ ਜਾ ਕੇ ਮੈਨੂੰ ਜੌਬ ਕਰਨਾ, ਮੈਨੂੰ ਉੱਥੇ ਪੜ੍ਹਾਉਣਾ, ਇਹ ਫਰੀਡਮ ਮੈਨੂੰ ਉਹਨਾਂ ਨੇ ਦਿੱਤੀ। ਤਾਂ ਮੈਂ ਸੱਚੀ ਮੈਂ ਆਮ ਕੁੜੀਆਂ ਨਾਲੋਂ ਮੈਂ ਡਿਫਰੈਂਟ ਹੈ। ਮੈਨੂੰ ਲੱਗਦਾ ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਉਹਨਾਂ ਨੇ ਇੰਨਾ ਪਿਆਰ ਦਿੱਤਾ, ਮੈਨੂੰ ਇਹੋ ਜਿਹਾ ਮੈਨੂੰ ਪਾਲਿਆ, ਮੇਰੀ ਪਰਵਰਿਸ਼ ਇਹੋ ਜਿਹੀ ਹੋਈ ਕਿ ਮੇਰੇ 'ਚ ਕੌਨਫੀਡੈਂਸ ਆਇਆ। ਸ਼ਾਇਦ ਮੈਂ ਨਹੀਂ ਕਰ ਪਾਉਂਦੀ, ਜੇ ਅਸੀਂ ਸੋਚਦੇ ਹੁੰਦੀ ਹਾਂ ਕਈ ਵਾਰੀ, ਮੈਂ ਅਤੇ ਭਾਬੀ ਗੱਲਾਂ ਕਰਨ ਲੱਗ ਜਾਂਦੇ ਹਾਂ। ਹੁਣ ਮੈਂ ਚਲੋ ਡਰਾਈਵ ਵੀ ਕਰ ਲੈਂਦੀ ਹਾਂ, ਬਾਹਰ ਆਉਣਾ ਜਾਣਾ, ਬੈਂਕਸ ਦੇ ਕੰਮ ਸਾਰੇ ਕਰਦੀ ਹਾਂ ਹੈ ਨਾ, ਸਭ ਕਰਦੀ ਹਾਂ। ਜੇ ਕਿਤੇ ਸਾਡੇ ਤੋਂ ਇਹ ਨਾ ਕਰਨ ਵਾਲੇ ਹੁੰਦੇ ਅਸੀਂ, ਫਿਰ ਸਾਡਾ ਬਣਦਾ ਕੀ, ਅਸੀਂ ਸਰਵਾਈਵ ਕਿਵੇਂ ਕਰਦੇ, ਕੀ 'ਤੇ ਡਿਪੈਂਡ ਕਰਦੇ ਅਸੀਂ ਪੂਰੀ ਲਾਈਫ ਹੈ ਨਾ। ਤਾਂ ਮੈਂ ਬਲੈਸਡ ਹੀ ਮੰਨਦੀ ਹਾਂ। ਮੈਨੂੰ ਲੱਗਦਾ ਕਿ ਮੈਨੂੰ ਮਾਂ ਦਾ ਜਿੰਨਾ ਪਿਆਰ ਮਿਲਿਆ ਮੈਨੂੰ ਉਹੀ ਮੇਰੇ ਹੈ ਨਾ ਮੇਰੇ ਫਾਦਰ ਸਾਹਿਬ ਨੇ ਜਿੰਨਾ ਮੈਨੂੰ ਦਿੱਤਾ ਟਾਈਮ, ਮੇਰੀ ਬਹੁਤ ਡਿਫਰੈਂਟ ਅਪਬ੍ਰਿੰਗਿੰਗ ਹੋਈ ਆ ਔਰ ਸੱਚੀ 'ਚ ਡਿਫਰੈਂਟ ਹੋਈ ਆ। ਮੈਂ ਪਿੰਡ 'ਚੋਂ ਸੀਗੀ, ਫਿਰ ਵੀ ਮੇਰੇ ਨਾ ਕਲਾਸਮੇਟਸ ਨੇ ਘਰੇ ਆਉਣਾ, ਮੁੰਡਿਆਂ ਨੇ ਵੀ ਘਰੇ ਆਉਣਾ, ਤਾਂ ਮੈਨੂੰ ਕਦੇ ਉਹ ਚੀਜ਼ ਲੱਗੀ ਨਹੀਂ ਕਿ ਮੁੰਡਾ ਜਾਂ ਇਹੋ ਜਿਹੀਆਂ ਚੀਜ਼ਾਂ ਦਾ ਮੈਨੂੰ ਫ਼ਰਕ ਜਾਂ ਨਹੀਂ ਲੱਗਿਆ ਕਦੇ। ਉਵੇਂ ਘਰੇ ਆਉਣਾ ਨੋਰਮਲ ਸੀਗਾ, ਕਲਾਸਮੇਟਸ ਦਾ ਆਉਣਾ। ਮੈਨੂੰ ਇੰਨਾ ਅਲਾਓ ਕੀਤਾ ਕਿ ਮੈਂ ਬਾਹਰ ਜਾ ਕੇ ਵੀ ਉੱਥੇ ਬੰਬੇ ਜਾਣਾ, ਪਹਿਲੀ ਵਾਰ ਬਠਿੰਡੇ ਗਈ ਇਕੱਲੀ ਗਈ ਸੀ, ਪਹਿਲੀ ਵਾਰ ਇੰਗਲੈਂਡ ਗਈ ਇਕੱਲੀ ਗਈ ਸੀ। ਕੌਨਫੀਡੈਂਸ ਸ਼ਾਇਦ ਉੱਥੇ ਹੀ ਮਿਲਿਆ ਮੇਰੇ ਪਾਪਾ ਤੋਂ। ਫਿਰ ਮੇਰੇ ਬ੍ਰਦਰ ਦਾ ਆਉਣਾ ਹੈ ਨਾ, ਮੈਨੂੰ ਬੱਚਿਆਂ ਵਾਂਗੂ ਪਾਲਿਆ ਉਹਨੇ, ਬੱਚਿਆਂ ਵਾਂਗੂ ਰੱਖਿਆ ਜਦੋਂ ਤੱਕ ਰਿਹਾ। ਤਾਂ ਮੇਰੀ ਬਲੈਸਡ ਲਾਈਫ ਸੀ। ਹਾਂ ਜ਼ਰੂਰ ਟਾਈਮ ਘੱਟ ਸੀਗਾ। ਅਗਲੀ ਲਾਈਫ 'ਚ ਮੈਂ ਸੱਚੀ ਬਿਲੀਵ ਨਹੀਂ ਕਰਦੀ, ਅਗਲਾ ਜਨਮ ਸੱਚੀ ਬਿਲੀਵ ਨਹੀਂ ਕਰਦੀ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਆਹ ਲਾਈਫ। ਔਰ ਮੈਂ ਆਪਣੇ ਬ੍ਰਦਰ ਨੂੰ ਡੈਥ ਬੈੱਡ 'ਤੇ ਤੜਫਦੇ ਦੇਖਿਆ, ਉਹਨੂੰ ਇੱਕ ਇੱਕ ਮਿੰਟ ਸੱਚੀ ਫ਼ਰਕ ਪੈ ਰਿਹਾ ਸੀ ਵੀ ਮੈਨੂੰ 2 ਮਿੰਟ ਵੀ ਮਿਲ ਜਾਣ, 3 ਮਿੰਟ। ਹੁਣ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਮੈਂ ਅੱਜ ਜੀ ਰਹੀ ਹਾਂ ਤਾਂ ਮੇਰੇ ਲਈ ਬਹੁਤ ਹੈ, ਤਾਂ ਮੇਰੇ ਲਈ ਇਹ ਲਾਈਫ ਇੱਕ ਬਲੇਸਿੰਗ ਹੀ ਹੈ। ਜ਼ਰੂਰ ਹਾਰਡਸ਼ਿਪਸ ਦੇਖ ਰਹੀ ਹਾਂ, ਪਤਾ ਨਹੀਂ ਰੱਬ ਨੇ ਕੀ ਸੋਚ ਕੇ ਪਾਈਆਂ ਹੈ ਨਾ, ਪਰ ਮੈਨੂੰ ਇਹ ਲੱਗਦਾ ਕਿ ਮੇਰਾ ਸਾਥ ਵੀ ਦਿੱਤਾ ਰੱਬ ਨੇ,
ਕੱਢਦਾ ਵੀ ਉਹੀ ਹੈ। ਕਹਿੰਦੇ ਨਾ ਪਾਉਣ ਵਾਲਾ ਵੀ ਰੱਬ ਹੀ ਹੈ ਤੇ ਕੱਢਣ ਵਾਲਾ ਵੀ ਉਹੀ ਹੈ। ਤਾਂ ਮੇਰਾ ਸਾਥ ਵੀ ਦਿੱਤਾ ਹੈ, ਹਜੇ ਤੱਕ ਸਰਵਾਈਵ ਕਰ ਰਹੇ ਹਾਂ। ਰੱਬ ਨੇ ਇੱਥੋਂ ਕੁ ਤੱਕ ਰੱਖਿਆ ਵੀ 2 ਟਾਈਮ ਦੀ ਰੋਟੀ ਮਿਲ ਰਹੀ ਹੈ, ਹੈ ਨਾ, ਹੈਲਦੀ ਹਾਂ, ਕੋਈ ਕਿਸੇ ਦੀ ਮੈਡੀਸਿਨ ਨਹੀਂ ਚੱਲ ਰਹੀ ਫੈਮਿਲੀ 'ਚ, ਕਿਸੇ ਨੂੰ ਕੋਈ ਮੈਡੀਕਲ ਇਸ਼ੂ ਨਹੀਂ ਆ ਰਹੇ। 4 ਜੀ ਹੈ, ਚਾਰੇ ਆਪਣੇ ਆਪ 'ਚ ਆਏ ਨਹੀਂ ਹੈਗੇ ਕਿ ਇੱਕ ਦੂਜੇ ਦੀ ਸ਼ਕਲ ਦੇਖ ਕੇ ਇੱਕ ਵਾਰੀ ਲੱਗੇ ਕਿ ਸੁਬਾਹ ਉੱਠਦੇ ਵੀ ਆਹ ਕਿਉਂ ਹੈ, ਖੁਸ਼ ਹੈ ਇੱਕ ਦੂਜੇ ਨਾਲ। ਇਹ ਤੋਂ ਵੱਡਾ ਹੋਰ ਕੀ ਚਾਹੀਦਾ। ਨਹੀਂ, ਹਮੇਸ਼ਾ ਇੱਦਾਂ ਹੀ ਹੱਸਦੇ ਰਹੋ, ਤੁਸੀਂ ਖੁਸ਼ ਰਹੋ ਇਸੇ। ਥੈਂਕ ਯੂ ਸੋ ਮਚ। ਜ਼ਿੰਦਗੀ ਐਵੇਂ ਹੁੰਦੀ ਆ, ਕਦੀ ਧੁੱਪ ਹੁੰਦੀ ਆ, ਕਦੀ ਛਾਂ ਹੁੰਦੀ ਆ, ਪਰ ਸਾਰੀਆਂ ਰੁੱਤਾਂ ਨੂੰ ਅਸੀਂ ਮੰਨਣਾ ਹੁੰਦਾ। ਮਰਜ਼ੀ ਕੁਦਰਤ ਦੀ ਆ, ਉਹਨੇ ਤੁਹਾਨੂੰ ਕਿਸ ਚੀਜ਼ ਲਈ ਚੁਣਿਆ। ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਸ਼ੁਕਰਾਨਾ ਕਰੋ ਤਾਂ ਕੁਦਰਤ ਤੁਹਾਨੂੰ ਸ਼ੁਕਰਾਨੇ ਦੇ ਜ਼ਿਆਦਾ ਮੌਕੇ ਦਿੰਦੀ ਆ। ਜ਼ਰੂਰ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਤੁਸੀਂ ਸਿੱਖੋਗੇ। ਚੜ੍ਹਦੀ ਕਲਾ 'ਚ ਰਹਿਣਾ ਸਾਡੀ ਕੌਮ ਦਾ ਦਸਤੂਰ ਆ, ਅਤੇ ਉਹਦੇ ਵਿੱਚ ਸਾਨੂੰ ਰਹਿਣਾ ਵੀ ਚਾਹੀਦਾ। ਜਦੋਂ ਤੱਕ ਤੁਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੋ, ਮੈਨੂੰ ਲੱਗਦਾ ਤੁਹਾਨੂੰ ਚੜ੍ਹਦੀ ਕਲਾ 'ਚ ਹੀ ਰਹਿਣਾ ਚਾਹੀਦਾ। ਦੁਨੀਆ ਜਾਂ ਫਿਰ ਲੋਕਾਂ ਦੀ ਪਰਵਾਹ ਕਰਕੇ ਕਦੇ ਵੀ ਆਪਣੀ ਜ਼ਿੰਦਗੀ ਨੂੰ ਉਸ ਫੇਸ 'ਚ ਨਾ ਲੈ ਕੇ ਜਾਓ ਜਿੱਥੇ ਜਾ ਕੇ ਲੱਗੇ ਕਿ ਸਿਰਫ ਕੱਟੀ ਸੀਗੀ, ਜਿਉਂ ਨਹੀਂ। ਅਤੇ ਉਮੀਦ ਕਰਦੇ ਹਾਂ ਕਿ ਇਸ ਚੀਜ਼ ਤੋਂ ਤੁਸੀਂ ਸਿੱਖੋਗੇ। ਇਹਨਾਂ ਦੀ ਸਾਈਕਲਿੰਗ ਅਤੇ ਇਹਨਾਂ ਦੀ ਮੈਰਾਥਨ ਅਤੇ ਇਹਨਾਂ ਦੀ ਹੋਰ ਚੀਜ਼ਾਂ ਜਿਹੜੀਆਂ ਇਹ ਫਿਟਨੈਸ ਲਈ ਕਰਦੇ ਨੇ ਇਸ ਉਮਰ 'ਚ, ਬਿਲਕੁਲ ਇਹੋ ਜਿਹੇ ਨੇ ਕਿ ਹਰ ਕੁੜੀ ਸੋਚਦੀ ਹੈ ਕਿ ਮੈਂ ਜ਼ਿੰਦਗੀ 'ਚ ਐਵੇਂ ਦੀ ਹੋਵਾਂ। ਉਹਦੇ 'ਤੇ ਵੀ ਆਪਾਂ ਇੱਕ ਖਾਸ ਮੁਲਾਕਾਤ ਅਗਲੇ ਸਮੇਂ 'ਚ ਇਹਨਾਂ ਦੇ ਨਾਲ ਲੈ ਕੇ ਆਵਾਂਗੇ। ਇਹ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਸੀ, ਜ਼ਰੂਰ ਤੁਹਾਨੂੰ ਇੰਸਪਾਇਰ ਕਰੇਗੀ। ਅਗਲੀ ਵਾਰ ਤੋਂ ਫਿਰ ਕਿਸੇ ਨਵੀਂ ਸ਼ਖਸੀਅਤ ਨਾਲ ਆਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।